ਲਾਈਫ ਆਫਟਰ ਡੈਥ ਪਾਰਟ 1 ਮਰਨ ਦੇ ਬਾਅਦ ਦੀ ਦੁਨੀਆ ਭਾਗ 1 ਪਰਮ ਸ਼ਾਂਤੀ। ਇਸ ਵੀਡੀਓ ਤੇ ਅਨੰਤ ਜੀ ਜੋ ਕਿ ਬਾਪੂ ਜੀ ਦੇ ਸਪੁੱਤਰ ਹਨ, ਬਾਪੂ ਜੀ ਨਾਲ ਮਰਨ ਦੇ ਬਾਅਦ ਦੀ ਦੁਨੀਆ ਯਾਨੀ ਲਾਈਫ ਆਫਟਰ ਡੈਥ ਦੇ ਬਾਰੇ ਤੇ ਗੱਲਬਾਤ ਕਰ ਰਹੇ ਹਨ, ਜਿਸ 'ਚ ਅਨੰਤ ਜੀ ਬਾਪੂ ਜੀ ਨੂੰ ਸਵਾਲ ਪੁੱਛ ਰਹੇ ਹਨ ਅਤੇ ਬਾਪੂ ਜੀ ਉਹਨਾਂ ਸਵਾਲਾਂ ਦੇ ਜਵਾਬ ਦੇ ਰਹੇ ਹਨ। ਅਨੰਤ: ਪਰਮ ਸ਼ਾਂਤੀ ਬਾਪੂ ਜੀ ਅੱਜ ਅਸੀਂ ਮਰਨ ਦੇ ਬਾਅਦ ਦੀ ਦੁਨੀਆ ਯਾਨੀ ਲਾਈਫ ਆਫਟਰ ਡੈਥ ਦੇ ਬਾਰੇ ਤੇ ਗੱਲ ਕਰਾਂਗੇ। ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਨੇ ਮਰਨ ਦੇ ਬਾਅਦ ਦੀ ਦੁਨੀਆ ਦੇ ਉੱਪਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਹਨ। ਤੁਸੀਂ ਵਿਕੀਪੀਡੀਆ, ਇਹ ਇੱਕ ਗਿਆਨ ਸੰਬੰਧੀ ਸੋਸ਼ਲ ਨੈਟਵਰਕ ਵੈਬਸਾਈਟ ਦਾ ਨਾਂ ਹੈ, ਤੇ ਲੱਭ ਸਕਦੇ ਹੋ ਕਿ ਲੋਕਾਂ ਨੇ ਕਿਤਾਬਾਂ, ਵੀਡੀਓਜ਼ ਅੰਤਹੀਨ ਲਿਖਿਆ ਹੈ ਇਸ ਵਿਸ਼ਾ ਦੇ ਬਾਰੇ ਤੇ, ਜਿਸ ਵਿੱਚੋਂ ਕੁਝ ਚੀਜ਼ਾਂ ਠੀਕ ਹਨ ਅਤੇ ਕੁਝ ਚੀਜ਼ਾਂ ਗਲਤ ਹਨ। ਗਲਤ ਅਤੇ ਸਹੀ ਦਾ ਫੈਸਲਾ ਤੇ ਲੋਕੀ ਆਪਣੇ ਅਨੁਭਵ ਦੇ ਆਧਾਰ ਤੇ ਆਪੇ ਕਰਨਗੇ, ਪਰ ਅਸੀਂ ਤੁਹਾਡੇ ਕੋਲੋਂ ਇਸ ਲਈ ਸੱਚ ਜਾਣਨਾ ਚਾਹੁੰਦੇ ਹਾਂ ਕਿਉਂਕਿ ਤੁਹਾਡਾ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਪੂਰੀ ਤਰ੍ਹਾਂ ਨਾਲ ਵੱਖਰਾ ਹੈ। ਹੁਣ ਅਸੀਂ ਤੁਹਾਡੇ ਕੋਲੋਂ ਪਰਮ ਸੱਚ ਯਾਨੀ ਅਸਲੀਅਤ ਜਾਣਨਾ ਚਾਹੁੰਦੇ ਹਾਂ ਕਿਉਂਕਿ ਸਾਰਿਆਂ ਨੇ ਆਪਣੇ ਆਪਣੇ ਲੈਵਲ ਯਾਨੀ ਆਪਣੀ ਆਪਣੀ ਸੋਚ ਦੇ ਹਿਸਾਬ ਨਾਲ ਗੱਲ ਦੱਸੀ ਹੈ, ਪਰ ਅਸੀਂ ਪੂਰਨ ਸੱਚਾਈ ਜਾਂ ਅਸਲੀਅਤ ਆਪ ਜੀ ਤੋਂ ਜਾਣਨਾ ਚਾਹੁੰਦੇ ਹਾਂ ਕਿ ਅਸਲੀਅਤ 'ਚ ਕੀ ਹੁੰਦਾ ਹੈ, ਕਿਉਂ ਹੁੰਦਾ ਹੈ, ਮਰਨ ਦੇ ਬਾਅਦ ਕੀ ਦੁਨੀਆ ਹੈ, ਕਿਸ ਤਰ੍ਹਾਂ ਦੀ ਦੁਨੀਆ ਹੈ। ਹੁਣ ਮੈਂ ਥੋੜ੍ਹੇ ਜਿਹੇ ਸਵਾਲ ਲਿਖੇ ਹਨ ਜੋ ਮੈਂ ਆਪ ਜੀ ਨੂੰ ਪੁੱਛਾਂਗਾ। ਜਿਸ ਤਰ੍ਹਾਂ ਕਿ ਮੈਂ ਬੇਸਿਕ ਯਾਨੀ ਬਹੁਤ ਆਮ ਜਿਹਾ ਸਵਾਲ ਪੁੱਛਿਆ ਸੀ ਕਿ ਮਨੁੱਖ ਜਨਮ ਕਿਉਂ ਲੈਂਦਾ ਹੈ, ਜਨਮ ਲੈਣ ਦਾ ਕੀ ਕਾਰਨ ਹੈ। ਜੇਕਰ ਉਸਨੂੰ ਕਾਰਨ ਸਮਝ 'ਚ ਆ ਜਾਏ ਕਿ ਉਸ ਦਾ ਜਨਮ ਲੈਣ ਦਾ ਕੀ ਮਕਸਦ ਹੈ, ਉਸਦੇ ਮਰਨ ਤੋਂ ਪਹਿਲਾਂ ਦੂਸਰਾ ਸਵਾਲ ਸੀ ਕਿ ਆਤਮਾ ਮਰਨ ਦੇ ਬਾਅਦ ਵੀ ਸੋਚ ਸਕਦੀ ਹੈ ਕਿ ਘਰ ਦੇ ਅੰਦਰ, ਮਤਲਬ ਜੇਕਰ ਕੋਈ ਆਤਮਾ ਮਰਨ ਤੋਂ ਬਾਅਦ ਵੀ ਘਰ ਦੇ ਅੰਦਰ ਹੀ ਰਹਿ ਰਹੀ ਹੈ ਤੇ ਉਸ ਅਵਸਥਾ ਤੇ ਵੀ ਉਹ ਸੋਚ ਸਕਦੀ ਹੈ। ਉਸ ਤੋਂ ਬਾਅਦ ਅਗਲਾ ਸਵਾਲ ਹੈ ਕਿ ਮਰਨ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਮਹਿਸੂਸ ਹੁੰਦਾ ਹੈ, ਯਾਨੀ ਜਦੋਂ ਉਹ ਸਰੀਰ ਨੂੰ ਛੱਡਦਾ ਹੈ ਉਹਨੂੰ ਕੀ ਮਹਿਸੂਸ ਹੁੰਦਾ ਹੈ ਅਤੇ ਉਹ ਆਤਮਾ ਕਿੱਥੇ ਜਾਂਦੀ ਹੈ, ਕਿਹਨਾਂ ਨੂੰ ਮਿਲਦੀ ਹੈ, ਸੂਖਮ ਜਗਤ ਕੀ ਹੈ, ਕਿੱਥੇ ਹੈ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਜੇਕਰ ਕੋਈ ਆਤਮਾ ਪਰਮਾਤਮਾ ਨੂੰ ਯਾਦ ਕਰਨ ਵਾਲੀ, ਜਗਤ ਦਾ ਭਲਾ ਕਰਨ ਵਾਲੀ, ਦਾਨ ਪੁੰਨ ਕਰਨ ਵਾਲੀ, ਸਾਧੂ ਸੰਤਾਂ ਵਰਗਾ ਜੀਵਨ ਬਤੀਤ ਕਰਨ ਵਾਲੀ ਦੀ ਮੌਤ ਹੋਈ ਹੋਵੇ, ਇਸ ਤਰ੍ਹਾਂ ਦੀ ਆਤਮਾ ਜਦੋਂ ਸੂਖਮ ਲੋਕ ਤੇ ਜਾਂਦੀ ਹੈ ਤੇ ਉਸ ਵੇਲੇ ਉਸਨੂੰ ਕੀ ਮਹਿਸੂਸ ਹੁੰਦਾ ਹੈ। ਇਹ ਸਾਰਾ ਕੁਝ ਅਸੀਂ ਪ੍ਰੈਕਟੀਕਲ ਯਾਨੀ ਅਮਲੀ ਤੌਰ ਤੇ ਜਾਣਨਾ ਚਾਹੁੰਦੇ ਹਾਂ। ਲਾਈਫ ਆਫਟਰ ਡੈਥ ਯਾਨੀ ਮਰਨ ਤੋਂ ਬਾਅਦ ਦੀ ਦੁਨੀਆ ਤੇ ਅਸੀਂ ਪਹਿਲਾਂ ਵੀ ਤੁਹਾਡਾ ਇੱਕ ਵੀਡੀਓ ਬਣਾਇਆ ਹੈ, ਪਰ ਉਸ ਵਿੱਚ ਇੰਨੀ ਡਿਟੇਲ ਯਾਨੀ ਵੇਰਵਾ ਨਹੀਂ ਸਾਂਝਾ ਕੀਤਾ ਹੈ। ਹਾਲਾਂਕਿ ਮੇਰੇ ਕੋਲ 3 ਪੇਜ ਭਰ ਕੇ ਪੂਰੇ ਸਵਾਲ ਹਨ, ਮੈਂ ਅੱਗੇ ਆਪ ਜੀ ਨੂੰ ਪੁੱਛਦਾ ਰਵਾਂਗਾ। ਕੁੱਲ ਮਿਲਾ ਕੇ 20 ਸਵਾਲ ਹਨ। ਆਪ ਜੀ ਸ਼ੁਰੂਆਤ ਕਰੋ ਅਤੇ ਦੱਸੋ ਕਿ ਮਰਨ ਤੋਂ ਬਾਅਦ ਦੀ ਦੁਨੀਆ ਕੀ ਹੈ। ਬਾਪੂ ਜੀ: ਵੇਖੋ, ਜੋ ਮਨੁੱਖ ਹੈ ਉਸ ਦਾ ਸਰੀਰ 5 ਤੱਤਾਂ ਦਾ ਸਰੀਰ ਹੈ। ਉਸ ਦੇ ਸਰੀਰ ਛੱਡਣ ਦੇ ਬਾਅਦ ਦੀ ਜੋ ਦੁਨੀਆ ਹੈ ਉਹ 3 ਤੱਤਾਂ ਦੀ ਦੁਨੀਆ ਹੈ। ਆਤਮਾ ਜਦੋਂ ਇਹ ਸਰੀਰ ਛੱਡਦੀ ਹੈ ਯਾਨੀ 5 ਤੱਤਾਂ ਦੀ ਦੁਨੀਆ ਛੱਡਦੀ ਹੈ, ਜਿਹਨੂੰ ਕਿ ਮਰ ਜਾਣਾ ਕਹਿੰਦੇ ਹਨ। ਮਰ ਗਿਆ, ਸਰੀਰ ਛੱਡ ਗਿਆ, ਮਤਲਬ ਕਿ ਮਰ ਗਿਆ, ਪਰ ਅਸਲ ਤੇ ਆਤਮਾ ਸਰੀਰ ਛੱਡ ਦਿੰਦੀ ਹੈ ਯਾਨੀ 5 ਤੱਤਾਂ ਦਾ ਸਰੀਰ, ਮਤਲਬ ਆਕਾਸ਼, ਵਾਯੂ, ਅਗਨੀ, ਜਲ ਅਤੇ ਪ੍ਰਿਥਵੀ ਜਾਂ ਮਿੱਟੀ। ਹੁਣ ਜਦੋਂ ਮਨੁੱਖ ਸਰੀਰ ਛੱਡਦਾ ਹੈ ਯਾਨੀ 5 ਤੱਤਾਂ ਨੂੰ ਛੱਡਦਾ ਹੈ, ਮਤਲਬ ਮਿੱਟੀ ਅਤੇ ਜਲ ਜਾਂ ਪਾਣੀ ਨੂੰ ਛੱਡਦਾ ਹੈ, ਤੇ ਆਤਮਾ 3 ਤੱਤਾਂ ਦੀ ਹੈ ਯਾਨੀ ਆਕਾਸ਼, ਵਾਯੂ, ਅਗਨੀ ਆਪਣੇ ਨਾਲ ਲੈ ਜਾਂਦੀ ਹੈ, ਕਿਉਂਕਿ 3 ਤੱਤਾਂ ਦਾ ਸਰੀਰ ਤੇ ਉਸ ਦੇ ਨਾਲ ਜਾਂਦਾ ਹੈ ਨਾ। ਕਰਮਾਂ ਦੇ ਲੇਖੇ ਜੋਖੇ ਦੇ ਨਾਲ ਆਤਮਾ ਦੇ ਨਾਲ ਕਰਮਾਂ ਦਾ ਹਿਸਾਬ ਕਿਤਾਬ ਜਾਂਦਾ ਹੈ, ਕਿਉਂਕਿ ਆਤਮਾ ਤੇ ਅਜ਼ਰ ਅਮਰ ਯਾਨੀ ਕਦੇ ਵੀ ਨਾ ਮਰਨ ਵਾਲੀ ਅਬਨਾਸੀ ਹੈ, ਮਤਲਬ ਆਤਮਾ ਦਾ ਕਦੇ ਵੀ ਨਾਸ ਨਹੀਂ ਹੁੰਦਾ। ਪਰ ਜਦੋਂ ਉਹ ਮਨੁੱਖ ਜੋ 5 ਤੱਤਾਂ ਤੋਂ 2 ਤੱਤਾਂ ਦਾ ਸਰੀਰ ਛੱਡਦਾ ਹੈ ਯਾਨੀ ਮਿੱਟੀ ਤੇ ਜਲ, ਮਤਲਬ ਉਸ ਦਾ ਮਨ ਅਤੇ ਬੁੱਧ ਵਾਲਾ ਸਰੀਰ ਛੱਡਦਾ ਹੈ, ਪਰ ਉਸ ਦਾ ਸੂਖਮ ਸਰੀਰ ਆਤਮਾ ਦੇ ਨਾਲ ਬਾਹਰ ਨਿਕਲ ਜਾਂਦਾ ਹੈ। ਅਨੰਤ: ਮਤਲਬ ਆਕਾਸ਼, ਵਾਯੂ ਅਤੇ ਅਗਨੀ। ਬਾਪੂ ਜੀ:
ਇਸ ਸੂਖਮ ਸਰੀਰ ਨੂੰ ਅੰਤਵਾਹਕ ਸਰੀਰ ਵੀ ਕਹਿੰਦੇ ਹਨ, ਸੂਖਮ ਸਰੀਰ ਵੀ ਕਹਿੰਦੇ ਹਨ। ਵੱਖ-ਵੱਖ ਨਾਂ ਹਨ। ਪੂਰੀ ਪ੍ਰੋਸੀਜਰ ਯਾਨੀ ਪ੍ਰਕਿਰਿਆ ਮੈਂ ਹੌਲੀ-ਹੌਲੀ ਤੁਹਾਨੂੰ ਦੱਸਾਂਗਾ, ਕਿਉਂਕਿ ਇਹ ਬਹੁਤ ਲੰਬੀ ਪ੍ਰਕਿਰਿਆ ਯਾਨੀ ਪ੍ਰੋਸੀਜਰ ਹੈ। ਆਤਮਾ ਦੇ ਨਾਲ ਕੀ ਜਾਂਦਾ ਹੈ, ਪਹਿਲਾਂ ਤੁਸੀਂ ਇਹ ਸਮਝੋ। ਆਤਮਾ ਦੇ ਨਾਲ ਉਸ ਦੇ ਕਰਮ ਬੰਨਣ ਯਾਨੀ ਕਰਮਾਂ ਦਾ ਹਿਸਾਬ ਕਿਤਾਬ ਜਾਂਦਾ ਹੈ। ਆਪਣੀ ਪੂਰੀ ਜ਼ਿੰਦਗੀ ਤੇ ਉਹਨੇ ਜੋ ਵੀ ਕਰਮ ਕੀਤੇ ਹਨ, ਪਾਪ ਹਨ ਜਾਂ ਪੁੰਨ ਦਾ ਹਿਸਾਬ ਕਿਤਾਬ ਹੈ, ਉਹ ਸਭ ਉਸ ਦੀ ਆਤਮਾ ਦੀ ਰਿਕਾਰਡਿੰਗਸ ਯਾਨੀ ਆਤਮਾ ਦੇ ਜਮ੍ਹਾਂ ਖਾਤੇ ਤੇ ਹੁੰਦਾ ਹੈ। ਤੇ ਉਸ ਦੇ ਕਰਮਾਂ ਦੇ ਹਿਸਾਬ ਦੇ ਕਰਕੇ ਯਾਨੀ ਜਿਸ ਤਰ੍ਹਾਂ ਦੇ ਉਸ ਦੇ ਕਰਮ ਹੁੰਦੇ ਹਨ, ਉਸੇ ਤਰ੍ਹਾਂ ਦਾ ਉਸ ਦਾ ਸੂਖਮ ਸਰੀਰ ਹੁੰਦਾ ਹੈ। ਅੰਤਵਾਹਕ ਸਰੀਰ ਯਾਨੀ ਸੂਖਮ ਸਰੀਰ ਯਾਨੀ 3 ਤੱਤਾਂ ਦਾ ਸਰੀਰ ਜੋ 5 ਤੱਤਾਂ ਦੇ ਸਥੂਲ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ। ਤੇ ਹੁਣ ਸਥੂਲ ਸਰੀਰ ਯਾਨੀ ਪੁਤਲੇ ਦੇ ਸਰੀਰ ਤੇ ਕੀ ਬਚੇਗਾ? ਪਾਣੀ ਅਤੇ ਮਿੱਟੀ। ਇਹ 2 ਤੱਤ ਹੀ ਰਹਿ ਜਾਣਗੇ ਅਨੰਤ। ਵੈਸੇ ਵੀ ਸਾਇੰਸ ਵਾਲੇ ਕਹਿੰਦੇ ਹਨ ਸਾਡੇ ਸਰੀਰ ਦੇ ਅੰਦਰ 80% ਪਾਣੀ ਹੈ। ਬਾਪੂ ਜੀ, ਹਾਂ ਬਹੁਤ ਪਾਣੀ ਹੈ, 70 ਤੋਂ 80% ਪਾਣੀ ਹੈ, 2/3 ਤੋਂ ਜ਼ਿਆਦਾ ਕਹਿੰਦੇ ਹਨ। ਇਸ ਕਰਕੇ ਜਲ ਤੱਤ ਯਾਨੀ ਪਾਣੀ ਦਾ ਤੱਤ ਅਤੇ ਪ੍ਰਿਥਵੀ ਤੱਤ ਯਾਨੀ ਮਿੱਟੀ ਤੱਤ ਦਾ ਆਤਮਾ ਤੇ ਭਾਰੀਪਨ ਹੁੰਦਾ ਹੈ। ਇਸ ਲਈ ਮਨੁੱਖ ਆਤਮਾ ਵਿਚਾਰੀ ਆਤਮ ਸਰੂਪ ਨੂੰ, ਆਤਮ ਗਿਆਨ ਨੂੰ, ਪਰਮਾਤਮਾ ਦੇ ਗਿਆਨ ਨੂੰ ਇਮਰਜ ਯਾਨੀ ਧਾਰਨ ਨਹੀਂ ਕਰ ਪਾਉਂਦੀ, ਸੁਣ ਨਹੀਂ ਪਾਉਂਦੀ ਅਤੇ ਫਿਰ ਸੰਸਾਰ ਤੇ ਮਾਇਆ ਵੀ ਹੈ, ਮਾਇਆ ਤੇ ਫਸ ਜਾਂਦੀ ਹੈ। ਇਸ ਕਰਕੇ ਪਿਛਲੇ ਹਰੇਕ ਜਨਮ ਦੇ ਹਿਸਾਬ ਕਿਤਾਬ ਯਾਨੀ ਕਰਮਾਂ ਦੇ ਲੇਖੇ ਜੋਖੇ ਜਿਸ ਤਰ੍ਹਾਂ ਦੇ ਹੁੰਦੇ ਹਨ, ਉਸੇ ਹਿਸਾਬ ਨਾਲ ਉਸ ਦਾ ਅੰਤਵਾਹਕ ਸਰੀਰ ਯਾਨੀ ਸੂਖਮ ਸਰੀਰ ਬਣਦਾ ਹੈ। ਪਰ ਮਨੁੱਖ ਆਤਮਾ ਜਦੋਂ ਜਿੰਦਾ ਹੁੰਦੀ ਹੈ ਯਾਨੀ ਜਦੋਂ ਮਨੁੱਖ ਜੀਵਿਤ ਹੁੰਦਾ ਹੈ ਤੇ ਉਦੋਂ ਆਪਣੇ ਜਨਮ ਉਹ ਜੀ ਰਿਹਾ ਹੈ, ਉਸ ਆਪਣੀ ਪੂਰੀ ਜ਼ਿੰਦਗੀ ਤੇ ਜਿਸ ਤਰ੍ਹਾਂ ਦੇ ਉਹ ਕਰਮ ਕਰਦਾ ਹੈ, ਉਸੇ ਹਿਸਾਬ ਨਾਲ ਉਸ ਦੀ ਅੰਤਮਤੀ ਸੋਗਤ ਯਾਨੀ ਉਸ ਦੇ ਅੰਤ ਸਮੇਂ ਤੇ ਵੈਸੇ ਹੀ ਉਸ ਦੇ ਵਿਚਾਰ ਹੁੰਦੇ ਹਨ। ਵਿਚਾਰਾਂ ਦੇ ਹਿਸਾਬ ਨਾਲ ਹੀ ਉਸ ਦੀ ਗਤ ਯਾਨੀ ਮਰਨ ਤੋਂ ਬਾਅਦ ਦੀ ਅਵਸਥਾ ਨਿਰਧਾਰਿਤ ਹੁੰਦੀ ਹੈ। ਆਤਮਾ ਜਦੋਂ ਸਰੀਰ ਛੱਡਦੀ ਹੈ, ਉਸ ਦੀ ਬੁੱਧ 'ਚ ਜੋ ਵਿਚਾਰ ਹੁੰਦੇ ਹਨ, ਉਸੇ ਹਿਸਾਬ ਨਾਲ ਉਸ ਦੀ ਗਤ ਸਦਗਤ ਯਾਨੀ ਮੁਕਤੀ ਜਾਂ ਦੁਰਗਤ ਹੁੰਦੀ ਹੈ। ਹੁਣ ਬਾਪੂ ਜੀ ਅਨੰਤ ਜੀ ਨੂੰ ਕਹਿੰਦੇ ਹਨ ਕਿ ਹੁਣ ਤੁਸੀਂ ਜੋ ਸਵਾਲ ਪੁੱਛਿਆ ਹੈ ਕਿ ਮਨੁੱਖ ਜੀਵਨ ਦਾ ਕੀ ਮਤਲਬ ਹੈ, ਮਨੁੱਖ ਕਿਉਂ ਬਣਦਾ ਹੈ, ਤੇ ਮੈਂ ਤੁਹਾਨੂੰ ਪਹਿਲੇ ਇਹ ਦੱਸਦਾ ਹਾਂ ਕਿ ਮਨੁੱਖ ਕਿਉਂ ਬਣਦਾ ਹੈ। ਸਭ ਤੋਂ ਪਹਿਲਾਂ ਸ਼ੁਰੂ ਤੇ ਪਰਮਾਤਮਾ ਯਾਨੀ ਬ੍ਰਹਮੰਡ ਦੇ ਮਾਲਿਕ ਸ਼ਿਵ ਨੇ ਫਰਿਸ਼ਤਿਆਂ ਦੀ ਦੁਨੀਆ ਬਣਾਈ ਸੀ, ਯਾਨੀ ਪਰਮਾਤਮਾ ਨੇ ਬਹੁਤ ਚੰਗੀ ਦੁਨੀਆ ਬਣਾਈ ਸੀ। ਕਈ ਲੋਕ ਇਹ ਗੀਤ ਗਾਉਂਦੇ ਹਨ ਅਤੇ ਕਹਿੰਦੇ ਹਨ ਨਾ, ਕਾਏ ਕੋ ਦੁਨੀਆ ਬਣਾਈ ਕਿਆ ਤੇਰੇ ਮਨ ਮੇ ਸਮਾਈ ਤੂੰ ਵੀ ਤੜਪਤਾ ਹੋਗਾ। ਜੋ ਅਗਿਆਨੀ ਲੋਕ ਹਨ ਉਹੀ ਕਹਿੰਦੇ ਹਨ ਕਿ ਤੂੰ ਹੀ ਸਭ ਕੁਝ ਕਰਦਾ ਹੈ, ਪਰ ਨਹੀਂ, ਪਰਮਾਤਮਾ ਤੇ ਚੰਗੀ ਦੁਨੀਆ ਬਣਵਾਉਂਦਾ ਹੈ। ਬ੍ਰਹਮਾ ਦੇ ਰਾਹੀਂ ਸ੍ਰਿਸ਼ਟੀ ਯਾਨੀ ਜਗਤ ਦੀ ਸਿਰਜਣਾ ਕਰਵਾਉਂਦਾ ਹੈ, ਵਿਸ਼ਨੂੰ ਦੇ ਰਾਹੀਂ ਪਾਲਣਾ ਅਤੇ ਸ਼ੰਕਰ ਦੇ ਰਾਹੀਂ ਵਿਨਾਸ਼ ਯਾਨੀ ਖਤਮ ਕਰਵਾਉਂਦਾ ਹੈ। ਸਭ ਤੋਂ ਪਹਿਲੇ ਮਲਟੀਪਲ ਫਰਿਸ਼ਤਿਆਂ ਨੇ ਯਾਨੀ ਬਹੁਗਿਣਤੀ 'ਚ ਫਰਿਸ਼ਤਿਆਂ ਨੇ ਸੰਕਲਪਾਂ ਦੇ ਰਾਹੀਂ ਸੰਸਾਰ ਦੀ ਰਚਨਾ ਕੀਤੀ। ਬੇਹਿਸਾਬ ਫਰਿਸ਼ਤੇ ਬਣੇ, ਫਿਰ ਫਰਿਸ਼ਤੇ ਵੀ ਡਿੱਗਦੇ ਗਏ ਯਾਨੀ ਉਹਨਾਂ ਦੇ ਵਿਚਾਰਾਂ ਤੇ ਵੀ ਹਲਕਾਪਨ ਆਉਂਦਾ ਗਿਆ ਅਤੇ ਉਹ ਨੀਚੇ ਡਿੱਗਦੇ ਗਏ। ਫਿਰ ਉਹ ਫਰਿਸ਼ਤਿਆਂ ਤੋਂ 3 ਤੱਤਾਂ ਤੇ ਆਏ ਯਾਨੀ ਦੇਵਤਾ ਬਣੇ। ਦੇਵਤਾ ਬਣ ਕੇ ਵੀ ਉਹਨਾਂ ਨੇ ਫਿਰ ਸ੍ਰਿਸ਼ਟੀ ਦੀ ਰਚਨਾ ਕੀਤੀ, ਬੇਹਿਸਾਬ ਰਚਨਾ ਕੀਤੀ। ਸੰਕਲਪਾਂ ਦੇ ਰਾਹੀਂ ਯਾਨੀ ਵਿਚਾਰਾਂ ਦੇ ਰਾਹੀਂ ਸ੍ਰਿਸ਼ਟੀ ਬਣਦੀ ਗਈ। ਉਦੋਂ ਫਿਰ ਸੰਸਾਰ ਦੀ ਬੇਹਿਸਾਬ ਰਚਨਾ ਕਰਨ ਕਰਕੇ ਉਹਨਾਂ ਦੀ ਸ਼ਕਤੀਆਂ ਤੇ ਘਾਟਾ ਹੁੰਦਾ ਗਿਆ ਤੇ ਹੌਲੀ-ਹੌਲੀ ਦੇਵਤਾ ਵੀ ਨੀਚੇ ਡਿੱਗਦੇ ਗਏ ਅਤੇ ਦੇਵਤੇ ਵੀ ਮਨੁੱਖ ਬਣ ਗਏ। ਹੁਣ ਬੇਹਿਸਾਬ ਵਕਤ ਤੋਂ ਮਨੁੱਖ ਬਣਦਾ ਜਾ ਰਿਹਾ ਹੈ। ਮਨੁੱਖ ਜੰਮਣ ਮਰਨ ਦੇ ਚੱਕਰਾਂ ਤੇ ਆਉਂਦਾ ਰਹਿੰਦਾ ਹੈ। ਹੁਣ ਮਾਇਆ ਇੰਨੀ ਜ਼ਬਰਦਸਤ ਪ੍ਰਭਾਵੀ ਹੈ ਕਿ ਮਨੁੱਖ ਆਤਮਾ ਹਮੇਸ਼ਾ ਵਿਕਾਰਾਂ ਤੇ ਫਸੀ ਰਹਿੰਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਫਸੀ ਰਹਿੰਦੀ ਹੈ। ਇਸ ਲਈ ਪਰਮਾਤਮਾ ਦਾ ਸੱਚਾ ਗਿਆਨ ਉਸਨੂੰ ਨਹੀਂ ਹੁੰਦਾ।
परमात्मा का सच्चा ज्ञान ना होने करके आत्मा तमो प्रधान यानी बुरे या विकारी प्रभावां वाली बन गई है। जदों आत्मा की रचना हुंदी है या आत्मा का जन्म हुंदा है, मतलब शरीर का जन्म नहीं, ते आत्मा का जन्म ते अज तो बेहिसाब वक्त पहला होया हुंदा है, क्योंकि आत्मा ते वख-वख वक्त ते वख-वख जगहां ते जन्म लैंदी है ना। वख-वख कैटागरी दियां आत्मावां हुंदियां हन। बापू जी कहते हैं कि मेरे पुराने वीडियोस ते आत्मावां दी वख-वख कैटागरी यानी श्रेणियां बारे मैं दसिया है। जिस आत्मा दी जो भी श्रेणी हुंदी है वो उसी हिसाब नाल जन्म लैंदी है। इस तरह वो अनेकां जन्म लैंदी है। आत्मा अनेकां जन्मां दे जम्मन मरण दे चक्करां ते आंदी रहिंदी है अते माया ते फस जांदी है। ते माया दी शक्ति तमो प्रधान है, यानी माया दी शक्ति विकारां तो भरी बुरे विचारां वाली हुंदी है। माया दी शक्ति विकारां वाली होण करके आत्मा भी विकारी अते बुरे विचारां वाली हो जाती है। पर जदों आत्मा का जन्म या रचना हुंदी है उदों आत्मा सत प्रधान यानी सच्चे ते पवित्र विचारां वाली हुंदी है। फिर हौली हौली अनेक जन्म लैंदे लैंदे ओह सतो रजो तमो यह तीन तरह के गुणां ते आंदी है। सतो यानी सच्चे अते पवित्र गुण, उस समय आत्मा प्रकाश स्वरूप ते हुंदी है। रजो यानी उदों आत्मा तीन तत्तां ते यानी देवता स्वरूप ते हुंदी है। तमो यानी मनुख स्वरूप, मतलब उदों आत्मा विकारां नाल भर जांदी है। इस तरह आत्मा की शक्ति हौली हौली घट हुंदी जांदी है। जदों आत्मा ते शक्ति घट जांदी है ते कहंदे हन ना कि देवते भी स्वर्ग तो नीचे उतर आंदे हन अते देवते भी मनुख बन जांदे हन। वो कहंदे हन ना कि इंद्र भी नीचे सुट दिंदा है ते कहंदा है देवतियां नूं कि जा तू मनुख बन जा। इस तरह आत्मा की पावर यानी शक्ति खत्म हो जाती है। मनुख बनना मतलब आत्मा ते शक्ति का घट हो जाना या खत्म हो जाना है। उसका तमो प्रधान बनना यानी विकारी बनना, जिसनों कहांगे कि आत्मा तमो प्रधान बन गई ते मनुख बन के जम्मन मरण के चक्करां ते आंदे आंदे आत्मा बहुत तमो प्रधान यानी विकारी अते बुरे विकारां वाली बन जाती है। फिर वह देह अते देह दे संबंधां दे विच फसी रहंदी है। जदों वह माया तो विकारां तो देह अते देह दे संबंधां तो दुख पाउंदी है, दुखी हुंदी है ते फिर परमात्मा नूं याद करती है। परमात्मा नूं याद करन करके फिर उसदे कोल परमात्मा का ज्ञान आंदा है। अनंत बापू जी, जो आत्मा उपरों दी नीचे आई देवता तो मनुख बनी, उसका देवता तो मनुख बनन दा मुख कारण की सी? उसका मकसद की सी कि उसने मजे करन लई मनुख जन्म लिया सी? बापू जी, नहीं, मजे लई ते नहीं, मजे ते उसनों पहला स्वर्ग लोक च नहीं सी। स्वर्ग लोक तो नीचे डिग्गी ते दूसरे लोक ते आई, फिर तीसरे धरती ते आण तो पहला आत्मावां दूसरे लोक ते आंदियां हन। वेखो देवता नीचे आंदे हन, मतलब जदों देवतावां दी शक्ति विच हल्कापन आंदा है ते ओह भी नीचे डिग जांदे हन अते दूसरे लोक तक आंदे हन। पर कई देवता पुरुषार्थ करके यानी त्याग तपस्या करके वापस तीसरे लोक ते चले जाते हैं। अनंत मतलब वह देवता मनुख बन के फिर योगी या संत की तरह जिंदगी बिता के वापस परमात्मा नूं याद करके फिर देवता ही बन सकते हैं। बापू जी, देवता बनन लई कई आत्मावां स्वर्ग लोक ते भी पुरुषार्थ यानी त्याग तपस्या करदियां हन, पर उन्हां नूं देवतावां दी पदवी नहीं चाहिदी हुंदी है। ਉਹ ਉਸ ਨੂੰ ਉੱਪਰ ਜਾਣਾ ਚਾਹੁੰਦੇ ਹਨ, ਤੀਸਰੇ ਲੋਕ ਤੋਂ ਵੀ ਉੱਪਰ ਜਾਣਾ ਚਾਹੁੰਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਦੇਵਤਾ ਵੀ ਮਾਇਆ ਤੇ ਫਸੇ ਹੁੰਦੇ ਹਨ। ਉਹਨਾਂ ਕੋਲ ਮਾਇਆ ਹੈ, ਬਲਕਿ ਦੇਵਤਾਵਾਂ ਕੋਲ ਮਹਾਮਾਇਆ ਹੈ। ਅਨੰਤ ਧਰਤੀ ਤੇ ਮਾਇਆ ਹੈ, ਪਰ ਦੇਵਤਾਵਾਂ ਕੋਲ ਮਹਾਮਾਇਆ ਹੈ। ਬਾਪੂ ਜੀ, ਧਰਤੀ ਤੇ ਮਾਇਆ ਹੈ, ਦੇਵਤਾਵਾਂ ਕੋਲ ਮਹਾਮਾਇਆ ਹੈ, पर जो आत्मावां सत प्रधान आत्मावां यानी सच्चे अते पवित्र गुणां वालियां आत्मावां हुंदियां हन, ओह स्वर्ग लोक ते भी यानी स्वर्ग दे सुख स्वर्ग दी माया ते नहीं रहना चाहुंदियां।
ਉਹ ਸਵਰਗ ਲੋਕ ਤੋਂ ਉੱਪਰ ਚੌਥੇ ਲੋਕ 'ਚ ਜਾਣ ਲਈ ਤਪ ਕਰਦੀਆਂ ਹਨ। ਸਵਰਗ ਲੋਕ ਤੇ ਵੀ ਚੌਥੇ ਲੋਕ ਤੇ ਜਾਣ ਲਈ ਸਾਈਡ ਜਾਨੀ ਇੱਕ ਪਾਸੇ ਇੱਕ ਰਸਤਾ ਹੁੰਦਾ ਹੈ। ਉੱਪਰ ਚੌਥੇ ਲੋਕ ਤੇ ਸਵਰਗ ਲੋਕ ਤੋਂ ਮਹਿਰ ਲੋਕ ਤੇ ਚਲੀਆਂ ਜਾਂਦੀਆਂ ਹਨ। ਫਿਰ ਮਹਰ ਲੋਕ, ਜਨ ਲੋਕ, ਤਪ ਲੋਕ, ਫਿਰ ਬ੍ਰਹਮਾਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ ਤੇ ਚਲੀਆਂ ਜਾਂਦੀਆਂ ਹਨ। ਫਿਰ ਸ਼ਿਵਪੁਰੀ ਤੋਂ ਅੱਗੇ ਪਰਮਧਾਮ ਤੇ ਚਲੀਆਂ ਜਾਂਦੀਆਂ ਹਨ। ਪਰ ਇਹਨਾਂ 7 ਪ੍ਰਧਾਨ ਆਤਮਾਵਾਂ ਕੋਲ ਜਿੱਥੇ ਜਿਹੜੇ ਵੀ ਲੋਕ ਤੇ ਜਾਣਾ ਹੈ ਉਸ ਲੋਕ ਤੱਕ ਜਾਣ ਦਾ ਗਿਆਨ ਹੋਣਾ ਚਾਹੀਦਾ। ਪਰ ਜੇਕਰ ਜਿੱਥੇ ਜਾਣਾ ਹੈ ਉਸ ਦਾ ਗਿਆਨ ਹੀ ਨਾ ਹੋਵੇ ਤਾਂ ਫਿਰ ਕਿੱਥੇ ਜਾਣਗੀਆਂ? ਇਹਨਾਂ ਲੋਕਾਂ ਤੇ ਜਾਣ ਦਾ ਗਿਆਨ ਸਿਰਫ ਮਨੁੱਖ ਜਨਮ ਤੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਕਹਿੰਦੇ ਹਨ ਨਾ ਕਿ ਮਨੁੱਖ ਜੀਵਨ ਬਹੁਤ ਬਹੁਮੁੱਲਾ ਜਾਨੀ ਕੀਮਤੀ ਹੈ। ਦੇਵਤਾ ਵੀ ਚਾਹੁੰਦੇ ਹਨ ਕਿ ਉਹ ਮਨੁੱਖ ਬਣਨ। ਇੱਕ ਮਨੁੱਖ ਜੀਵਨ ਹੀ ਹੈ ਜਿਸ 'ਚ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਮਨੁੱਖ ਜੀਵਨ ਤੇ ਜੋ ਆਤਮਾ ਨੂੰ ਗਿਆਨ ਮਿਲਦਾ ਹੈ ਉਹ ਗਿਆਨ ਸਿਰਫ ਆਤਮਾ ਨੂੰ ਸਵਰਗ ਲੋਕ ਤੱਕ ਹੀ ਨਹੀਂ, ਪਰਮਧਾਮ ਤੱਕ ਜਾਣ ਦਾ ਗਿਆਨ ਵੀ ਮਿਲ ਸਕਦਾ ਹੈ। ਮਨੁੱਖ ਜੀਵਨ ਤੇ ਆਤਮਾ ਨੂੰ ਉੱਚੇ ਤੋਂ ਉੱਚੇ ਲੋਕ ਜਾਣੀ ਪਰਮਧਾਮ ਜਾਣ ਦਾ ਗਿਆਨ, ਸ਼ਿਵ ਪਰਮਾਤਮਾ ਦਾ ਗਿਆਨ, ਇਸ ਤੋਂ ਵੀ ਅੱਗੇ ਮਹਾਸ਼ਿਵ ਦੇ ਕੋਲ ਗੈਲੈਕਸੀ 'ਚ ਜਾਣ ਦਾ ਗਿਆਨ ਹੋਣਾ ਚਾਹੀਦਾ ਹੈ। ਇਸ ਲਈ ਮਨੁੱਖ ਜੀਵਨ ਬੇਸ਼ਕੀਮਤੀ ਹੈ। ਜਦੋਂ ਮਨੁੱਖ ਆਤਮਾ ਕੋਲ ਇਹ ਗਿਆਨ ਹੁੰਦਾ ਹੈ ਤੇ ਮਨੁੱਖ ਆਤਮਾ ਚੰਗੇ ਕੰਮ ਕਰਦੀ ਹੈ, ਸਤਕਰਮ ਜਾਨੀ ਚੰਗੇ ਅਤੇ ਪਵਿੱਤਰ ਕੰਮ ਕਰਦੀ ਹੈ। ਤੇ ਜਦੋਂ ਆਤਮਾ ਸਤਕਰਮ ਜਾਨੀ ਸੱਚ ਦੀ ਰਾਹ ਤੇ ਤੁਰਦੀ ਹੈ, ਚੰਗੇ ਅਤੇ ਸੱਚੇ ਕੰਮ ਕਰਦੀ ਹੈ ਤੇ ਫਿਰ ਉੱਪਰ ਜਾਂਦੀ ਹੈ। ਅਨੰਤ। ਚਲੋ ਬਾਪੂ ਜੀ, ਹੁਣ ਅਸੀਂ ਬਹੁਤ ਆਮ ਸਵਾਲ ਤੋਂ ਅੱਗੇ ਵੱਧਦੇ ਹਾਂ ਕਿ ਆਤਮ ਹੱਤਿਆ ਕਰਨ ਵਾਲੇ ਖੂਨੀ, ਬਲਾਤਕਾਰੀ, ਜੋ ਮਹਾਪਾਪ ਕਰਨ ਵਾਲੇ ਹਨ, ਜੋ ਮੈਟੀਰੀਅਲ ਜਾਨੀ ਭੌਤਿਕ ਜਗਤ ਦੇ ਪਦਾਰਥਾਂ ਨਾਲ ਜੁੜੇ ਹਨ, ਜੋ ਸੰਸਾਰ 'ਚ ਲਾਲਚੀ ਲੋਕ ਜਾਂ ਆਤਮਾਵਾਂ ਹਨ, ਉਹਨਾਂ ਦਾ ਕੀ ਹਾਲ ਹੁੰਦਾ ਹੈ? ਬਾਪੂ ਜੀ ਵੇਖੋ, ਜੋ ਮਹਾਪਾਪੀ ਆਤਮਾ ਹੈ ਜਦੋਂ ਉਹ ਸਰੀਰ ਛੱਡਦੀ ਹੈ ਨਾ ਤੇ ਉਸ ਦੇ ਲਾਗੇ ਕੋਈ ਵੀ ਧਰਮ ਵਾਲੀ ਆਤਮਾ ਨਹੀਂ ਹੁੰਦੀ। ਜਿਸ ਤਰ੍ਹਾਂ ਤੇ ਪਹਿਲਾਂ ਕਹਿੰਦੇ ਸੀ ਕਿ ਮਰਨ ਤੋਂ ਬਾਅਦ ਧਰਮਰਾਜ ਆ ਕੇ ਲੈ ਜਾਂਦਾ ਹੈ ਜਾਂ ਉਸ ਦੇ ਦੂਤ ਜਾਨੀ ਜਮਦੂਤ ਆ ਕੇ ਲੈ ਜਾਂਦੇ ਸੀ, ਪਰ ਹੁਣ ਇਸ ਤਰ੍ਹਾਂ ਦਾ ਪ੍ਰਬੰਧ ਖਤਮ ਹੋ ਗਿਆ ਹੈ। ਪਹਿਲਾਂ ਇਹ ਪ੍ਰਬੰਧ ਸੀ, ਜਮਰਾਜ ਪਹਿਲਾਂ ਆਪਣੇ ਦੂਤ ਭੇਜ ਕੇ ਉਹਨੂੰ ਲੈ ਜਾਂਦਾ ਸੀ। ਜਮਦੂਤ ਤੋਂ ਬਾਅਦ ਉਹ ਆਤਮਾ ਚਿਤਰਗੁਪਤ ਕੋਲ ਪਹੁੰਚਦੀ ਸੀ ਤੇ ਫਿਰ ਚਿਤਰਗੁਪਤ ਉਸ ਦਾ ਖਾਤਾ ਖੋਲਦਾ ਸੀ ਤੇ ਉਸ ਦੇ ਪਾਪ ਪੁੰਨ ਦਾ ਹਿਸਾਬ ਦੱਸਦਾ ਸੀ। ਪਰ ਹੁਣ ਉਹ ਵਾਲਾ ਸਿਸਟਮ ਯਾਨੀ ਤਰੀਕਾ ਹੁਣ ਪੁਰਾਣਾ ਹੋ ਗਿਆ ਹੈ। ਹੁਣ ਤੇ ਆਟੋਮੈਟਿਕ ਸੁਪਰ ਕੰਪਿਊਟਰ ਯਾਨੀ ਹੁਣ ਸਭ ਹਿਸਾਬ ਉੱਤੇ ਵੀ ਕੰਪਿਊਟਰ ਦੇ ਰਾਹੀਂ ਹੁੰਦਾ ਹੈ ਅਤੇ ਆਤਮਾ ਤੇ ਵੀ ਰਿਕਾਰਡਿੰਗ ਯਾਨੀ ਕਰਮਾਂ ਦੇ ਹਿਸਾਬ ਕਿਤਾਬ ਦਾ ਜਮਾ ਖਾਤਾ ਹੁੰਦਾ ਹੈ। ਪਰ ਹੁਣ ਅੱਜ ਕੱਲ੍ਹ ਕੀ ਹੋ ਗਿਆ ਹੈ ਕਿ ਜਿਸ ਵੀ ਧਰਮ ਨੂੰ ਮੰਨਣ ਵਾਲੀ ਆਤਮਾ ਯਾਨੀ ਜੋ ਵੀ ਧਰਮ ਉਹ ਆਤਮਾ ਮੰਨਦੀ ਹੈ, ਉਸੇ ਧਰਮ ਦੀਆਂ ਆਤਮਾਵਾਂ ਉਸ ਨੂੰ ਸੂਖਮ ਜਗਤ ਤੇ ਲੈ ਜਾਂਦੀਆਂ ਹਨ, ਕਿਉਂਕਿ ਸੂਖਮ ਜਗਤ ਤੇ ਵੀ ਉਸੇ ਧਰਮ ਦੀਆਂ ਆਤਮਾਵਾਂ ਧਰਮਾਤਮਾਵਾਂ ਹੁੰਦੀਆਂ ਹਨ ਤੇ ਇਸ ਕਰਕੇ ਉਹ ਉਹਨੂੰ ਆ ਕੇ ਸੂਖਮ ਜਗਤ ਤੇ ਲੈ ਜਾਣਗੀਆਂ। ਪਰ ਜੋ ਮਹਾਪਾਪੀ ਆਤਮਾ ਹੈ, ਕਿਉਂਕਿ ਉਹ ਮਹਾਪਾਪੀ ਹੈ, ਇਸ ਕਰਕੇ ਉਸ ਦੇ ਨੇੜੇ ਕੋਈ ਵੀ ਕਿਸੇ ਵੀ ਧਰਮ ਦੀ ਆਤਮਾ ਨਹੀਂ ਹੁੰਦੀ ਹੈ। ਇਸ ਕਰਕੇ ਕੋਈ ਵੀ ਧਰਮ ਵਾਲੀ ਆਤਮਾ ਉਸ ਨੂੰ ਉੱਤੇ ਨਹੀਂ ਲੈ ਕੇ ਜਾਏਗੀ। ਅਨੰਤ। ਨਾਸਤਿਕ ਜਾਨੀ ਪਰਮਾਤਮਾ ਨੂੰ ਨਾ ਮੰਨਣ ਵਾਲੀ ਆਤਮਾ ਦਾ ਕੀ ਹੁੰਦਾ ਹੈ? ਬਾਪੂ ਜੀ ਉਹੀ ਜੋ ਮਹਾਪਾਪੀ ਆਤਮਾ ਦਾ ਹਾਲ ਹੁੰਦਾ ਹੈ। ਨਾਸਤਿਕ ਆਤਮਾ ਨੂੰ ਮਹਾਪਾਪੀ ਕੈਟਾਗਰੀ ਯਾਨੀ ਸ਼੍ਰੇਣੀ ਦੀ ਆਤਮਾਵਾਂ ਘੇਰ ਲੈਂਦੀਆਂ ਹਨ। ਜਿਸ ਤਰ੍ਹਾਂ ਹੀ ਨਾਸਤਿਕ ਜਾਂ ਪਰਮਾਤਮਾ ਨੂੰ ਨਾ ਮੰਨਣ ਵਾਲੀ ਆਤਮਾ ਸਰੀਰ ਛੱਡਦੀ ਹੈ, ਕਿਉਂਕਿ ਉਸ ਦੇ ਸਰੀਰ ਛੱਡਣ ਤੋਂ ਪਹਿਲਾਂ ਹੀ ਕਈ ਮਹਾਪਾਪੀ ਆਤਮਾਵਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਸਰੀਰ ਛੱਡਣ ਵਾਲੀ ਹੈ ਤੇ ਮਹਾਪਾਪੀ ਆਤਮਾਵਾਂ ਉਸ ਦੇ ਲਾਗੇ ਮੰਡਰਾਉਂਦੀਆਂ ਹਨ ਤੇ ਉਸ ਦੇ ਸਰੀਰ ਛੱਡਦੇ ਹੀ ਉਹ ਉਸ ਨੂੰ ਆਪਣੇ ਗਰੁੱਪ ਯਾਨੀ ਆਪਣੇ ਇਕੱਠ ਤੇ ਸ਼ਾਮਲ ਕਰ ਲੈਂਦੀਆਂ ਹਨ। ਮਹਾਪਾਪੀ ਆਤਮਾਵਾਂ ਤੇ ਧਰਤੀ ਦੇ ਨੇੜੇ ਹੀ ਰਹਿੰਦੀਆਂ ਹਨ, ਕਿਉਂਕਿ ਇਸ ਤੋਂ ਉੱਪਰ ਤੇ ਉਹ ਜਾ ਨਹੀਂ ਸਕਦੀਆਂ। ਅਨੰਤ।
ਆਪ ਜੀ ਨੇ 200 ਕਿਲੋਮੀਟਰ ਤੱਕ ਦੀ ਰੇਂਜ ਯਾਨੀ ਸੀਮਾ ਦੱਸੀ ਸੀ। ਕ੍ਰੋਸ ਯਾਨੀ ਉਸ ਸੀਮਾ ਨੂੰ ਉਹ ਲੰਘ ਨਹੀਂ ਸਕਦੀਆਂ। ਬਾਪੂ ਜੀ 200 ਕਿਲੋਮੀਟਰ ਤੇ ਇਹ ਆਤਮਾਵਾਂ ਨਹੀਂ ਜਾਂਦੀਆਂ। ਮਹਾਪਾਪੀ ਆਤਮਾਵਾਂ ਤੇ ਤੁਸੀਂ ਸਮਝੋ ਕਿ 20 ਕਿਲੋਮੀਟਰ ਤੱਕ ਉੱਪਰ ਨਹੀਂ ਜਾ ਸਕਦੀਆਂ, ਕਿਉਂਕਿ ਇੱਕ ਨਿਯਮ ਹੁੰਦਾ ਹੈ। ਕਿਉਂ ਨਹੀਂ ਜਾ ਸਕਦੀਆਂ? ਇਸ ਦਾ ਕਾਰਨ ਇਹ ਹੈ ਕਿ ਕੋਈ ਵੀ ਆਤਮਾ ਕਿੰਨਾ ਉੱਤੇ ਜਾ ਸਕਦੀ ਹੈ, ਇਸ ਦਾ ਇੱਕ ਬੇਸਿਕ ਯਾਨੀ ਮੂਲ ਪ੍ਰਿੰਸੀਪਲ ਯਾਨੀ ਨਿਯਮ ਹੈ। ਆਤਮਾ ਤੇ ਜਿੰਨੀ ਸ਼ਕਤੀ ਹੁੰਦੀ ਹੈ ਉਹ ਉਨੀ ਹੀ ਉੱਪਰ ਜਾ ਸਕਦੀ ਹੈ। ਕੋਈ 10 ਕਿਲੋਮੀਟਰ ਤੱਕ ਜਾ ਸਕਦੀ ਹੈ, ਕੋਈ 50 ਕਿਲੋਮੀਟਰ, ਕੋਈ 100 ਕਿਲੋਮੀਟਰ, ਕੋਈ 200 ਕਿਲੋਮੀਟਰ, ਕੋਈ 500 ਕਿਲੋਮੀਟਰ, ਕੋਈ 1000 ਕਿਲੋਮੀਟਰ। ਤੇ ਇਸ ਦਾ ਮੂਲ ਨਿਯਮ ਕੀ ਹੈ? ਆਤਮਾ ਤੇ ਸ਼ਕਤੀ ਕਿੱਥੋਂ ਆਉਂਦੀ ਹੈ? ਜੋ ਸੂਖਮ ਸਰੀਰ ਹਨ, ਯਾਨੀ ਆਤਮਾ ਦਾ ਸਰੀਰ 3 ਤੱਤਾਂ ਦਾ ਹੁੰਦਾ ਹੈ, ਯਾਨੀ ਆਕਾਸ਼, ਵਾਯੂ ਅਤੇ ਅਗਨ। ਅਤੇ ਜੋ ਮਹਾਪਾਪੀ ਆਤਮਾਵਾਂ ਹੁੰਦੀਆਂ ਹਨ ਉਹਨਾਂ ਦਾ ਵਾਯੂ ਤੱਤ ਭਾਰੀ ਹੁੰਦਾ ਹੈ, ਤੇ ਜਿਨ੍ਹਾਂ ਦਾ ਵਾਯੂ ਤੱਤ ਭਾਰੀ ਹੁੰਦਾ ਹੈ ਉਹ ਧਰਤੀ ਦੀ ਗ੍ਰੈਵਿਟੀ ਯਾਨੀ ਗੁਰਤਵਾਕਰਸ਼ਣ ਸ਼ਕਤੀ ਨੂੰ ਐਟਰੈਕਟ ਯਾਨੀ ਆਕਰਸ਼ਿਤ ਕਰਦਾ ਹੈ। ਇਸ ਲਈ ਉਹ ਉੱਪਰ ਨਹੀਂ ਜਾ ਸਕਦੀਆਂ। 10 ਕਿਲੋਮੀਟਰ ਤੱਕ ਨਹੀਂ ਜਾ ਸਕਦੀਆਂ। ਬਾਪੂ ਜੀ ਕਹਿੰਦੇ ਹਨ ਕਿ ਮੈਂ ਤੇ ਕਹਿੰਦਾ ਹਾਂ ਕਿ 1 ਕਿਲੋਮੀਟਰ ਤੱਕ ਵੀ ਨਹੀਂ ਜਾ ਸਕਦੀਆਂ। ਐਸੀ ਮਹਾਪਾਪੀ ਆਤਮਾਵਾਂ 1 ਕਿਲੋਮੀਟਰ ਤੱਕ ਵੀ ਨਹੀਂ ਜਾ ਸਕਦੀਆਂ। ਪਰ ਉਹਨਾਂ ਦੇ ਸੂਖਮ ਸਰੀਰ ਤੇ ਜੋ ਵਾਯੂ ਦਾ ਸਰੀਰ ਹੈ ਉਹ ਵਾਯੂ ਤੱਤ ਵਿਚਾਰ ਵਾਯੂ ਦਾ ਤੱਤ ਹੈ। ਮਤਲਬ ਵਿਚਾਰ ਇੰਨੇ ਭਾਰੀ ਹੋ ਜਾਂਦੇ ਹਨ ਕਿ ਉਸ ਦੀ ਵਜ੍ਹਾ ਤੋਂ ਉਸ ਦਾ ਸੂਖਮ ਸਰੀਰ ਤੁਰ ਹੀ ਨਹੀਂ ਸਕਦਾ। ਜਦੋਂ ਕੋਈ ਵੀ ਆਤਮਾ ਦਾ ਵਿਚਾਰ ਤਮੋ ਪ੍ਰਧਾਨ ਯਾਨੀ ਬੁਰਾ ਜਾਂ ਹਲਕੇ ਵਿਚਾਰਾਂ ਵਾਲਾ ਹੁੰਦਾ ਹੈ ਤੇ ਉਸ ਦਾ ਵਾਯੂ ਤੱਤ ਦਾ ਸਰੀਰ ਵਾਯੂ ਅਤੇ ਅਗਨ ਦੋਨਾਂ ਦਾ ਕੰਬੀਨੇਸ਼ਨ ਯਾਨੀ ਦੋਨਾਂ ਤੱਤਾਂ ਦੇ ਸੁਮੇਲ ਦਾ ਹੁੰਦਾ ਹੈ। ਤੇ ਇਹ ਦੋਨੋਂ ਤੱਤ ਜਿਸ ਤਰ੍ਹਾਂ ਦੇ ਗੁਣਾਂ ਦੇ ਹੁੰਦੇ ਹਨ, ਆਕਾਸ਼ ਤੱਤ ਵੀ ਇਹਨਾਂ ਦੀ ਤਰ੍ਹਾਂ ਦਾ ਹੀ ਹੋ ਜਾਂਦਾ ਹੈ, ਕਿਉਂਕਿ ਆਕਾਸ਼ ਤੱਤ ਵੀ ਇਹਨਾਂ ਦੋਨਾਂ ਦੇ ਗੁਣਾਂ ਦੀ ਪਾਲਣਾ ਕਰਦਾ ਹੈ। ਤੇ ਇਸ ਤਰ੍ਹਾਂ ਇਹ ਤਿੰਨੋਂ ਤੱਤ ਭਾਰੀ ਹੋ ਜਾਂਦੇ ਹਨ ਅਤੇ ਤਿੰਨੋਂ ਤੱਤਾਂ ਦਾ ਸਰੀਰ ਬਹੁਤ ਭਾਰੀ ਹੋ ਜਾਂਦਾ ਹੈ। ਅਨੰਤ ਤੇ ਬਾਪੂ ਜੀ ਜਿਸ ਤਰ੍ਹਾਂ ਬਹੁਤ ਮੋਟਾ ਬੰਦਾ 500 ਕਿਲੋ ਦਾ ਬੰਦਾ ਤੁਰ ਨਹੀਂ ਸਕਦਾ ਹੈ, ਉਸੇ ਤਰ੍ਹਾਂ ਉਹ ਆਤਮਾਵਾਂ ਦੇ ਅੰਦਰ ਵਿਚਾਰ ਇੰਨੇ ਨੈਗੇਟਿਵ ਯਾਨੀ ਨਕਾਰਾਤਮਕ ਆ ਜਾਂਦੇ ਹਨ ਕਿ ਉਸ ਦਾ ਸੂਖਮ ਸਰੀਰ ਭਾਰੀ ਹੋ ਜਾਂਦਾ ਹੈ ਅਤੇ ਉਹ ਵੀ ਅੱਗੇ ਟਰੈਵਲ ਯਾਨੀ ਯਾਤਰਾ ਨਹੀਂ ਕਰ ਸਕਦਾ। ਬਾਪੂ ਜੀ ਜ਼ਿਆਦਾ ਸਪੀਡ ਮਤਲਬ ਗਤ ਨਹੀਂ ਹੋਏਗੀ। ਜਿਸ ਤਰ੍ਹਾਂ ਮਨੁੱਖ ਸਰੀਰ ਭਾਰੀ ਹੁੰਦਾ ਹੈ ਤੇ ਜ਼ਿਆਦਾ ਤੇਜ਼ੀ ਨਾਲ ਨਹੀਂ ਤੁਰ ਸਕਦਾ ਹੈ, ਉਸੇ ਤਰ੍ਹਾਂ ਸੂਖਮ ਸਰੀਰ ਭਾਰੀ ਹੋਣ ਕਰਕੇ ਉਹ ਆਤਮਾ ਘਰ ਤੋਂ ਮੰਦਰ, ਮੰਦਰ ਤੋਂ ਘਰ, ਇਸ ਦੇ ਲਾਗੇ ਲਾਗੇ ਹੀ ਘੁੰਮਦੀ ਰਹਿੰਦੀ ਹੈ। ਇਸ ਤੋਂ ਉੱਪਰ 1 ਕਿਲੋਮੀਟਰ ਤੱਕ ਵੀ ਨਹੀਂ ਜਾ ਸਕਦੀ। 500 ਕਿਲੋਮੀਟਰ ਜਾਂ ਉਸ ਦੇ ਅੱਧ ਤੱਕ ਵੀ ਉੱਤੇ ਨਹੀਂ ਜਾ ਸਕਦੀ। ਕਹਿਣ ਦਾ ਮਤਲਬ ਇਹ ਹੈ ਕਿ ਉਹ ਆਤਮਾ ਉੜ ਨਹੀਂ ਸਕਦੀ। ਅੰਤ ਤੇ ਉਸ ਦੀ ਦੁਰਗਤ ਹੁੰਦੀ ਹੈ। ਅਨੰਤ ਬਾਪੂ ਜੀ ਸੂਖਮ ਸਰੀਰ ਦੀ ਤੇ ਬਹੁਤ ਸਪੀਡ ਯਾਨੀ ਗਤੀ ਹੁੰਦੀ ਹੈ ਨਾ, ਉਸ ਤੇ ਮਨ ਦੀ ਗਤੀ ਹੁੰਦੀ ਹੈ ਨਾ। ਬਾਪੂ ਜੀ ਪਰ ਜਿਨ੍ਹਾਂ ਆਤਮਾਵਾਂ ਦਾ ਸੂਖਮ ਸਰੀਰ ਭਾਰੀ ਹੁੰਦਾ ਹੈ ਉਹਨਾਂ ਦੀ ਸਪੀਡ ਯਾਨੀ ਗਤੀ ਨਹੀਂ ਹੁੰਦੀ ਹੈ। ਜੋ ਆਤਮਾਵਾਂ ਚੰਗੀਆਂ ਆਤਮਾਵਾਂ ਹੁੰਦੀਆਂ ਹਨ ਉਹਨਾਂ ਦੀ ਗਤੀ ਹੀ ਮਨ ਦੀ ਗਤੀ ਹੁੰਦੀ ਹੈ। ਜਿਨ੍ਹਾਂ ਆਤਮਾਵਾਂ ਤੇ ਕਰਮਾਂ ਦਾ ਬੋਝ ਘੱਟ ਹੋਵੇ, ਚੰਗੀਆਂ ਆਤਮਾਵਾਂ ਹੋਣ, ਚੰਗੇ ਕਰਮ ਕੀਤੇ ਹੋਣ, ਤੇ ਉਹਨਾਂ ਆਤਮਾਵਾਂ ਤੇ ਕਰਮਾਂ ਦਾ ਬੋਝ ਘੱਟ ਹੁੰਦਾ ਹੈ, ਪਾਪ ਘੱਟ ਹੁੰਦਾ ਹੈ। ਕਹਿੰਦੇ ਹਨ ਨਾ ਕਿ ਆਤਮਾ ਪੁੰਨ ਵਾਲੀ ਹੈ ਤੇ ਉਸ ਆਤਮਾ ਦਾ ਸੂਖਮ ਸਰੀਰ ਵੀ ਚੰਗਾ ਹੁੰਦਾ ਹੈ। ਇਸ ਲਈ ਉਹ 1 ਕਿਲੋਮੀਟਰ, 2 ਕਿਲੋਮੀਟਰ, 5 ਕਿਲੋਮੀਟਰ ਤੱਕ ਜਾ ਸਕਦੀ ਹੈ। ਇਸ ਤੋਂ ਜ਼ਿਆਦਾ ਉੱਪਰ ਜਾਣ ਲਈ ਬਹੁਤ ਪੁਰਸ਼ਾਰਥ ਯਾਨੀ ਤਿਆਗ ਤਪੱਸਿਆ ਕਰਨੀ ਪੈਂਦੀ ਹੈ। ਅਨੰਤ ਤੇ ਬਾਪੂ ਜੀ ਜਿਸ ਤਰ੍ਹਾਂ ਭਾਰੀ ਸੂਖਮ ਸਰੀਰ ਵਾਲੀ ਆਤਮਾ ਉੱਤੇ ਨਹੀਂ ਜਾ ਸਕਦੀ, ਪਰ ਉਹ ਮਰੀ ਹੋਈ ਆਤਮਾ ਅਮਰੀਕਾ ਜਾ ਸਕਦੀ ਹੈ ਜਾਂ ਨਹੀਂ? ਬਾਪੂ ਜੀ ਬਹੁਤ ਹਾਈ ਕੁਆਲਿਟੀ ਯਾਨੀ ਉੱਚੇ ਗੁਣਾਂ ਵਾਲੀ ਆਤਮਾਵਾਂ ਹੀ ਟਰੈਵਲ ਯਾਨੀ ਯਾਤਰਾ ਕਰ ਸਕਦੀਆਂ ਹਨ। ਅਨੰਤ ਜ਼ਮੀਨ ਦੇ ਉੱਪਰ ਵੀ ਯਾਤਰਾ ਨਹੀਂ ਕਰ ਸਕਦੀ। ਬਾਪੂ ਜੀ ਕਈ ਆਤਮਾਵਾਂ ਜੋ ਕਿ ਘੋਰ ਮਹਾਪਾਪੀ ਆਤਮਾਵਾਂ ਹਨ, ਜਿਨ੍ਹਾਂ ਨੂੰ ਅਸੀਂ ਭੂਤ ਪਿਸ਼ਾਚ
ਕਹਿੰਦੇ ਹਾਂ ਉਹ ਜ਼ਮੀਨ ਦੇ ਉੱਪਰ ਵੀ ਜ਼ਿਆਦਾ ਟਰੈਵਲ ਯਾਨੀ ਯਾਤਰਾ ਨਹੀਂ ਕਰ ਸਕਦੀਆਂ ਹਨ। ਜ਼ਿਆਦਾ ਯਾਤਰਾ ਕਰਨ ਤੇ ਉਹਨਾਂ ਨੂੰ ਵਕਤ ਲੱਗਦਾ ਹੈ ਕਿਉਂਕਿ ਉਹਨਾਂ ਦੀ ਆਤਮਾ ਦੀ ਸ਼ਕਤੀ ਨਹੀਂ ਹੈ ਅਤੇ ਸੂਖਮ ਸਰੀਰ ਭਾਰੀ ਹੈ। ਇਸ ਕਰਕੇ ਉਹਨਾਂ ਤੇ ਸਪੀਡ ਯਾਨੀ ਗਤੀ ਨਹੀਂ ਆਉਂਦੀ ਹੈ, ਜਾ ਨਹੀਂ ਸਕਦੀਆਂ ਹਨ, ਪਰ ਹੌਲੀ ਹੌਲੀ ਫਿਰ ਥੱਕ ਜਾਣਗੀਆਂ। ਪਰ ਜ਼ਿਆਦਾਤਰ ਇਹੋ ਜਿਹੀਆਂ ਆਤਮਾਵਾਂ ਘਰ ਵਿੱਚ ਹੀ ਬੈਠੀਆਂ ਰਹਿੰਦੀਆਂ ਹਨ ਜਾਂ ਉਹਨਾਂ ਦੇ ਗਰੁੱਪ ਯਾਨੀ ਇਕੱਠ ਹੁੰਦੇ ਹਨ ਜਿਹੜੇ ਕਿ ਉਹਨਾਂ ਦੀ ਤਰ੍ਹਾਂ ਦੇ ਹੀ ਤਮੋ ਪ੍ਰਧਾਨ ਯਾਨੀ ਬੁਰੇ ਵਿਚਾਰਾਂ ਵਾਲੀਆਂ ਆਤਮਾਵਾਂ ਦੇ ਹੁੰਦੇ ਹਨ। ਜਿਸ ਤਰ੍ਹਾਂ ਕਿ ਸ਼ਰਾਬ ਦੇ ਅੱਡੇ ਹਨ, ਮਰਨ ਤੋਂ ਬਾਅਦ ਸ਼ਰਾਬ ਪੀਣ ਵਾਲੀ ਆਤਮਾਵਾਂ ਸ਼ਰਾਬੀਆਂ ਦੇ ਅੱਡੇ ਤੇ ਚਲੀਆਂ ਜਾਣਗੀਆਂ। ਉੱਥੇ ਸ਼ਰਾਬ ਪੀਣ ਵਾਲਿਆਂ ਦੇ ਅੰਦਰ ਪ੍ਰਵੇਸ਼ ਕਰਕੇ ਯਾਨੀ ਸਮਾ ਕੇ ਸ਼ਰਾਬ ਪੀਣਗੀਆਂ ਅਤੇ ਜੋ ਉਲਟੇ ਕੰਮ ਕਰਨ ਵਾਲੀਆਂ ਆਤਮਾਵਾਂ ਹਨ ਉਹ ਉਲਟੀ ਜਗ੍ਹਾਵਾਂ ਤੇ ਜਾਣਗੀਆਂ। ਆਨੰਦ ਬਾਪੂ ਜੀ, ਮੈਂ ਕਈ ਵਾਰ ਸੁਣਿਆ ਅਤੇ ਵੀਡੀਓਜ਼ 'ਚ ਵੇਖਿਆ ਵੀ ਹੈ ਕਿ ਕਿਸੇ ਪੇੜ ਜਾਂ ਦਰਖਤ ਦੇ ਕੋਲ ਸ਼ਰਾਬ ਦੀਆਂ ਬੋਤਲਾਂ ਚੜਾਈਆਂ ਜਾਂਦੀਆਂ ਹਨ, ਕਿਸੇ ਦਰਖਤ ਦੇ ਕੋਲ ਜਾ ਕੇ ਸਿਗਰਟਾਂ ਚੜਾਈਆਂ ਜਾਂਦੀਆਂ ਹਨ ਅਤੇ ਉੱਥੇ ਲਿਖਿਆ ਵੀ ਹੁੰਦਾ ਹੈ ਕਿ ਇੱਥੇ ਸਿਗਰਟ ਜਾਂ ਸ਼ਰਾਬ ਚੜਾਉਣ ਨਾਲ ਤੁਹਾਡੀ ਮੰਗ ਪੂਰੀ ਹੋਏਗੀ। ਤੇ ਇਸ ਤਰ੍ਹਾਂ ਦੀਆਂ ਜੋ ਗੱਲਾਂ ਹਨ ਉਹਨਾਂ ਦੇ ਬਾਰੇ ਤੇ ਆਪ ਜੀ ਦੱਸੋ। ਬਾਪੂ ਜੀ, ਜਿਸ ਤਰ੍ਹਾਂ ਕਿ ਕਿਸੇ ਦਰਖਤ ਦੇ ਨੀਚੇ ਜਾਂ ਕਿਸੇ ਜਗ੍ਹਾ ਤੇ ਤੁਹਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਹਨ ਕਿ ਤੁਸੀਂ ਇੱਥੇ ਦੇਸੀ ਦਾਰੂ ਚੜਾਓ ਜਾਂ ਇੰਗਲਿਸ਼ ਦਾਰੂ ਚੜਾਓ ਜਾਂ ਤੰਬਾਕੂ ਜਾਂ ਸਿਗਰਟ ਚੜਾਓ, ਤੇ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਚੜਾਉਣ ਨਾਲ ਤੁਹਾਡੀ ਮੰਗ ਪੂਰੀ ਹੁੰਦੀ ਹੈ? ਕਿਉਂਕਿ ਉੱਥੇ ਕੁਝ ਗਰੁੱਪ ਜਾਂ ਇਕੱਠ ਦੀਆਂ ਆਤਮਾਵਾਂ ਰਹਿੰਦੀਆਂ ਹਨ, 100-200 ਗਰੁੱਪ ਦੀਆਂ ਇਸ ਤਰ੍ਹਾਂ ਦੀਆਂ ਆਤਮਾਵਾਂ ਹੁੰਦੀਆਂ ਹਨ ਜੋ ਜਦੋਂ ਉਹ ਮਨੁੱਖ ਸੀਗਾ ਤੇ ਜੋ ਉਹਨਾਂ ਦੀਆਂ ਆਦਤਾਂ ਸੀਗੀਆਂ ਉਹਨਾਂ ਨੂੰ ਉਹ ਪੂਰੀਆਂ ਕਰਨ ਲਈ ਮਨੁੱਖਾਂ ਤੋਂ ਵਸਤੂਆਂ ਜਾਂ ਪਦਾਰਥਾਂ ਦੀਆਂ ਮੰਗ ਕਰਦੀਆਂ ਹਨ। ਤੇ ਜੇ ਕੋਈ ਮਨੁੱਖ ਦਾਰੂ ਚੜਾਉਂਦਾ ਹੈ ਤੇ ਉਹ 150 ਆਤਮਾਵਾਂ ਉਸ ਦੇ ਕੋਲ ਜਾ ਕੇ ਉਸ ਮਨੁੱਖ ਦੀ ਥੋੜੀ ਬਹੁਤੀ ਮਦਦ ਕਰ ਦਿੰਦੀਆਂ ਹਨ। ਪਰ ਇਸ ਤਰ੍ਹਾਂ ਦੀਆਂ ਆਤਮਾਵਾਂ ਬਸ ਥੋੜੀ ਬਹੁਤੀ ਹੀ ਮਦਦ ਕਰ ਸਕਦੀਆਂ ਹਨ, ਜ਼ਿਆਦਾ ਨਹੀਂ ਕਰ ਸਕਦੀਆਂ। ਆਨੰਦ ਬਾਪੂ ਜੀ, ਇਸ ਤਰ੍ਹਾਂ ਦੀਆਂ ਜੋ ਆਤਮਾਵਾਂ ਹਨ ਜੋ ਪੇੜਾਂ ਜਾਂ ਦਰਖਤਾਂ ਤੇ ਰਹਿੰਦੀਆਂ ਹਨ ਤੇ ਜਿਨ੍ਹਾਂ ਨੂੰ ਲੋਕੀ ਸੱਚੀ ਮੁੱਚੀ ਜਾਂ ਅਸਲੀਅਤ 'ਚ ਇਹ ਸਭ ਚੀਜ਼ਾਂ ਚੜਾਉਂਦੇ ਹਨ ਤੇ ਉਹਨਾਂ ਲੋਕਾਂ ਨੂੰ ਕੁਝ ਫਾਇਦਾ ਹੋਏਗਾ? ਬਾਪੂ ਜੀ, ਮੈਂ ਸਮਝਦਾ ਹਾਂ ਕਿ ਇਹੋ ਜਿਹੀਆਂ ਆਤਮਾਵਾਂ ਜੋ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਪਦਾਰਥਾਂ ਦੀਆਂ ਮੰਗਾਂ ਕਰਦੀਆਂ ਹਨ ਉਹਨਾਂ ਨੂੰ ਅਸੀਂ ਭੂਤ ਪ੍ਰੇਤ ਕਵਾਂਗੇ। ਐਸੀ ਆਤਮਾਵਾਂ ਪਿਸ਼ਾਚ ਵਰਗੀਆਂ ਆਤਮਾਵਾਂ ਹਨ ਜੋ ਕਿ ਦਾਰੂ ਪੀਂਦੀਆਂ ਹਨ, ਸਿਗਰਟ ਪੀਂਦੀਆਂ ਹਨ, ਹੋਰ ਜੋ ਵੀ ਵਾਸ਼ਨਾਵਾਂ ਹਨ ਉਹ ਪੂਰੀਆਂ ਕਰਦੀਆਂ ਹਨ। ਵਾਸ਼ਨਾਵਾਂ ਨਾਲ ਭਰੀਆਂ ਹੋਈਆਂ ਆਤਮਾਵਾਂ 'ਚ ਪਾਵਰ ਯਾਨੀ ਸ਼ਕਤੀ ਹੀ ਨਹੀਂ ਹੁੰਦੀ ਹੈ ਤੇ ਉਹ ਦੂਸਰਿਆਂ ਦੀ ਮਦਦ ਕੀ ਕਰਨਗੀਆਂ? ਆਨੰਦ, ਇਹ ਤੇ ਬਾਪੂ ਜੀ ਲੋਕਾਂ ਦੇ ਬਹੁਤ ਵੱਡੀ ਸੁਣਨ ਵਾਲੀ ਗੱਲ ਹੈ। ਲੋਕੀ ਅਗਿਆਨੀ ਹਨ, ਉੱਥੇ ਦਾਰੂ ਚੜਾਉਂਦੇ ਹਨ, ਸਿਗਰਟ ਚੜਾਉਂਦੇ ਹਨ, ਇਹ ਨਹੀਂ ਸਮਝਦੇ ਕਿ ਜਿਨ੍ਹਾਂ ਨੂੰ ਤੁਸੀਂ ਪਦਾਰਥ ਚੜਾ ਰਹੇ ਹੋ ਉਹ ਤੇ ਆਪ ਭੁੱਖਾ ਬੈਠਾ ਹੈ, ਤੁਹਾਡੀ ਕੀ ਮਦਦ ਕਰੇਗਾ? ਬਾਪੂ ਜੀ, ਵਾਸ਼ਨਾਵਾਂ ਨਾਲ ਭਰੀਆਂ ਹੋਈਆਂ ਆਤਮਾਵਾਂ ਮਤਲਬ ਜੋ ਪਦਾਰਥਾਂ ਦੀਆਂ ਮੰਗਾਂ ਕਰਦੀਆਂ ਹਨ, ਕਹਿੰਦੀਆਂ ਹਨ ਮੈਨੂੰ ਇਹ ਚਾਹੀਦਾ, ਇਹ ਚਾਹੀਦਾ, ਕਿਉਂਕਿ ਜਦੋਂ ਉਹ ਮਨੁੱਖ ਸਰੀਰ ਤੇ ਸਨ ਉਦੋਂ ਉਹਨਾਂ ਦੀਆਂ ਵਾਸ਼ਨਾਵਾਂ ਅਧੂਰੀਆਂ ਰਹਿ ਗਈਆਂ ਸਨ ਤੇ ਉਹ ਭੂਤ ਪ੍ਰੇਤ ਬਣ ਕੇ ਕਿਸੇ 'ਚ ਪ੍ਰਵੇਸ਼ ਕਰਕੇ ਆਪਣੀਆਂ ਵਾਸ਼ਨਾਵਾਂ ਪੂਰੀਆਂ ਕਰਦੇ ਹਨ। ਬਾਪੂ ਜੀ ਇੱਕ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ ਕਿ ਕਈਆਂ ਦੇ ਭੂਤ ਪ੍ਰੇਤ ਪ੍ਰਵੇਸ਼ ਕਰਕੇ ਕਹਿੰਦੇ ਹਨ ਮੈਨੂੰ ਦਾਰੂ ਦੇ, ਮੈਨੂੰ ਖਵਾ ਤੇ ਮੈਂ ਚਲੀ ਜਾਵਾਂਗੀ। ਉਹ ਆਤਮਾ ਚਲੀ ਜਾਏ ਇਸ ਕਰਕੇ ਲੋਕੀ ਉਸ ਨੂੰ ਖਵਾਉਂਦੇ ਹਨ। ਮੈਂ ਆਪਣੀ ਨਜ਼ਰਾਂ ਦੇ ਸਾਹਮਣੇ ਇਸ ਤਰ੍ਹਾਂ ਕਰਦੇ ਕਈ ਆਤਮਾਵਾਂ ਨੂੰ ਵੇਖਿਆ ਹੈ। ਇੱਕ ਵਾਰ ਇੱਕ ਨੌਨ ਵੈਜ ਯਾਨੀ ਵੈਸ਼ਨੋ ਬ੍ਰਾਹਮਣ ਸੀ, ਉਸ 'ਚ ਭੂਤ ਪ੍ਰਵੇਸ਼ ਕਰ ਗਿਆ। ਉਹ ਭੂਤ ਇੱਕ ਮੁਸਲਮਾਨੀ ਭੂਤ ਸੀ ਤੇ ਉਹ ਭੂਤ ਕਹਿਣ ਲੱਗਾ ਕਿ ਮੈਂ ਨੌਨ ਵੈਜ ਯਾਨੀ ਮਾਸ ਮੱਛੀ ਖਾਣਾ ਹੈ ਤੇ ਉਹ ਬ੍ਰਾਹਮਣ ਸੀ। ਪਰ ਹੁਣ ਘਰ ਵਾਲੇ ਕੀ ਕਰਨਗੇ? ਭੂਤ ਨੂੰ ਕੱਢਣ ਵਾਲਾ ਜਿਹੜਾ ਸੀ ਉਸਨੇ ਕਿਹਾ ਕਿ ਜਦੋਂ ਤੱਕ ਤੁਸੀਂ ਇਸ ਨੂੰ ਮਾਸ ਖਵਾਓਗੇ ਨਹੀਂ ਉਦੋਂ ਤੱਕ ਇਹ ਜਾਏਗਾ ਹੀ ਨਹੀਂ। ਤੇ ਫਿਰ ਉਸ ਬ੍ਰਾਹਮਣ ਨੂੰ ਬੜੀ ਮੁਸ਼ਕਲ ਨਾਲ ਨੌਨ ਵੈਜ ਖਵਾਉਣਾ ਪਿਆ ਤੇ ਉਹ ਇੰਨਾ ਨੌਨ ਵੈਜ ਖਾ ਗਿਆ, ਉਹ ਪਤਲਾ ਜਿਹਾ ਸੀ, ਆਪਣੇ ਵਜਨ ਜਿੰਨਾ ਖਾ ਗਿਆ।
ਅੱਗੇ ਬਾਪੂ ਜੀ ਦੱਸਦੇ ਹਨ ਕਿ ਮੈਨੂੰ ਛੋਟੇ ਹੁੰਦਿਆਂ ਤੋਂ ਹੀ ਬਹੁਤ ਸ਼ੌਕ ਸੀ ਭੂਤ ਪ੍ਰੇਤ ਵੇਖਣ ਦਾ। ਪਿੰਡ 'ਚ ਜਿੱਥੇ ਭੂਤ ਪ੍ਰੇਤ ਕੱਢਦੇ ਹਨ ਜਾਂ ਉਹਨਾਂ ਨੂੰ ਬੁਲਾਉਂਦੇ ਹਨ ਉੱਥੇ ਚਲਾ ਜਾਂਦਾ ਸੀ। ਗੁਜਰਾਤ 'ਚ ਉਹਨਾਂ ਨੂੰ ਡਾਕਲੇ ਵਸਦੇ ਹਨ ਕਹਿੰਦੇ ਹਨ। ਉੱਥੇ ਭੂਤਾਂ ਨੂੰ ਪ੍ਰਵੇਸ਼ ਕਰਾ ਕੇ ਉਹਨਾਂ ਕੋਲੋਂ ਪੁੱਛਦੇ ਸਨ, ਪਰ ਭੂਤ ਪ੍ਰੇਤ ਵੀ ਝੂਠੇ ਹੁੰਦੇ ਹਨ, ਬਹੁਤ ਝੂਠ ਬੋਲਦੇ ਹਨ। ਆਨੰਦ, ਜੋ ਇਨਸਾਨ ਜਦੋਂ ਜਿੰਦਾ ਹੁੰਦਾ ਹੈ ਤੇ ਝੂਠ ਬੋਲਦਾ ਹੈ ਤੇ ਮਰਨ ਤੋਂ ਬਾਅਦ ਤੇ ਝੂਠਾ ਹੀ ਬਣੇਗਾ ਨਾ। ਬਾਪੂ ਜੀ, ਤੇ ਮਹਾ ਝੂਠੀ ਮਹਾਪਾਪੀ ਆਤਮਾ ਦੀ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਉਹ ਆਤਮਾਵਾਂ ਆਪਣੀਆਂ ਅਧੂਰੀ ਵਾਸ਼ਨਾਵਾਂ ਪੂਰੀਆਂ ਕਰਨ ਲਈ ਦੂਸਰਿਆਂ 'ਚ ਪ੍ਰਵੇਸ਼ ਕਰਦੀਆਂ ਹਨ ਅਤੇ ਫਿਰ ਦੂਸਰਿਆਂ 'ਚ ਪ੍ਰਵੇਸ਼ ਕਰਕੇ ਉਲਟੇ ਪੁਲਟੇ ਕੰਮ ਕਰਦੀਆਂ ਹਨ। ਅੱਜ ਕੱਲ੍ਹ ਜੋ ਨੈਗੇਟਿਵ ਯਾਨੀ ਨਕਾਰਾਤਮਕ ਜੋ ਕੰਮ ਹੋ ਰਹੇ ਹਨ, ਜਿਸ ਤਰ੍ਹਾਂ ਕਿ ਰੇਪ ਯਾਨੀ ਬਲਾਤਕਾਰ ਹੋ ਰਹੇ ਹਨ, 80 ਸਾਲ ਦੇ ਬੁੱਢੇ 'ਚ ਪ੍ਰਵੇਸ਼ ਕਰਕੇ ਛੋਟੀ ਬੱਚੀਆਂ ਨਾਲ ਰੇਪ ਕਰਦੇ ਹਨ। ਤੇ ਇਹ ਕੌਣ ਕਰਦਾ ਹੈ? ਇੱਕ ਦੂਸਰੇ 'ਚ ਪ੍ਰਵੇਸ਼ ਕਰਕੇ ਹੀ ਇਸ ਤਰ੍ਹਾਂ ਕਰਦੇ ਹਨ ਨਾ। ਪਰ ਅੱਜ ਕੱਲ੍ਹ ਦੁਨੀਆ ਸਮਝ ਨਹੀਂ ਪਾਉਂਦੀ ਹੈ ਨਾ। ਆਨੰਦ, ਬਾਪੂ ਜੀ, ਜਿਨ੍ਹਾਂ ਲੋਕਾਂ ਦੀ ਐਕਸੀਡੈਂਟ ਯਾਨੀ ਦੁਰਘਟਨਾ ਤੇ ਮੌਤ ਹੋਈ ਹੁੰਦੀ ਹੈ ਉਹਨਾਂ ਦਾ ਕੀ ਹੁੰਦਾ ਹੈ? ਬਾਪੂ ਜੀ, ਅੰਤਮਤੀ ਸੋਗਤੀ, ਮਤਲਬ ਅੰਤ ਵੇਲੇ ਤੇ ਜੋ ਮਤ 'ਚ ਜਾਂ ਬੁੱਧ 'ਚ ਜੋ ਵਿਚਾਰ ਹੁੰਦੇ ਹਨ ਉਸੇ ਹਿਸਾਬ ਨਾਲ ਗਤ ਹੁੰਦੀ ਹੈ, ਭਾਵੇਂ ਅਚਾਨਕ ਹੀ ਮੌਤ ਹੋਈ ਹੋਵੇ। ਬਾਪੂ ਜੀ ਅਨੰਤ ਜੀ ਨੂੰ ਕਹਿੰਦੇ ਹਨ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਐਕਸੀਡੈਂਟ ਵੀ ਕੌਣ ਕਰਵਾਉਂਦਾ ਹੈ? ਐਕਸੀਡੈਂਟ ਵੀ ਨੈਚੁਰਲ ਯਾਨੀ ਕੁਦਰਤੀ ਨਹੀਂ ਹੁੰਦੇ। ਜੇਕਰ ਕਰਮਾਂ ਦੇ ਹਿਸਾਬ ਨਾਲ ਮਨੁੱਖ ਦਾ ਐਕਸੀਡੈਂਟ ਹੋਣਾ ਹੈ ਤੇ ਉਹ ਠੀਕ ਹੈ, ਪਰ ਕਈ ਵਾਰ ਐਕਸੀਡੈਂਟ ਜ਼ੋਨ ਯਾਨੀ ਐਕਸੀਡੈਂਟ ਹੋਣ ਦੀ ਖਾਸ ਜਗ੍ਹਾ ਵੀ ਹੁੰਦੀ ਹੈ। ਜ਼ਿਆਦਾਤਰ ਇਹ ਟਰਨਿੰਗ ਜ਼ੋਨ ਯਾਨੀ ਜਿੱਥੇ ਰਸਤੇ ਦਾ ਮੋੜ ਆਉਂਦਾ ਹੈ ਉੱਥੇ ਹੁੰਦੇ ਹਨ ਤੇ ਉੱਥੇ ਕਈ ਵਾਰ ਸੂਖਮ ਜਗਤ ਦੀਆਂ ਆਤਮਾਵਾਂ ਰਹਿੰਦੀਆਂ ਹਨ, ਉਹ ਵੀ ਕਰਵਾਉਂਦੀਆਂ ਹਨ। ਆਨੰਦ, ਬਾਪੂ ਜੀ, ਜਿੱਥੇ ਬਰਮੂਡਾ ਟਰਾਇੰਗਲ ਹੈ ਯਾਨੀ ਇਹ ਇੱਕ ਸਮੁੰਦਰ ਦੇ ਖਾਸ ਜਗ੍ਹਾ ਹੈ ਦਾ ਨਾਮ ਹੈ, ਉੱਥੇ ਤੇ ਸ਼ਿਪ ਯਾਨੀ ਪਾਣੀ ਦੇ ਜਹਾਜ਼ ਵੀ ਗਵਾਚ ਜਾਂਦੇ ਹਨ, ਹਵਾਈ ਜਹਾਜ਼ ਵੀ ਗਵਾਚ ਜਾਂਦੇ ਹਨ, ਕੁਝ ਮਿਲਦਾ ਹੀ ਨਹੀਂ। ਬਾਪੂ ਜੀ, ਉਹ ਤੇ ਮੈਂ ਅਸਲੀਅਤ 'ਚ ਆਪਣੀ ਸਮਾਧੀ ਅਵਸਥਾ 'ਚ ਵੇਖਿਆ ਸੀ। ਟੀਵੀ ਤੇ ਬਰਮੂਡਾ ਟਰਾਇੰਗਲ ਵੇਖਿਆ ਸੀ ਤੇ ਬਾਅਦ 'ਚ ਮੈਂ ਉੱਪਰੋਂ ਆਪਣੀ ਸਮਾਧੀ ਅਵਸਥਾ 'ਚ ਵੇਖਿਆ। ਉਸ ਦੇ ਯਾਨੀ ਬਰਮੂਡਾ ਟਰਾਇੰਗਲ ਦੇ ਉੱਪਰ 1000-2000 ਕਿਲੋਮੀਟਰ ਉੱਪਰ ਇੱਕ ਸੂਖਮ ਜਗਤ ਵਾਲੀਆਂ ਆਤਮਾਵਾਂ ਦਾ ਹੋਲ ਯਾਨੀ ਮੋਰੀ ਹੈ। ਉਸਨੂੰ ਵਾਰਮ ਹੋਲ ਕਹਿੰਦੇ ਹਨ, ਯਾਨੀ ਇੱਕ ਤਰ੍ਹਾਂ ਦਾ ਸਾਧਨ ਜੋ ਤੱਤਾਂ ਦਾ ਬਦਲਾਵ ਕਰ ਦਿੰਦਾ ਹੈ। ਉਸ ਏਰੀਆ ਯਾਨੀ ਜਗ੍ਹਾ ਦੇ ਅੰਦਰ 1000-2000 ਕਿਲੋਮੀਟਰ ਉੱਪਰ ਹਜ਼ਾਰਾਂ ਆਤਮਾਵਾਂ ਰਹਿੰਦੀਆਂ ਹਨ ਤੇ ਜੇ ਕੋਈ ਵੀ ਉਸ ਜਗ੍ਹਾ ਤੇ ਆ ਜਾਏਗਾ ਉਸਨੂੰ ਉਹ ਉੱਪਰੋਂ ਹੀ ਖਿੱਚ ਲੈਂਦੀਆਂ ਹਨ, ਜਿਸ ਤਰ੍ਹਾਂ ਕਿ ਏਲੀਅਨਸ ਯਾਨੀ ਪਰਗ੍ਰਹੀ ਖਿੱਚ ਲੈਂਦੇ ਹਨ। ਇੱਕ ਵਾਰ ਜੇ ਉਹ ਪਰਗ੍ਰਹੀ ਉਸਨੂੰ ਖਿੱਚਣਗੇ ਤੇ ਐਸਾ ਖਿੱਚਣਗੇ ਕਿ ਹੌਲੀ ਹੌਲੀ ਉਸ ਦੇ ਤੱਤਾਂ ਦਾ ਬਦਲਾਅ ਹੋ ਜਾਏਗਾ ਤੇ ਉਹ ਵਸਤੂ ਉੱਪਰ ਚਲੀ ਜਾਏਗੀ। ਆਨੰਦ, ਬਾਪੂ ਜੀ, ਹਾਲ 'ਚ ਹੀ ਇਸ ਤਰ੍ਹਾਂ ਦੀ ਇੱਕ ਘਟਨਾ ਹੋਈ ਹੈ। ਉਸ ਤੇ ਮਲੇਸ਼ੀਆ ਦਾ ਇੱਕ ਹਵਾਈ ਜਹਾਜ਼ ਪਤਾ ਨਹੀਂ ਕਿੱਥੇ ਗਵਾਚ ਗਿਆ ਹੈ। ਬਾਪੂ ਜੀ, ਪਰ ਸਾਰਿਆਂ ਦੀ ਸੂਖਮ ਜਗਤ ਵਾਲੀਆਂ ਆਤਮਾਵਾਂ ਦੇ ਕਾਰਨ ਘਟਨਾਵਾਂ ਨਹੀਂ ਹੁੰਦੀਆਂ, ਵੱਖਰੀ ਵਜ੍ਹਾ ਦੇ ਕਰਕੇ ਵੀ ਹੋ ਸਕਦੀਆਂ ਹਨ। ਜੇਕਰ ਉਹ ਹਵਾਈ ਜਹਾਜ਼ ਕਿਤੇ ਜੰਗਲਾਂ ਤੇ ਵੀ ਡਿੱਗ ਗਿਆ ਹੋਏਗਾ ਤਾਂ ਵੀ ਉਹ ਨਹੀਂ ਮਿਲੇਗਾ। ਪਰ ਕਈ ਜਗ੍ਹਾਵਾਂ ਤੇ ਬਰਮੂਡਾ ਟਰਾਇੰਗਲ ਵਰਗੇ ਟਰਾਇੰਗਲ ਬਣੇ ਹੁੰਦੇ ਹਨ ਤੇ ਉਹ ਉਸ ਪਦਾਰਥਾਂ ਨੂੰ ਖਿੱਚ ਲੈਂਦੇ ਹਨ। ਧਰਤੀ ਤੇ ਐਸੀ ਜਗ੍ਹਾਵਾਂ ਤੇ ਸੂਖਮ ਜਗਤ ਵਾਲੇ ਖਿੱਚ ਲੈਂਦੇ ਹਨ। ਸੂਖਮ ਜਗਤ ਤੇ ਜੋ ਪਰਗ੍ਰਹੀ ਬੈਠੇ ਹਨ ਉਹ ਖਿੱਚ ਲੈਂਦੇ ਹਨ। ਅਨੰਤ, ਬਾਪੂ ਜੀ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਅਣਸੁਲਝੀਆਂ ਘਟਨਾਵਾਂ ਹਨ ਜਿਨ੍ਹਾਂ ਦਾ ਕੋਈ ਵੀ ਹੱਲ ਨਹੀਂ ਹੈ, ਜਿਨ੍ਹਾਂ ਘਟਨਾਵਾਂ ਦਾ ਵਿਗਿਆਨ ਦੇ ਨਜ਼ਰੀਏ ਨਾਲ ਕੋਈ ਵੀ ਹੱਲ ਨਹੀਂ ਮਿਲਦਾ। ਉੱਥੇ ਲੋਕੀ ਅੰਦਾਜ਼ਾ ਲਗਾਉਂਦੇ ਹਨ ਕਿ ਇਸ ਤਰ੍ਹਾਂ ਘਟਨਾ ਹੋਈ ਹੋਏਗੀ, ਜਾਂ ਫਿਰ ਲੋਕੀ ਅਧਿਆਤਮ ਜਾਂ ਭੂਤਾਂ ਦੀ ਦੁਨੀਆ ਦਾ ਹੋਰ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਅੱਗੇ ਲੈ ਕੇ ਆਉਂਦੇ ਹਨ। ਕੁਝ ਲੋਕੀ ਆਪਣੀ ਬੁੱਧ ਲਗਾਉਂਦੇ ਹਨ, ਪਰ ਇਹਨਾਂ ਸਾਰੀਆਂ ਚੀਜ਼ਾਂ ਨਾਲ ਜਦੋਂ ਕੋਈ ਹੱਲ ਨਹੀਂ ਮਿਲਦਾ ਉਦੋਂ ਸ਼ਾਸਤਰਾਂ ਤੇ ਲੱਭਣ ਲੱਗ ਜਾਂਦੇ ਹਨ। ਫਿਰ ਅੱਗੇ ਕੋਈ ਹੋਰ ਵੀ ਜਵਾਬ ਲੱਭਣ ਲੱਗ ਜਾਂਦੇ ਹਨ। ਤੇ ਗੱਲ ਇਹ ਹੈ
ਕਿ ਜੋ ਲੋਕੀ ਆਪਣੀ ਜ਼ਿੰਦਗੀ ਤੇ ਚੰਗਾ ਕੰਮ ਕਰਦੇ ਹਨ, ਦੇਸ਼ ਦੇ ਲਈ ਬਲੀਦਾਨ ਕਰਦੇ ਹਨ, ਦੇਸ਼ ਦੀ ਸੇਵਾ ਕਰਦੇ ਹਨ ਜਾਂ ਲੜਾਈ 'ਚ ਜਿਨ੍ਹਾਂ ਦੀ ਮੌਤ ਹੁੰਦੀ ਹੈ, ਉਹਨਾਂ ਆਤਮਾਵਾਂ ਦਾ ਕੀ ਹੁੰਦਾ ਹੈ? ਆਪ ਜੀ ਦੱਸੋ। ਬਾਪੂ ਜੀ, ਵੇਖੋ, ਜੋ ਦੇਸ਼ ਪ੍ਰੇਮੀ ਹੁੰਦੇ ਹਨ, ਸਰੀਰ ਛੱਡਦੇ ਵਕਤ ਉਹਨਾਂ ਦੀ ਬੁੱਧ ਸਤ ਪ੍ਰਧਾਨ ਹੁੰਦੀ ਹੈ। ਬੁੱਧ 'ਚ ਚੰਗਾ ਕੰਮ ਕਰਨ ਦੀ ਚਾਹ ਹੁੰਦੀ ਹੈ ਤੇ ਬਾਰਡਰ ਤੇ ਜਦੋਂ ਸਥੂਲ ਫੌਜੀ ਲੜਦੇ ਹਨ ਤੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਆਤਮਾਵਾਂ ਜੋ ਕਿ ਸੂਖਮ ਜਗਤ ਤੇ ਹੁੰਦੀਆਂ ਹਨ, ਸਥੂਲ ਫੌਜੀਆਂ ਦਾ ਸਾਥ ਦਿੰਦੀਆਂ ਹਨ, ਉਹਨਾਂ ਦੀ ਮਦਦ ਕਰਦੀਆਂ ਹਨ। ਇਸ ਤਰ੍ਹਾਂ ਦੋਨੋਂ ਪਾਸੇ ਦੀ ਫੌਜੀਆਂ ਨਾਲ ਹੁੰਦਾ ਹੈ। ਆਮਣੇ ਸਾਹਮਣੇ ਜਦੋਂ ਦੋਨੋਂ ਫੌਜਾਂ ਦੇ ਫੌਜੀ ਲੜਦੇ ਹਨ ਤੇ ਸੂਖਮ ਜਗਤ ਵਾਲੀਆਂ ਹਜ਼ਾਰਾਂ ਆਤਮਾਵਾਂ ਉਹਨਾਂ ਦੇ ਨਾਲ ਹੁੰਦੀਆਂ ਹਨ। ਉਹ ਆਤਮਾਵਾਂ ਮਰਨ ਤੋਂ ਬਾਅਦ ਉੱਥੇ ਬਾਰਡਰ ਤੇ ਸੂਖਮ ਜਗਤ ਤੇ ਰਹਿ ਕੇ ਉਹੀ ਕੰਮ ਕਰਦੀਆਂ ਹਨ ਜੋ ਉਹ ਜੀਵਿਤ ਰਹਿੰਦਿਆਂ ਕਰਦੀਆਂ ਸਨ। ਆਨੰਦ। ਬਾਪੂ ਜੀ, ਵਿਸ਼ਵ ਯੁੱਧ 1 ਅਤੇ ਵਿਸ਼ਵ ਯੁੱਧ 2 ਤੇ ਜੋ ਵੀ ਹੋਇਆ ਅੱਜ ਤੋਂ 60-70 ਸਾਲ ਪਹਿਲਾਂ, ਤੇ ਉਹਨਾਂ ਵਿੱਚ ਕਿੰਨੀਆਂ ਆਤਮਾਵਾਂ ਸੂਖਮ ਜਗਤ ਤੇ ਆਈਆਂ, ਕਿੰਨੇ ਲੋਕਾਂ ਦੀ ਮੌਤ ਹੋਈ? ਬਾਪੂ ਜੀ, ਇਸ ਤਰ੍ਹਾਂ ਦੀ ਜੋ ਆਤਮਾਵਾਂ ਭਾਵੇਂ ਵਾਰ ਯਾਨੀ ਲੜਾਈ 'ਚ ਮਰਨ, ਭਾਵੇਂ ਕਿਤੇ ਵੀ ਮਰ ਜਾਣ, ਭਾਵੇਂ ਦੁਰਘਟਨਾ ਤੇ ਮਰਨ, ਇੱਕ ਗੱਲ ਯਾਦ ਰੱਖੋ ਕਿ ਜਿਨ੍ਹਾਂ ਆਤਮਾਵਾਂ ਨੂੰ ਪਰਮਾਤਮਾ ਦਾ ਗਿਆਨ ਨਹੀਂ ਹੈ ਤੇ ਉਸ ਦੇ ਲਾਗੇ ਮਰਨ ਤੋਂ ਬਾਅਦ ਧਰਤੀ ਦੇ ਨੇੜੇ ਵਾਲੀਆਂ ਸੂਖਮ ਜਗਤ ਦੀਆਂ ਆਤਮਾਵਾਂ ਉਸ ਦੇ ਕੋਲ ਰਹਿਣਗੀਆਂ। ਹਮੇਸ਼ਾ ਇੱਕ ਆਮ ਚੀਜ਼ ਵੇਖੋ ਕਿ ਉਹਨੂੰ ਗਿਆਨ ਹੈ। ਗਿਆਨ ਸਭ ਤੋਂ ਪਹਿਲਾ ਵਿਸ਼ਾ ਹੈ। ਜੇਕਰ ਆਤਮਾ ਕੋਲ ਪਰਮਾਤਮਾ ਦੇ ਕੋਲ ਜਾਣ ਦਾ ਗਿਆਨ ਹੈ ਤੇ ਫਿਰ ਉਹ ਮਰਨ ਤੋਂ ਬਾਅਦ ਨਿਰਣਾ ਕਰੇਗੀ ਕਿ ਉਹਨੇ ਕਿੱਧਰ ਜਾਣਾ ਹੈ, ਸਵਰਗ ਜਾਣਾ ਹੈ ਜਾਂ ਵਿਸ਼ਨੂਪੁਰੀ ਜਾਣਾ ਹੈ ਜਾਂ ਵੈਕੁੰਠ ਜਾਣਾ ਹੈ ਜਾਂ ਸ਼ਿਵਪੁਰੀ ਜਾਣਾ ਹੈ ਜਾਂ ਪਰਮਧਾਮ ਜਾਣਾ ਹੈ। ਆਤਮਾ ਕੋਲ ਜਿੰਨਾ ਗਿਆਨ ਹੁੰਦਾ ਹੈ ਉਸੇ ਮੁਤਾਬਿਕ ਉਹ ਨਿਰਣਾ ਕਰਦੀ ਹੈ ਅਤੇ ਉਸੇ ਤਰ੍ਹਾਂ ਦੀ ਉਸਦੀ ਜ਼ਿੰਦਗੀ ਦਾ ਮਕਸਦ ਬਣ ਜਾਂਦਾ ਹੈ। ਫਿਰ ਉਸੇ ਹਿਸਾਬ ਨਾਲ ਉਹ ਕਰਮ ਕਰਦੀ ਹੈ, ਚੰਗੇ ਅਤੇ ਉੱਚੇ ਕਰਮ ਕਰਦੀ ਹੈ। ਹਮੇਸ਼ਾ ਇੱਕ ਗੱਲ ਯਾਦ ਰੱਖੋ ਕਿ ਸ਼ਾਸਤਰਾਂ ਤੇ ਬਹੁਤ ਚੰਗਾ ਸ਼ਬਦ ਲਿਖਿਆ ਹੈ, ਅੰਤਮਤੀ ਸੋਗਤੀ, ਮਤਲਬ ਅੰਤ ਸਮੇਂ ਤੇ ਜਿਸ ਤਰ੍ਹਾਂ ਦੀ ਸੋਚ ਹੁੰਦੀ ਹੈ ਵੈਸੀ ਹੀ ਆਤਮਾ ਦੀ ਗਤ ਹੁੰਦੀ ਹੈ। ਆਤਮਾ ਭਾਵੇਂ ਕਿਸੇ ਫੌਜੀ ਦੀ ਹੋਵੇ ਜਾਂ ਕਿਸੇ ਮਹਾਪਾਪੀ ਦੀ ਜਾਂ ਕੋਈ ਵੀ ਹੋਵੇ, ਮਰਦੇ ਵਕਤ ਉਸਦੀ ਬੁੱਧ ਤੇ ਜੋ ਹੁੰਦਾ ਹੈ ਉਸੇ ਹਿਸਾਬ ਨਾਲ ਉਸਦੀ ਸਦਗਤ ਜਾਂ ਦੁਰਗਤ ਹੁੰਦੀ ਹੈ। ਗਤ ਮਤਲਬ ਸਪੀਡ ਜਾਂ ਤੇਜ਼ੀ, ਤੇ ਕਿੱਥੇ ਜਾਣਾ ਹੈ। ਚੰਗੇ ਕਰਮ ਕੀਤੇ ਤੇ ਉਸ ਆਤਮਾ ਨੇ ਸਵਰਗ ਜਾਣਾ ਹੈ, ਉਸ ਦਾ ਮਕਸਦ ਸਵਰਗ ਜਾਣ ਦਾ ਹੈ। ਚੰਗੇ ਕਰਮ ਕੀਤੇ ਹਨ ਅਤੇ ਉਹ ਸਵਰਗ ਜਾਣਾ ਚਾਹੁੰਦੀ ਹੈ ਤੇ ਉਹ ਉੱਪਰ ਜਾਣ ਦੇ ਗਿਆਨ ਅਤੇ ਸਪੀਡ ਹੋਣ ਕਰਕੇ ਸਵਰਗ ਤੇ ਚਲੀ ਜਾਏਗੀ। ਆਨੰਦ। ਬਾਪੂ ਜੀ, ਜਿਸ ਤਰ੍ਹਾਂ ਕਿ ਕਿਸੇ ਵਿਦਿਆਰਥੀ ਦਾ ਪੇਪਰ ਹੁੰਦਾ ਹੈ ਤੇ ਜਦੋਂ ਅਖੀਰ ਦੇ 3-4 ਮਿੰਟ ਰਹਿ ਜਾਂਦੇ ਹਨ ਅਤੇ ਫਿਰ ਪ੍ਰੀਖਿਆ ਖਤਮ ਹੋ ਜਾਂਦੀ ਹੈ ਤੇ ਉਸ ਵਕਤ ਉਹਦੇ ਦਿਮਾਗ 'ਚ ਇਹ ਹੁੰਦਾ ਹੈ ਕਿ ਇਹ ਵੀ ਲਿਖ ਦੇਵਾਂ, ਇਹ ਵੀ ਲਿਖ ਦੇਵਾਂ, ਇਹ ਬਾਕੀ ਰਹਿ ਗਿਆ, ਤੇ ਅੰਤ ਤੇ ਉਹ ਪੇਪਰ ਮਾਸਟਰ ਨੂੰ ਦੇਣ ਦੇ ਬਾਅਦ ਉਸਦੀ ਬੁੱਧ ਤੇ ਆਉਂਦਾ ਹੈ, ਯਾਰ ਇਹ ਤੇ ਲਿਖਣਾ ਰਹਿ ਗਿਆ। ਮਤਲਬ ਇਹ ਹੈ ਕਿ ਸਾਰੀ ਜ਼ਿੰਦਗੀ ਤੇ ਮਨੁੱਖ ਮਜ਼ੇ ਕਰਦਾ ਹੈ, ਪਰ ਜਦੋਂ ਮੌਤ ਆਉਂਦੀ ਹੈ ਉਸ ਵਕਤ ਉਹਨੂੰ ਯਾਦ ਆਉਂਦਾ ਹੈ ਕਿ ਇਹ ਕੰਮ ਤੇ ਕਰਨਾ ਬਾਕੀ ਰਹਿ ਗਿਆ ਤੇ ਉਸ ਦੀਆਂ ਆਪਣੀਆਂ ਇੱਛਾਵਾਂ ਬਾਕੀ ਰਹਿ ਜਾਂਦੀਆਂ ਹਨ। ਇਸ ਗੱਲ ਦੇ ਬਾਰੇ ਤੇ ਆਪ ਜੀ ਦੱਸੋ। ਬਾਪੂ ਜੀ, ਵੇਖੋ, ਜਦੋਂ ਮਨੁੱਖ ਜਵਾਨ ਹੁੰਦਾ ਹੈ ਉਦੋਂ ਉਹ ਇਸ ਮਾਇਆ ਜਗਤ ਤੇ ਜਾਂ ਦੁਨੀਆਦਾਰੀ ਦੇ ਲੋਕਾਂ ਨੂੰ ਬਹੁਤ ਕਹਿੰਦਾ ਰਹਿੰਦਾ ਹੈ ਕਿ ਜਦੋਂ ਮੈਂ ਬੁੱਢਾ ਹੋਵਾਂਗਾ, ਕਿਉਂਕਿ ਮੈਂ ਉਦੋਂ ਦੁਨਿਆਵੀ ਜ਼ਿੰਮੇਵਾਰੀਆਂ ਤੋਂ, ਕੰਮਾਂ ਕਾਰਾਂ ਤੋਂ ਵਿਹਲਾ ਹੋ ਜਾਵਾਂਗਾ ਤੇ ਫਿਰ ਪਰਮਾਤਮਾ ਨੂੰ ਧਿਆਵਾਂਗਾ। ਮਨੁੱਖ ਕਹਿੰਦਾ ਹੈ ਕਿ ਰਾਮ ਰਾਮ ਸਿਮਰਾਂਗਾ, ਪਰ ਬੁਢਾਪੇ ਤੇ ਰਾਮ ਰਾਮ ਦੀ ਜਗ੍ਹਾ ਲਾਮ ਲਾਮ ਮੂੰਹ ਤੋਂ ਨਿਕਲਦਾ ਹੈ ਕਿਉਂਕਿ ਉਸਦਾ ਸਰੀਰ ਕੰਮ ਨਹੀਂ ਕਰਦਾ। ਅੰਗਮ ਗਲਿਤਮ, ਜਾਨੀ ਉਸਦੇ ਸਰੀਰ ਦੇ ਅੰਗ ਗਲ ਜਾਂਦੇ ਹਨ। ਬਾਪੂ ਜੀ ਕਹਿੰਦੇ ਹਨ, ਅੰਗਮ ਗਲਿਤਮ ਪਲਿਤਮ ਮੁੰਡਮ ਦਸ਼ਨ ਵਹੀਨਮ ਜਾਤਮ ਤੁੰਡਮ। ਇਹ ਸੰਸਕ੍ਰਿਤ ਭਾਸ਼ਾ ਦਾ ਚੰਗਾ ਸ਼ਲੋਕ ਹੈ। ਇਸ ਦਾ ਮਤਲਬ ਇਹ ਹੈ ਕਿ ਬੁਢਾਪੇ 'ਚ ਸਰੀਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ ਤੇ ਮਨੁੱਖ ਪਰਮਾਤਮਾ ਨੂੰ ਧਿਆਨ ਨਹੀਂ ਪਾਉਂਦਾ, ਯਾਦ ਨਹੀਂ ਕਰ ਪਾਉਂਦਾ।
ਅੱਜਕੱਲ ਸਾਰੀ ਦੁਨੀਆ 'ਚ ਜਿਸ ਤਰ੍ਹਾਂ ਬੱਚਿਆਂ ਨੂੰ ਛੋਟੇ ਹੁੰਦਿਆਂ ਜਾਨੀ ਬਚਪਨ ਤੋਂ ਹੀ ਲੌਕਿਕ ਪੜ੍ਹਾਈ ਦਾ ਗਿਆਨ ਦਿੱਤਾ ਜਾਂਦਾ ਹੈ ਨਾ, ਜਾਨੀ ਉਹਨਾਂ ਨੂੰ ਸਕੂਲ 'ਚ ਜੋ ਪੜ੍ਹਾਇਆ ਜਾਂਦਾ ਹੈ ਉਹਦੇ ਨਾਲ ਉਹ ਵੱਡੇ ਹੋ ਕੇ ਪੈਸੇ ਕਮਾ ਕੇ ਭੌਤਿਕ ਜੀਵਨ ਸੁਖੀ ਕਰਦੇ ਹਨ। ਉਸੇ ਤਰ੍ਹਾਂ ਉਹਨਾਂ ਨੂੰ ਧਾਰਮਿਕ ਗਿਆਨ ਹੋਣਾ ਚਾਹੀਦਾ। ਕਰਮਾਂ ਦੀ ਥਿਉਰੀ ਜਾਨੀ ਕਰਮਾਂ ਦਾ ਜੀਵਨ ਤੇ ਕੀ ਦਰਜਾ ਹੈ, ਇਸ ਗੱਲ ਦਾ ਗਿਆਨ ਹੋਣਾ ਚਾਹੀਦਾ। ਕਰਮਾਂ ਦੀ ਥਿਉਰੀ ਉਹਨਾਂ ਨੂੰ ਬਚਪਨ ਤੋਂ ਹੀ ਮਾਂ-ਬਾਪ ਨੂੰ ਸਿਖਾਉਣੀ ਚਾਹੀਦੀ। ਕਰਮਾਂ ਦੀ ਥਿਉਰੀ ਦਾ ਗਿਆਨ ਨਾ ਹੋਣ ਕਰਕੇ ਅੱਜ ਦੁਨੀਆ ਦੀ ਇਹ ਹਾਲਤ ਹੋਈ ਹੈ। ਆਨੰਦ, ਕਿਉਂਕਿ ਅੱਜ ਤੇ ਮਾਂ-ਬਾਪ ਹੀ ਕਰਮਾਂ ਦੀ ਥਿਉਰੀ ਨਹੀਂ ਜਾਣਦੇ ਤੇ ਬੱਚਿਆਂ ਨੂੰ ਕੀ ਸਿਖਾਉਣਗੇ। ਬਾਪੂ ਜੀ, ਮਾਂ-ਬਾਪ ਨੂੰ ਧਾਰਮਿਕ ਗਿਆਨ ਨਹੀਂ ਹੈ, ਕਰਮਾਂ ਦੇ ਸਿਧਾਂਤਾਂ ਦੇ ਬਾਰੇ 'ਚ ਨਹੀਂ ਪਤਾ ਤੇ ਉਹ ਬੱਚਿਆਂ ਨੂੰ ਕੀ ਸਿਖਾਉਣਗੇ। ਅਤੇ ਸਕੂਲਾਂ 'ਚ ਸਿਰਫ ਫਿਜ਼ੀਕਲ ਯਾਨੀ ਪਦਾਰਥਾਂ ਸੰਬੰਧੀ ਪੜ੍ਹਾਈ ਹੈ, ਭੌਤਿਕ ਜਗਤ ਦੀ ਪੜ੍ਹਾਈ ਹੈ। ਬੱਚੇ ਦੀ ਬੁੱਧ ਤੇ ਸਿਰਫ ਇਹ ਹੀ ਹੁੰਦਾ ਹੈ ਕਿ ਪੜ੍ਹ ਲਿਖ ਕੇ ਮੈਂ ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ। ਪਰ ਕਰਮਾਂ ਦਾ ਕੀ ਸਿਧਾਂਤ ਹੈ, ਆਤਮ ਗਿਆਨ ਕੀ ਹੈ, ਪਰਮਾਤਮਾ ਦਾ ਗਿਆਨ ਕੀ ਹੈ, ਇਹ ਉਸ ਨੂੰ ਪਤਾ ਹੀ ਨਹੀਂ ਹੈ ਅਤੇ ਨਾ ਹੀ ਉਸ ਨੂੰ ਇਹ ਗਿਆਨ ਮਿਲਦਾ ਹੈ। ਆਨੰਦ, ਨਾ ਤੇ ਉਹ ਇੱਕ ਚੰਗਾ ਮਨੁੱਖ ਬਣ ਸਕਦਾ ਹੈ ਅਤੇ ਨਾ ਹੀ ਮਰਨ ਤੋਂ ਬਾਅਦ ਆਪਣੀ ਆਤਮਾ ਦੀ ਸਦਗਤੀ ਕਰ ਸਕਦਾ ਹੈ। ਇਹ ਗਿਆਨ ਤੇ ਦੁਨੀਆ ਤੇ ਕੋਈ ਆਪਣੇ ਬੱਚਿਆਂ ਨੂੰ ਦਿੰਦਾ ਹੀ ਨਹੀਂ। ਬਾਪੂ ਜੀ, ਪਹਿਲਾਂ ਬਹੁਤ ਚੰਗਾ ਵੈਦਿਕ ਜ਼ਮਾਨਾ ਮਤਲਬ ਵੇਦਾਂ ਸ਼ਾਸਤਰਾਂ ਦੀ ਪੜ੍ਹਾਈ ਦਾ ਜ਼ਮਾਨਾ ਸੀ। ਵੈਦਿਕ ਕਾਲ 'ਚ ਤੇ ਬਚਪਨ ਕਾਲ ਯਾਨੀ ਛੋਟੇ ਹੁੰਦਿਆਂ ਤੋਂ ਹੀ ਬੱਚਿਆਂ ਨੂੰ ਗਿਆਨ ਸੁਣਾਇਆ ਜਾਂਦਾ ਸੀ। ਮਾਂ-ਬਾਪ ਦੇ ਆਪਣੇ ਸੰਸਕਾਰ ਵੀ ਹੁੰਦੇ ਸਨ। ਆਨੰਦ, ਮਾਤਾ ਪਿਤਾ ਤੇ ਪਹਿਲਾਂ ਬੱਚਿਆਂ ਨੂੰ ਆਸ਼ਰਮਾਂ ਤੇ ਹੀ ਭੇਜ ਦਿੰਦੇ ਸਨ। ਬਾਪੂ ਜੀ, ਲੌਕਿਕ ਯਾਨੀ ਦੁਨਿਆਵੀ ਅਤੇ ਅਲੌਕਿਕ ਯਾਨੀ ਪਰਮਾਤਮਾ ਦੇ ਗਿਆਨ ਦੀ ਪੜ੍ਹਾਈ ਦੋਨੋਂ ਨਾਲ-ਨਾਲ ਹੁੰਦੀਆਂ ਸਨ। ਆਨੰਦ, ਚਲੋ ਬਾਪੂ ਜੀ, ਅਸੀਂ ਇਸ ਵਿਸ਼ਾ ਤੋਂ ਅੱਗੇ ਵੱਧਦੇ ਹਾਂ। ਚੰਗੇ ਤੇ ਮਾੜੇ ਸੁਭਾਅ ਵਾਲੇ ਲੋਕਾਂ ਦਾ ਕੀ ਹਾਲ ਹੁੰਦਾ ਹੈ। ਜਿਸ ਤਰ੍ਹਾਂ ਇੱਕ ਇਨਸਾਨ ਹੈ, ਉਦਾਹਰਣ ਦੇ ਤੌਰ ਤੇ ਨਰਸੀ ਮਹਿਤਾ। ਇਹ ਗੁਜਰਾਤ ਦਾ ਇੱਕ ਮਸ਼ਹੂਰ ਭਗਤ ਹੋਇਆ ਹੈ ਜਿਸ ਨੇ ਸ਼੍ਰੀ ਕ੍ਰਿਸ਼ਨ ਦੀ ਭਗਤੀ ਦੇ ਭਜਨ ਗਾਏ ਹਨ। ਹਮੇਸ਼ਾ ਬਹੁਤ ਚੰਗਾ ਹੀ ਸੋਚਿਆ ਅਤੇ ਇੱਕ ਦੂਸਰਾ ਇਨਸਾਨ ਹੈ ਜੋ ਪੂਰੀ ਜ਼ਿੰਦਗੀ ਬੁਰਾ ਹੀ ਸੋਚਦਾ ਰਿਹਾ, ਹਾਲਾਂਕਿ ਉਸਨੇ ਕਿਸੇ ਦਾ ਮਾੜਾ ਨਹੀਂ ਕੀਤਾ। ਤੇ ਐਸੇ ਲੋਕਾਂ ਦੀ ਕੀ ਗਤ ਹੁੰਦੀ ਹੈ। ਬਾਪੂ ਜੀ, ਵੇਖੋ, ਜਿਸ ਤਰ੍ਹਾਂ ਨਰਸੀ ਮਹਿਤਾ ਸੀ, ਉਸਨੇ ਪੂਰੀ ਜ਼ਿੰਦਗੀ ਰਾਧਾ ਕ੍ਰਿਸ਼ਨ ਦੀ ਰਾਸ ਲੀਲਾ ਦੇ ਗੀਤ ਗਾਏ ਅਤੇ ਉਸਦਾ ਗਿਆਨ ਵੀ ਬਹੁਤ ਉੱਚਾ ਅਤੇ ਚੰਗਾ ਸੀ। ਉਸ ਦੇ ਉੱਚੇ ਗਿਆਨ ਦਾ ਇੱਕ ਗੀਤ ਉਦਾਹਰਣ ਹੈ। ਅਖਿਲ ਬ੍ਰਹਮਾਂਡ ਮੇਂ ਏਕ ਤੂ ਸ਼੍ਰੀ ਹਰੀ, ਜੂਝਵੇ ਰੂਪੇ ਅਨੰਤ ਬਾਸੇ ਵੇਦ ਮੇਂ ਵੇਦ ਤੂ, ਤਤ ਮੇਂ ਤਤ ਤੂ। ਉਹ ਇੱਕ ਗਿਆਨੀ ਆਤਮਾ ਸੀ ਅਤੇ ਫਿਰ ਸ਼੍ਰੀ ਕ੍ਰਿਸ਼ਨ ਯਾਨੀ ਸ਼੍ਰੀ ਹਰੀ ਦੀ ਭਗਤੀ ਵੀ ਕਰਦੀ ਸੀ ਅਤੇ ਉਹ ਨਿਰਾਕਾਰ ਨੂੰ ਵੀ ਮੰਨਦੀ ਸੀ। ਤੇ ਜਿੱਥੇ ਜਾਨੀ ਜਿਸ ਤਰ੍ਹਾਂ ਦੇ ਲੋਕ 'ਚ ਇਸ ਤਰ੍ਹਾਂ ਦੀ ਆਤਮਾ ਦੇ ਜਾਣ ਦਾ ਮਕਸਦ ਹੁੰਦਾ ਹੈ, ਉਹ ਅੰਤਮਤੀ ਸੋਗਤੀ ਯਾਨੀ ਅੰਤ ਸਮੇਂ ਦੇ ਜੈਸੇ ਵਿਚਾਰ ਹਨ, ਉਸੇ ਤਰ੍ਹਾਂ ਦੀ ਉਸ ਦੀ ਗਤੀ ਵੀ ਹੋ ਜਾਂਦੀ ਹੈ ਤੇ ਉਸੇ ਤਰ੍ਹਾਂ ਦੇ ਹਿਸਾਬ ਨਾਲ ਉਹ ਉੱਪਰ ਚਲੇ ਜਾਂਦੀ ਹੈ। ਤੇ ਦੂਸਰੇ, ਤੁਸੀਂ ਹੋਰ ਕਿਸ ਤਰ੍ਹਾਂ ਦੀ ਆਤਮਾ ਦਾ ਸਵਾਲ ਪੁੱਛਿਆ ਹੈ। ਆਨੰਦ, ਚੰਗੇ ਤੇ ਮਾੜੇ ਸੁਭਾਅ ਵਾਲੀ ਆਤਮਾ ਦੇ ਬਾਰੇ ਤੇ ਚੰਗੇ ਸੁਭਾਅ ਵਾਲੀ ਆਤਮਾ ਦਾ ਤੇ ਆਪ ਜੀ ਨੇ ਦੱਸਿਆ, ਪਰ ਬੁਰੇ ਜਾਂ ਮਾੜੇ ਸੁਭਾਅ ਵਾਲੀ ਦਾ ਕੀ ਹੁੰਦਾ ਹੈ। ਬਾਪੂ ਜੀ, ਮਾੜੇ ਸੁਭਾਅ ਵਾਲੀ ਆਤਮਾ ਦਾ ਤੇ ਦੱਸਿਆ ਨਾ, ਮਹਾਪਾਪੀ ਆਤਮਾਵਾਂ ਦੂਸਰਿਆਂ ਨੂੰ ਦੁੱਖ ਦਿੰਦੀਆਂ ਹਨ, ਦੂਸਰਿਆਂ ਦਾ ਹੱਕ ਮਾਰ ਲੈਂਦੀਆਂ ਹਨ। ਐਸੀਆਂ ਆਤਮਾਵਾਂ ਨੂੰ ਅੰਤ ਸਮੇਂ ਤੇ ਜਦੋਂ ਸਰੀਰ ਛੱਡਣ ਦਾ ਵਕਤ ਆਉਂਦਾ ਹੈ, ਆਪਣੀ ਪੂਰੀ ਜ਼ਿੰਦਗੀ ਤੇ ਕੀਤੇ ਹੋਏ ਕਰਮ ਯਾਦ ਆਉਂਦੇ ਹਨ ਤੇ ਸਰੀਰ ਛੱਡਦੇ ਵਕਤ ਉਹ ਸਰੀਰ ਨਹੀਂ ਛੱਡ ਸਕਦੀਆਂ। ਅੰਤ ਤੇ ਉਹ ਸੋਚਦੇ ਬਹੁਤ ਸੋਚਣ ਕਰਕੇ ਪੈਰਾਲਾਈਜ਼ ਯਾਨੀ ਅਧਰੰਗ ਹੋ ਜਾਂਦਾ ਹੈ। ਕਰਮ ਬੰਨਣ ਸਾਹਮਣੇ ਆਉਂਦੇ ਹਨ ਤੇ ਉਹ ਮਨੁੱਖ ਬਹੁਤ ਦੁਖੀ ਹੋ ਜਾਂਦਾ ਹੈ। ਸਰੀਰ ਛੱਡਦੇ ਬਹੁਤ ਰੋਂਦਾ ਹੈ। ਜੋ ਵੀ ਉਸਨੂੰ ਮਿਲਣ ਆਵੇ, ਜੋ ਵੀ ਉਸਦੇ ਸਾਹਮਣੇ ਆਉਂਦਾ ਹੈ, ਉਸਦਾ ਹਾਲ ਚਾਲ ਪੁੱਛਣ ਲਈ ਉਸਦੇ ਕੋਲੋਂ ਮਾਫੀ ਮੰਗਦਾ ਹੈ। ਸਭ ਨੂੰ ਕਹਿੰਦਾ ਹੈ ਕਿ ਮੈਨੂੰ ਮਾਫ ਕਰ ਦਿਓ, ਮੈਂ ਤੁਹਾਨੂੰ ਬਹੁਤ ਦੁੱਖ ਦਿੱਤਾ, ਮਾਫੀ ਮੰਗਦਾ ਰਹਿੰਦਾ ਹੈ। ਐਸੀ ਆਤਮਾਵਾਂ ਮਹਾਪਾਪੀ ਆਤਮਾਵਾਂ ਹੁੰਦੀਆਂ ਹਨ ਤੇ ਜੋ ਚੰਗੇ ਸੁਭਾਅ ਵਾਲੀਆਂ ਆਤਮਾਵਾਂ ਹੁੰਦੀਆਂ ਹਨ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਤੇ ਇਸ ਜਨਮ ਤੇ ਕੋਈ ਮਾੜੇ ਕਰਮ ਨਹੀਂ ਕੀਤੇ, ਪਰ ਕਈ ਜਨਮਾਂ ਦੇ ਸੰਚਿਤ ਕਰਮ ਯਾਨੀ ਜਮਾ ਕਰਮ ਸਾਹਮਣੇ ਆਉਂਦੇ ਹਨ। ਕਈ ਵਾਰ ਕਹਿੰਦੇ ਹਨ ਨਾ
ਕਿ ਇਸ ਜ਼ਿੰਦਗੀ ਤੇ ਤਾਂ ਇਹਨੇ ਕੋਈ ਪਾਪ ਨਹੀਂ ਕੀਤੇ, ਫਿਰ ਇਹਨੂੰ ਦੁੱਖ ਕਿੱਥੋਂ ਆ ਗਿਆ? ਤੇ ਉਹ ਦੁੱਖ ਦੀ ਵਜ੍ਹਾ ਉਸਦੇ ਪਿਛਲੇ ਜਨਮਾਂ ਦੇ ਜਮਾ ਕਰਮ ਹਨ। ਕਈ ਜਨਮਾਂ ਦਾ ਹਿਸਾਬ ਕਿਤਾਬ ਸਾਹਮਣੇ ਆਉਂਦਾ ਹੈ। ਅਨੰਤ ਬਾਪੂ ਜੀ, ਜਿਸ ਤਰ੍ਹਾਂ ਕਿ ਆਪ ਜੀ ਨੇ ਪਹਿਲਾਂ ਵੀ ਦੱਸਿਆ ਹੈ ਕਿ ਜੋ ਆਤਮਾ ਜਦੋਂ ਪਹਿਲਾਂ ਯਾਨੀ ਸ਼ੁਰੂ ਤੇ ਬਣੀ, ਮਤਲਬ ਜਦੋਂ ਰਿਐਲਿਟੀ ਯਾਨੀ ਅਸਲੀਅਤ 'ਚ ਆਤਮਾ ਦਾ ਜਨਮ ਹੋਇਆ, ਸਰੀਰ ਤਾਂ ਨਹੀਂ ਆਤਮਾ ਦਾ, ਤੇ ਬੇਅੰਤ ਵਕਤ ਤੋਂ, ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਹੈ ਕਿ 2 ਕਰੋੜ ਸਾਲ ਤੋਂ ਉਹ ਆਤਮਾ ਧਰਤੀ ਤੇ ਹੀ ਹੈ ਅਤੇ ਜ਼ਿੰਦਗੀ ਤੇ ਮੌਤ ਦੇ ਚੱਕਰ ਲਗਾਉਂਦੇ ਪਤਾ ਨਹੀਂ ਉਸਦੇ ਹਜ਼ਾਰਾਂ ਜਨਮ ਹੋ ਚੁੱਕੇ ਹਨ। ਜਿਸ ਤਰ੍ਹਾਂ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ ਨਾ, ਮੇਰੇ ਵੀ ਬਹੁਤ ਜਨਮ ਹੋ ਚੁੱਕੇ ਹਨ, ਇਸ ਤਰ੍ਹਾਂ ਤੇਰੇ ਵੀ ਬਹੁਤ ਜਨਮ ਹੋ ਚੁੱਕੇ ਹਨ, ਪਰ ਤੂੰ ਆਪਣੇ ਜਨਮ ਨਹੀਂ ਜਾਣਦਾ, ਪਰ ਮੈਂ ਤੇਰੇ ਜਨਮ ਜਾਣਦਾ ਹਾਂ। ਤੇ ਐਸੀ ਤਰ੍ਹਾਂ ਇਨਸਾਨ ਇੰਨੇ ਜਨਮ ਲੈਂਦਾ ਜਾਂਦਾ ਹੈ, ਜ਼ਿਆਦਾ ਜਨਮ ਲੈਣ ਕਰਕੇ ਉਸਦੀ ਨੈਗੇਟਿਵ ਯਾਨੀ ਨਕਾਰਾਤਮਕ ਸੋਚ ਹੁੰਦੀ ਜਾਂਦੀ ਹੈ ਤੇ ਉਸ ਨੂੰ ਕੁਝ ਗਿਆਨ ਯਾਦ ਨਹੀਂ ਰਹਿੰਦਾ ਤੇ ਬੁਰੇ ਸੁਭਾਅ ਨੂੰ ਹੀ ਉਹ ਆਪਣਾ ਨੈਚੁਰਲ ਯਾਨੀ ਪ੍ਰਕਿਰਤਿਕ ਸੁਭਾਅ ਸਮਝ ਲੈਂਦਾ ਹੈ। ਹਾਲਾਂਕਿ ਪਰਮਾਤਮਾ ਨੇ ਸਭ ਨੂੰ ਬਹੁਤ ਵਧੀਆ ਬਣਾਇਆ ਸੀ, ਪਰ ਚੰਗੇ ਸੁਭਾਅ ਨੂੰ ਉਹਨੇ ਆਪੇ ਹੀ ਛੱਡ ਦਿੱਤਾ ਹੈ। ਉਹ ਨੈਗੇਟਿਵ ਯਾਨੀ ਬੁਰੇ ਵਿਚਾਰਾਂ ਨੂੰ ਹੀ ਫੜ ਕੇ ਤੁਰਦਾ ਰਹਿੰਦਾ ਹੈ ਅਤੇ ਸੋਚਦਾ ਹੈ ਕਿ ਇਹੀ ਮੇਰਾ ਅਸਲੀ ਸਰੂਪ ਹੈ। ਚਲੋ ਬਾਪੂ ਜੀ, ਅਸੀਂ ਇਸ ਤੋਂ ਅੱਗੇ ਵੱਧਦੇ ਹਾਂ ਕਿ ਜਦੋਂ ਸੂਖਮ ਜਗਤ ਯਾਨੀ ਆਤਮਾਵਾਂ ਦਾ ਜਗਤ ਅਤੇ ਕਾਰਨ ਜਗਤ ਯਾਨੀ ਪਰਮ ਤੱਤਾਂ ਦੀ ਦੁਨੀਆ, ਜਿਸ ਤਰ੍ਹਾਂ ਕਿ ਆਪ ਜੀ ਨੇ ਪਹਿਲਾਂ ਵੀ ਦੱਸਿਆ ਹੈ ਕਿ ਕਾਰਨ ਜਗਤ ਅਤੇ ਸੂਖਮ ਜਗਤ ਤੇ ਮੰਦਰ, ਆਸ਼ਰਮ, ਗਿਆਨ ਦੇ ਕੇਂਦਰ ਬਹੁਤ ਸਾਰੇ ਹਨ ਤੇ ਉਹ ਆਤਮਾਵਾਂ ਦੀ ਮਦਦ ਕਰਦੇ ਹਨ। ਤੇ ਇਹਨਾਂ ਜਗ੍ਹਾਵਾਂ ਤੇ ਕਿਹੜੀਆਂ ਆਤਮਾਵਾਂ ਦੀ ਐਂਟਰੀ ਯਾਨੀ ਪ੍ਰਵੇਸ਼ ਹੋ ਸਕਦਾ ਹੈ? ਫਿਰ ਉਸ ਜਗਤ ਤੇ ਸਾਧੂ ਸੰਤਾਂ ਦੀ, ਸਿੱਧਾਂ ਦੀ, ਗੁਰੂਆਂ ਦੀ ਆਤਮਾਵਾਂ ਹੁੰਦੀਆਂ ਹਨ। ਉਹਨਾਂ ਦਾ ਉੱਥੇ ਕੀ ਰੋਲ ਯਾਨੀ ਕੰਮ ਹੁੰਦਾ ਹੈ? ਇਹ ਇੱਕ ਬਹੁਤ ਵੱਡਾ ਸਵਾਲ ਹੈ ਬਾਪੂ ਜੀ। ਜਿਸ ਤਰ੍ਹਾਂ ਕਿ ਸਥੂਲ ਜਗਤ ਤੇ ਤੁਸੀਂ ਸਾਧੂ ਸੰਤ ਮਹਾਤਮਾਵਾਂ ਨੂੰ ਵੇਖਦੇ ਹੋ ਕਿ ਉਹ ਚੰਗਾ ਕੰਮ ਕਰਦੇ ਹਨ, ਚੰਗੇ ਹੁੰਦੇ ਹਨ, ਇਸੇ ਤਰ੍ਹਾਂ ਸਾਧੂ ਸੰਤ ਸੂਖਮ ਜਗਤ ਤੇ ਵੀ ਹੁੰਦੇ ਹਨ। ਪਰ ਸੂਖਮ ਜਗਤ ਵਾਲੇ ਸਾਧੂ ਸੰਤ ਮਹਾਤਮਾ ਅਵਤਾਰੀ ਪੁਰਸ਼ ਹੁੰਦੇ ਹਨ ਅਤੇ ਉਹ ਸੂਖਮ ਜਗਤ ਤੇ ਵੀ ਚੰਗਾ ਕੰਮ ਕਰਨਾ ਚਾਹੁੰਦੇ ਹਨ ਤੇ ਧਰਤੀ ਤੇ ਆ ਕੇ ਵੀ ਚੰਗਾ ਕੰਮ ਕਰਨਾ ਚਾਹੁੰਦੇ ਹਨ। ਐਸੇ ਸੰਤ ਮਹਾਤਮਾ ਉੱਪਰ ਸੂਖਮ ਜਗਤ ਤੇ 100-200 ਕਰੋੜ ਕਿਲੋਮੀਟਰ ਤੇ ਵੀ ਹੋ ਸਕਦੇ ਹਨ। ਕਈ ਕਰੋੜ ਕਿਲੋਮੀਟਰ ਵੀ ਉੱਪਰ ਹੁੰਦੇ ਹਨ। ਕਈ 2 ਕਰੋੜ ਕਿਲੋਮੀਟਰ, ਕੋਈ 50 ਕਰੋੜ, ਕੋਈ 100 ਕਰੋੜ ਕਿਲੋਮੀਟਰ, ਕਈ 1 ਲੱਖ ਕਰੋੜ ਕਿਲੋਮੀਟਰ ਉੱਤੇ ਵੀ ਹੁੰਦੇ ਹਨ, ਕਿਉਂਕਿ ਸਾਰਾ ਸੂਖਮ ਜਗਤ 10 ਕਰੋੜ ਕਿਲੋਮੀਟਰ ਤੱਕ ਦਾ ਹੈ। ਕਿਉਂਕਿ ਸੂਰਜ ਦੀ ਗ੍ਰੈਵਿਟੀ ਯਾਨੀ ਗੁਰੂਤਵਾਕਰਸ਼ਣ ਤੇ 7.5 ਯਾਨੀ 7.50 ਕਰੋੜ ਖਰਬ ਕਿਲੋਮੀਟਰ ਤੱਕ ਜਾਂਦੀ ਹੈ ਤੇ ਇਸ ਤੋਂ ਉੱਪਰ ਸੂਖਮ ਜਗਤ ਹੈ ਅਤੇ ਬੇਹਿਸਾਬ ਆਤਮਾਵਾਂ ਸੂਖਮ ਜਗਤ ਤੇ ਰਹਿੰਦੀਆਂ ਹਨ। ਸੂਖਮ ਜਗਤ ਤੇ ਜੋ ਚੰਗੀਆਂ ਆਤਮਾਵਾਂ ਹਨ, ਮਤਲਬ ਸਾਧੂ ਸੰਤਾਂ ਜਾਂ ਮਹਾਤਮਾਵਾਂ ਦੀਆਂ ਆਤਮਾਵਾਂ ਧਰਤੀ ਤੇ ਆ ਕੇ ਭਲਾਈ ਦਾ ਕੰਮ ਕਰਨਾ ਚਾਹੁੰਦੀਆਂ ਹਨ। ਧਰਤੀ ਤੇ ਆ ਕੇ ਇਸ ਲਈ ਭਲਾਈ ਦਾ ਕੰਮ ਕਰਨਾ ਚਾਹੁੰਦੀਆਂ ਹਨ ਕਿਉਂਕਿ ਕੋਈ ਆਤਮਾ ਇਹਨਾਂ ਦੇ ਕਰਮ ਬੰਨਣ ਯਾਨੀ ਕਰਮਾਂ ਦੇ ਹਿਸਾਬ ਕਿਤਾਬ ਤੇ ਫਸੀ ਹੋਈ ਹੈ ਤੇ ਉਸ ਦੀ ਭਲਾਈ ਕਰਨ ਲਈ ਧਰਤੀ ਤੇ ਆਉਂਦੀਆਂ ਹਨ। ਸਾਧੂ ਸੰਤ ਬਣ ਕੇ ਚੰਗਾ ਕੰਮ ਕਰਦੀਆਂ ਹਨ। ਇਸ ਤਰ੍ਹਾਂ ਦੀਆਂ ਆਤਮਾਵਾਂ ਸੂਖਮ ਅਤੇ ਕਾਰਨ ਜਗਤ ਤੇ ਵੀ ਹਨ। ਕਾਰਨ ਜਗਤ ਮਤਲਬ ਵਿਸ਼ਨੂਪੁਰੀ, ਉੱਥੇ ਬਹੁਤ ਚੰਗੀਆਂ ਅਤੇ ਮਹਾਨ ਆਤਮਾਵਾਂ ਹੁੰਦੀਆਂ ਹਨ। ਅਨੰਤ ਬਾਪੂ ਜੀ, ਆਪ ਜੀ ਦਾ ਇੱਕ ਪੂਰਾ ਵੱਖ ਵੀਡੀਓ ਹੈ ਕਾਰਨ ਜਗਤ ਤੇ, ਜਿਸ ਨੂੰ ਜ਼ਿਆਦਾ ਦਿਲਚਸਪੀ ਹੈ ਉਹ ਵੇਖੇਗਾ। ਪਰ ਮੇਰਾ ਇਹ ਕਹਿਣਾ ਹੈ ਕਿ ਜਦੋਂ ਆਤਮਾ ਚੰਗੇ ਕਰਮ ਕਰਕੇ ਉੱਤੇ ਜਾਂਦੀ ਹੈ, ਮਤਲਬ ਸੂਖਮ ਜਗਤ ਤੇ ਜਾਂਦੀ ਹੈ, ਤਾਂ ਫਿਰ ਉੱਥੇ ਉਹਨੂੰ ਸਾਧੂ ਸੰਤ ਅਤੇ ਗੁਰੂ ਮਿਲਦੇ ਹਨ। ਉਸ ਤੋਂ ਬਾਅਦ ਆਤਮਾ ਦਾ ਕੀ ਹੁੰਦਾ ਹੈ? ਕਿ ਉਸ ਆਤਮਾ ਨੂੰ ਉੱਪਰੋਂ ਆਤਮਾ ਤੋਂ ਪਰਮਾਤਮਾ ਬਣਨ ਦੀ ਪੜ੍ਹਾਈ ਦਾ ਗਿਆਨ ਜਾਂ ਹੋਰ ਗਿਆਨ ਦਿੱਤਾ ਜਾਂਦਾ ਹੈ ਕਿ ਵਾਪਸ ਧਰਤੀ ਤੇ ਭੇਜਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਕਰਕੇ ਆ। ਬਾਪੂ ਜੀ, ਜ਼ਿਆਦਾਤਰ ਜਿਹੜੇ ਨਿਚਲੇ ਗੁਣਾਂ ਵਾਲੇ ਯਾਨੀ ਹਲਕੀ ਕੁਆਲਿਟੀ ਵਾਲੇ ਸੂਖਮ ਜਗਤ ਤੋਂ ਧਰਮ ਪਿਤਾ ਜਾਂ ਧਰਮ ਗੁਰੂ ਆਉਂਦੇ ਹਨ,
ਉਹਨਾਂ ਦਾ ਇਹ ਹਿਸਾਬ ਹੁੰਦਾ ਹੈ ਕਿ ਜਦੋਂ ਮਨੁੱਖ ਦੇ ਸਰੀਰ ਛੱਡਣ ਦਾ ਵਕਤ ਆਉਂਦਾ ਹੈ ਤੇ ਜੋ ਉਹਨਾਂ ਧਰਮ ਗੁਰੂਆਂ ਜਾਂ ਸਾਧੂ ਸੰਤਾਂ ਦੇ ਜੋ ਭਗਤਾਂ ਦੀਆਂ ਆਤਮਾਵਾਂ ਹੁੰਦੀਆਂ ਹਨ, ਉਹ ਸਰੀਰ ਛੱਡਣ ਵਾਲੇ ਮਨੁੱਖ ਦੀ ਆਤਮਾ ਨੂੰ ਉੱਪਰ ਆਪਣੇ ਧਰਮ ਗੁਰੂ ਦੇ ਜਾਂ ਸਾਧੂ ਸੰਤ ਦੇ ਕੋਲ ਲੈ ਜਾਂਦੀਆਂ ਹਨ। ਅਨੰਤ ਤੇ ਕੀ ਉੱਪਰ ਮੰਦਰ ਆਸ਼ਰਮ ਸਭ ਕੁਝ ਹੈ? ਬਾਪੂ ਜੀ, ਸਭ ਕੁਝ ਹੈ। ਨੀਚੇ ਜਿਸ ਤਰ੍ਹਾਂ ਦੇ ਬਣੇ ਹਨ, ਉੱਪਰ ਇਸ ਤੋਂ ਵੀ ਚੰਗੇ ਬਣੇ ਹਨ। ਮੰਦਰ ਆਸ਼ਰਮ ਸਭ ਕੁਝ ਬਣਿਆ ਹੈ। ਤੇ ਉਹ ਆਤਮਾ ਜਿਸ ਨੂੰ ਧਰਮ ਪਿਤਾ ਧਰਮ ਗੁਰੂ ਕੋਲ ਆਤਮਾਵਾਂ ਲੈ ਗਈਆਂ ਸਨ, ਥੋੜ੍ਹੀ ਦੇਰ ਉਹ ਇਹਨਾਂ ਜਗ੍ਹਾਵਾਂ 'ਤੇ ਰਹਿੰਦੀ ਹੈ, ਪਰ ਫਿਰ ਜੋ ਹਾਈ ਕੁਆਲਿਟੀ ਯਾਨੀ ਉੱਚੇ ਗੁਣਾਂ ਵਾਲੀ ਆਤਮਾ ਹੈ, ਜਿਸ ਤਰ੍ਹਾਂ ਕਿ ਉਹ ਇਸ ਸਥੂਲ ਜਗਤ 'ਤੇ ਗਿਆਨ ਲੈਣ ਲਈ ਭਟਕਦੀਆਂ ਰਹਿੰਦੀ ਹੈ ਨਾ, ਐਸੀ ਤਰ੍ਹਾਂ ਉੱਪਰ ਸੂਖਮ ਜਗਤ 'ਤੇ ਵੀ ਹਾਈ ਕੁਆਲਿਟੀ ਆਤਮਾ ਗਿਆਨ ਦੇ ਲਈ ਭਟਕਦੀ ਰਹਿੰਦੀ ਹੈ। ਪਰ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਜੇਕਰ ਮੈਨੂੰ ਉੱਪਰ ਵਾਲੇ ਸੂਖਮ ਜਗਤ 'ਤੇ ਜਾਣਾ ਹੈ, ਮਤਲਬ ਅਗਰ ਮੈਂ 1 ਲੱਖ ਕਰੋੜ ਕਿਲੋਮੀਟਰ ਉੱਪਰ ਜਾਵਾਂ ਤੇ ਉੱਥੇ ਚੰਗੇ ਸਾਧੂ ਸੰਤ ਬੈਠੇ ਹਨ ਜੋ ਮੈਨੂੰ ਚੰਗਾ ਗਿਆਨ ਦੇਣਗੇ। ਅਨੰਤ ਤੇ ਜਿਸ ਤਰ੍ਹਾਂ ਕਿ ਰਿਸ਼ੀ, ਮਹਾਰਿਸ਼ੀ, ਬ੍ਰਹਮ ਰਿਸ਼ੀ, ਬਾਪੂ ਜੀ ਹਾਂ, ਜਿਸ ਤਰ੍ਹਾਂ ਕਿ ਵੱਖ-ਵੱਖ ਲੇਅਰਸ ਯਾਨੀ ਪਰਤਾਂ ਦੱਸੀਆਂ ਹਨ ਨਾ, ਮਹਲੋਕ, ਜਨਲੋਕ, ਤਪਲੋਕ, ਜਿਸ ਤਰ੍ਹਾਂ ਕਿ ਕਿਸੇ ਆਤਮਾ ਨੂੰ ਜੋ ਕਿ ਮਹਿਲੋਕ ਤੇ ਹੈ ਤੇ ਉਸ ਨੂੰ ਉੱਪਰ 5ਵੇਂ ਲੋਕ ਯਾਨੀ ਕਿ ਜਨਲੋਕ ਤੇ ਜਾਣਾ ਹੈ ਤੇ ਉਹ ਜਨਲੋਕ ਜਾਣ ਦੀ ਕੋਸ਼ਿਸ਼ ਕਰੇਗੀ ਤੇ ਮਹਿਲੋਕ ਤੇ ਜਿਹੜੇ ਰਿਸ਼ੀ ਮੁਨੀ ਬੈਠੇ ਹਨ, ਉਹ ਉਸ ਆਤਮਾ ਨੂੰ ਉੱਪਰ ਜਾਣ ਦਾ ਗਿਆਨ ਦੇਣਗੇ। ਉਸ ਨੂੰ ਪੁੱਛਣਗੇ ਕਿ ਤੂੰ ਕਿੱਥੇ ਜਾਣਾ ਹੈ ਅਤੇ ਉਸ ਨੂੰ ਇਹ ਵੀ ਦੱਸਦੇ ਹਨ ਕਿ ਤੂੰ ਕਿਸ ਤਰ੍ਹਾਂ ਜਾਣਾ ਹੈ। ਉਸ ਆਤਮਾ ਨੂੰ ਉੱਪਰ ਜਾਣ ਦੇ ਤਰੀਕਾ ਵੀ ਦੱਸਦੇ ਹਨ। ਫਿਰ ਆਤਮਾ ਉਹਨਾਂ ਦੇ ਦੱਸੇ ਹੋਏ ਤਰੀਕੇ ਮਤਲਬ ਵਿਧੀ ਦੇ ਰਾਹੀਂ ਤਪੱਸਿਆ ਕਰਦੀ ਹੈ। ਰਿਸ਼ੀਆਂ ਨੇ ਜਿਸ ਤਰ੍ਹਾਂ ਉਸ ਆਤਮਾ ਨੂੰ ਇਹ ਪਹਿਲਾਂ ਵੀ ਦੱਸਿਆ ਹੁੰਦਾ ਹੈ ਕਿ ਤੈਨੂੰ ਉੱਪਰ ਜਾਣਾ ਹੈ ਤੇ ਤੈਨੂੰ ਪਾਵਰ ਯਾਨੀ ਸ਼ਕਤੀ ਚਾਹੀਦੀ ਹੈ। ਆਤਮਾ ਕਿਸ ਤੋਂ ਪਾਵਰ ਲਏਗੀ? ਆਤਮਾ ਪਰਮਾਤਮਾ ਤੋਂ ਪਾਵਰ ਲਏਗੀ ਤੇ ਆਤਮਾ ਤੇ ਜਦੋਂ ਪਾਵਰ ਆਏਗੀ ਤੇ ਉਸ ਪਾਵਰ ਨਾਲ ਉਸ ਦੇ ਸੂਖਮ ਸਰੀਰ ਤੇ ਵੀ ਪਾਵਰ ਆਏਗੀ। ਜਦੋਂ ਸੂਖਮ ਸਰੀਰ ਤੇ ਪਾਵਰ ਆਏਗੀ, ਉਦੋਂ ਫਿਰ ਉਹ ਉੱਪਰ ਦੇ ਲੋਕ ਤੇ ਜਾ ਸਕੇਗੀ। ਇਸ ਕਰਕੇ ਆਤਮਾ ਉੱਥੇ ਤਿਆਗ ਤਪੱਸਿਆ ਕਰਦੀ ਹੈ। ਆਤਮ ਸਰੂਪ 'ਚ ਟਿਕ ਕੇ ਯਾਨੀ ਸਥਿਤ ਹੋ ਕੇ ਤਿਆਗ ਤਪੱਸਿਆ ਕਰਦੀ ਹੈ ਅਤੇ ਫਿਰ ਆਤਮਾ ਨਿਸੰਕਲਪ ਯਾਨੀ ਵਿਚਾਰਾਂ ਤੋਂ ਰਹਿਤ ਬਣਦੀ ਹੈ। ਵਿਚਾਰਾਂ ਤੋਂ ਰਹਿਤ ਬਣਨ ਕਰਕੇ ਉਸ ਦੇ ਆਕਾਸ਼ ਤੱਤ ਤੇ ਪਾਵਰ ਜ਼ਿਆਦਾ ਆਉਂਦੀ ਹੈ ਅਤੇ ਜਦੋਂ ਆਕਾਸ਼ ਤੱਤ ਤੇ ਜ਼ਿਆਦਾ ਪਾਵਰ ਆਉਂਦੀ ਹੈ ਤੇ ਉੱਪਰ ਜਾਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ, ਕਿਉਂਕਿ ਆਕਾਸ਼ ਤੱਤ ਜਿੰਨਾ ਪਾਵਰਫੁਲ ਯਾਨੀ ਸ਼ਕਤੀ ਤੋਂ ਭਰਿਆ ਹੋਏਗਾ, ਉਨੇ ਹੀ 2 ਤੱਤਾਂ ਦੇ ਭਾਰੀਪਨ ਯਾਨੀ ਵਾਯੂ ਅਤੇ ਅਗਨੀ ਤੇ ਭਾਰੀਪਨ ਘੱਟ ਹੁੰਦਾ ਜਾਂਦਾ ਹੈ। ਇਸ ਲਈ ਆਤਮਾ ਨਿਸੰਕਲਪ ਯਾਨੀ ਵਿਚਾਰਾਂ ਤੋਂ ਰਹਿਤ ਹੋ ਕੇ ਆਪਣੇ ਇਸ਼ਟ ਦੇਵ ਦੀ ਸਾਧਨਾ ਜਾਂ ਤਪੱਸਿਆ ਕਰਦੀ ਹੈ। ਆਤਮਾ ਜਿੰਨਾ ਨਿਸੰਕਲਪ ਹੋਏਗੀ, ਉਨੀ ਪਾਵਰ ਜ਼ਿਆਦਾ ਆਏਗੀ। ਅਨੰਤ ਤੇ ਬਾਪੂ ਜੀ, ਆਪ ਜੀ ਦੀ ਗੱਲ ਸੁਣ ਕੇ ਮੈਨੂੰ ਆਪ ਜੀ ਦੀ ਇੱਕ ਹੋਰ ਗੱਲ ਯਾਦ ਆ ਗਈ ਕਿ ਜਿਹੜਾ ਕੰਮ ਉੱਤੇ ਜਾ ਕੇ ਕਰਨਾ ਹੈ, ਉਸੇ ਕੰਮ ਨੂੰ ਅੱਜ ਤੋਂ ਹੁਣੇ ਤੋਂ ਕਿਉਂ ਨਾ ਸ਼ੁਰੂ ਕਰੀਏ? ਬਾਪੂ ਜੀ ਹਾਂ, ਬਿਲਕੁਲ ਸ਼ੁਰੂ ਕਰਨਾ ਚਾਹੀਦਾ। ਜੇਕਰ ਕਿਸੇ ਦਾ ਕੋਈ ਵੀ ਪਾਪ ਨਾ ਰਵੇ ਯਾਨੀ ਸਾਰੇ ਪਾਪਾਂ ਦਾ ਹਿਸਾਬ ਕਿਤਾਬ ਖਤਮ ਹੋ ਜਾਏ, ਉਸ ਦਾ ਇੱਕ ਵੀ ਵਿਕਰਮ ਯਾਨੀ ਮਾੜਾ ਕਰਮ ਨਾ ਰਵੇ ਤੇ ਉਹ ਮਨੁੱਖ ਜਾਂ ਆਤਮਾ ਇੱਥੋਂ ਡਾਇਰੈਕਟ ਯਾਨੀ ਸਿੱਧਾ ਸ਼ਿਵਪੁਰੀ ਜਾਂ ਵਿਸ਼ਨੂਪੁਰੀ ਜਾਂ ਵੈਕੁੰਠ ਜਾ ਸਕਦੀ ਹੈ। ਅਨੰਤ ਤੇ ਇਸ ਦਾ ਮਤਲਬ ਸਿੱਧਾ ਇਹ ਹੈ ਕਿ ਜੋ ਕੰਮ ਉੱਤੇ ਜਾ ਕੇ ਕਰਨਾ ਹੈ, ਉਹ ਨੀਚੇ ਹੀ ਕਰਕੇ ਜਾਓ। ਬਾਪੂ ਜੀ, ਕਰਮਯੋਗੀ ਜੀਵਨ ਯਾਨੀ ਹਮੇਸ਼ਾ ਪਰਮਾਤਮਾ ਦੀ ਯਾਦ ਤੇ ਰਹਿੰਦੇ ਹੋਏ ਆਪਣੇ ਕਰਮ ਕਰਨਾ ਤੇ ਕਰਮਯੋਗੀ ਜੀਵਨ ਬਿਤਾਓ। ਗੀਤਾ ਦਾ ਗਿਆਨ ਪੜ੍ਹੋ, ਆਲਮਾਈਟੀ ਯਾਨੀ ਸਰਵ ਸ਼ਕਤੀਮਾਨ ਪਰਮਾਤਮਾ ਨੂੰ ਜਾਣੋ। ਅਨੰਤ ਇਸ ਵੀਡੀਓ ਦੀ ਸਭ ਤੋਂ ਇੰਪੋਰਟੈਂਟ ਯਾਨੀ ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਇਨਸਾਨ ਸਮਝ ਜਾਏ ਕਿ ਜਿਹੜਾ ਕੰਮ ਉੱਪਰ ਜਾ ਕੇ ਕਰਨਾ ਹੈ ਯਾਨੀ ਪਰਮਾਤਮਾ ਨੂੰ ਪਾਉਣ ਦਾ ਕੰਮ, ਉੱਪਰ ਦੇ ਲੋਕਾਂ ਤੇ ਜਾਣ ਲਈ ਗਿਆਨ, ਤਿਆਗ, ਤਪੱਸਿਆ ਕਰਨੀ ਹੈ, ਮੋਹ
ਤਿਆਗ ਤਪੱਸਿਆ ਉਹ ਇਸ ਮਨੁੱਖ ਜੀਵਨ ਤੇ ਜਾਨੀ ਸਥੂਲ ਤੱਤਾਂ ਤੇ ਹੀ ਜੇਕਰ ਉਹ ਸ਼ੁਰੂ ਕਰ ਦਿੰਦਾ ਹੈ, ਹੋਮਵਰਕ ਯਾਨੀ ਉੱਤੇ ਦੀ ਤਿਆਰੀ ਇੱਥੋਂ ਹੀ ਕਰਕੇ ਜਾਂਦਾ ਹੈ, ਤੇ ਉਸ ਨੂੰ ਉੱਪਰ ਜਾ ਕੇ ਜ਼ਿਆਦਾ ਤਿਆਗ ਤਪੱਸਿਆ ਕਰਨੀ ਨਹੀਂ ਪਏਗੀ, ਯਾਨੀ ਉਹ ਜਲਦੀ ਆਪਣੇ ਮਕਸਦ ਨੂੰ ਪੂਰਾ ਕਰ ਸਕੇਗਾ। ਬਾਪੂ ਜੀ, ਵੇਖੋ ਗੀਤਾ ਤੇ ਕਿਹਾ ਗਿਆ ਹੈ ਕਿ ਤੁਸੀਂ ਜਿਸ ਨੂੰ ਯਾਦ ਕਰੋਗੇ ਉਸੀ ਨੂੰ ਪ੍ਰਾਪਤ ਕਰੋਗੇ। ਜੇਕਰ ਤੁਸੀਂ ਯਾਨੀ ਮਨੁੱਖ ਸਾਧੂ ਸੰਤਾਂ ਨੂੰ ਯਾਦ ਕਰੇਗਾ ਤੇ ਉੱਪਰ ਦੇ ਲੋਕਾਂ ਤੇ ਵੀ ਸਾਧੂ ਸੰਤ ਬੈਠੇ ਹਨ, ਉਹਨਾਂ ਸਾਧੂ ਸੰਤਾਂ ਤੱਕ ਜਾਏਗਾ। ਜੇਕਰ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ, ਪਰਮਾਤਮਾ ਨੂੰ ਜਾਣੋਗੇ, ਪਰਮਾਤਮਾ ਨੂੰ ਮੰਨੋਗੇ ਤੇ ਤੁਸੀਂ ਪਰਮਾਤਮਾ ਕੋਲ ਪਹੁੰਚ ਜਾਓਗੇ। ਅਨੰਤ ਬਾਪੂ ਜੀ, ਗੀਤਾ ਤੇ ਇਹ ਵੀ ਲਿਖਿਆ ਹੈ ਕਿ ਜੇਕਰ ਤੁਸੀਂ ਆਪਣੇ ਪਿਓ ਦਾਦਿਆਂ ਨੂੰ ਯਾਦ ਕਰੋਗੇ ਤੇ ਉਹਨਾਂ ਦੇ ਕੋਲ ਜਾਓਗੇ। ਬਾਪੂ ਜੀ, ਤੇ ਪਿਓ ਦਾਦੇ ਕਿੱਥੇ ਰਹਿੰਦੇ ਹਨ? ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਹੈ ਨਾ, ਉੱਤੇ ਸੁਖਮ ਜਗਤ ਤੇ। ਕਦੀ ਉਹ ਚੰਦਰ ਤੇ ਰਹਿੰਦੇ ਹਨ, ਕਦੀ ਇੱਧਰ ਕਦੀ ਉੱਧਰ ਰਹਿੰਦੇ ਹਨ। ਪਰ ਤੁਸੀਂ ਪਿਤਰਾਂ ਦਾ ਯਾਨੀ ਮਰੇ ਹੋਏ ਪਿਓ ਦਾਦੇ ਦਾ ਤਰਪਣ ਯਾਨੀ ਇੱਕ ਤਰ੍ਹਾਂ ਦਾ ਸ਼ਰਾਧ ਤੁਸੀਂ ਉੱਤੇ ਸੁਖਮ ਜਗਤ ਲਈ ਕਰਦੇ ਹੋ ਨਾ, ਕਿਉਂਕਿ ਮਰੀਆਂ ਹੋਈਆਂ ਆਤਮਾਵਾਂ ਸੁਖਮ ਜਗਤ ਤੇ ਰਹਿੰਦੀਆਂ ਹਨ। ਇਸ ਲਈ ਤੁਸੀਂ ਇੱਕ ਸਿੱਧੀ ਜਿਹੀ ਕਾਮਨ ਚੀਜ਼ ਯਾਨੀ ਇੱਕ ਸਧਾਰਨ ਜਿਹੀ ਗੱਲ ਹੈ, ਉਸ ਨੂੰ ਯਾਦ ਰੱਖੋ ਕਿ ਤੁਸੀਂ ਜਿਸ ਨੂੰ ਯਾਦ ਕਰੋਗੇ ਉਸੀ ਨੂੰ ਪ੍ਰਾਪਤ ਕਰੋਗੇ। ਇਹ ਗੱਲ ਗਿਆਨੀ ਆਤਮਾਵਾਂ ਨੂੰ ਦੱਸਦਾ ਹਾਂ। ਹੁਣ ਜਿਸ ਤਰ੍ਹਾਂ ਕਿ ਤੁਸੀਂ ਕ੍ਰਿਸ਼ਨ ਨੂੰ ਯਾਦ ਕਰਦੇ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕ੍ਰਿਸ਼ਨ ਕਿਸ ਦਾ ਅਵਤਾਰ ਹੈ। ਕ੍ਰਿਸ਼ਨ ਅਵਤਾਰ ਹੈ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮਾਤਮਾ ਦਾ, ਪਰਮ ਪੁਰਖ ਦਾ, ਤੇ ਪਰਮ ਪੁਰਖ ਰਹਿੰਦਾ ਹੈ ਸ਼ਿਵਪੁਰੀ ਤੇ। ਇਸ ਤਰ੍ਹਾਂ ਸ਼ਿਵ ਨੂੰ ਵੀ ਮਹਾਪੁਰਸ਼ ਕਹਿੰਦੇ ਹਨ, ਵਿਸ਼ਨੂੰ ਨੂੰ ਵੀ ਮਹਾਪੁਰਸ਼ ਕਹਿੰਦੇ ਹਨ। ਇਸ ਤਰ੍ਹਾਂ ਜਦੋਂ ਤੁਸੀਂ ਕ੍ਰਿਸ਼ਨ ਦੇ ਪਰਮ ਪੁਰਖ ਰੂਪ ਨੂੰ, ਜੋ ਕਿ ਸਰਵ ਸ਼ਕਤੀਮਾਨ ਪਰਮਾਤਮਾ ਦਾ ਰੂਪ ਸਮਝ ਕੇ ਯਾਦ ਕਰੋਗੇ ਤੇ ਤੁਸੀਂ ਸਿੱਧਾ ਪਰਮਾਤਮਾ ਕੋਲ ਜਾਓਗੇ। ਪਰ ਜੇਕਰ ਕ੍ਰਿਸ਼ਨ ਦੇ ਮੰਦਿਰਾਂ ਨੂੰ ਜਾਂ ਕ੍ਰਿਸ਼ਨ ਦੀ ਮੂਰਤੀ ਨੂੰ ਤੁਸੀਂ ਯਾਦ ਕਰੋਗੇ ਤੇ ਕ੍ਰਿਸ਼ਨ ਦੀ ਮੂਰਤੀ ਤੇ ਉਹਨਾਂ ਦੇ ਅਵਤਾਰੀ ਰੂਪ ਦਾ ਸਾਕਾਰ ਰੂਪ ਹੈ, ਮਤਲਬ ਕ੍ਰਿਸ਼ਨ ਦੀ ਮੂਰਤੀ ਨੂੰ ਜਾਣਨਾ ਮੰਨਣਾ ਨਹੀਂ ਹੈ, ਕਿਉਂਕਿ ਫਿਰ ਤੁਸੀਂ ਪਰਮ ਪੁਰਖ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ। ਅਨੰਤ ਇਸ ਲਈ ਇਨਸਾਨ ਰਿਸ਼ੀ ਅਤੇ ਬ੍ਰਹਮ ਰਿਸ਼ੀ ਦੇ ਵਿਚਕਾਰ ਦਾ ਫਰਕ ਵੀ ਨਹੀਂ ਸਮਝ ਸਕਦਾ ਅਤੇ ਉਹ ਆਪ ਵੀ ਰਿਸ਼ੀ ਜਾਂ ਬ੍ਰਹਮ ਰਿਸ਼ੀ ਨਹੀਂ ਬਣ ਸਕਦਾ। ਬਾਪੂ ਜੀ, ਜੋ ਰਿਸ਼ੀ ਹੁੰਦਾ ਹੈ ਉਹ ਸੁਖਮ ਜਗਤ ਤੇ ਰਹਿੰਦਾ ਹੈ ਅਤੇ ਜੋ ਬ੍ਰਹਮ ਰਿਸ਼ੀ ਹੁੰਦਾ ਹੈ ਉਹ ਬ੍ਰਹਮੰਡ 'ਚ ਰਹਿੰਦਾ ਹੈ। ਬ੍ਰਹਮੰਡ 'ਚ ਵੀ ਕਿੱਥੇ? ਬ੍ਰਹਮੰਡ ਤੇ ਵੀ ਜੋ ਹਾਈ ਕੁਆਲਿਟੀ ਯਾਨੀ ਉੱਚੇ ਗੁਣਾਂ ਵਾਲੀ ਲੇਅਰਸ ਯਾਨੀ ਪਰਤ ਹੈ, ਉੱਥੇ ਰਹਿੰਦਾ ਹੈ। ਜੋ ਰਿਸ਼ੀ ਬ੍ਰਹਮ ਨੂੰ ਜਾਣਦਾ ਹੈ ਯਾਨੀ ਪਰਮਾਤਮਾ ਨੂੰ ਜਾਣਦਾ ਹੈ ਤੇ ਉਹ ਜਾਣਦਾ ਹੈ ਕਿ ਪਰਮਾਤਮਾ ਨਿਰਾਕਾਰ ਹੈ ਅਤੇ ਨਿਰਾਕਾਰੀ ਦੁਨੀਆ ਤੇ ਰਹਿੰਦਾ ਹੈ, ਤੇ ਉਹ ਰਿਸ਼ੀ ਨਿਰਾਕਾਰੀ ਦੁਨੀਆ ਤੇ ਜਾਂਦਾ ਹੈ। ਪਰ ਨਿਰਾਕਾਰੀ ਦੁਨੀਆ ਤੇ ਜਾਣ ਦੀ ਸ਼ਕਤੀ ਸਿਰਫ ਬ੍ਰਹਮ ਰਿਸ਼ੀਆਂ ਕੋਲ ਹੋਇਆ ਕਰਦੀ ਸੀ। ਇਸ ਕਰਕੇ ਹਰ ਇੱਕ ਰਿਸ਼ੀ ਨੂੰ ਬ੍ਰਹਮ ਰਿਸ਼ੀ ਨਹੀਂ ਕਹਿੰਦੇ ਸੀ, ਕਿਉਂਕਿ ਬ੍ਰਹਮ ਰਿਸ਼ੀ ਦੀ ਇੱਕ ਡਿਗਨਿਟੀ ਯਾਨੀ ਇੱਕ ਮਾਣ ਜਾਂ ਇੱਕ ਦਰਜਾ ਹੁੰਦਾ ਸੀ। ਜਿਸ ਤਰ੍ਹਾਂ ਕਿ ਇੱਕ ਰਿਸ਼ੀ ਸੀ ਵਿਸ਼ਵਾਮਿਤਰ। ਵਿਸ਼ਵਾਮਿਤਰ ਨੂੰ ਬ੍ਰਹਮ ਰਿਸ਼ੀ ਦਾ ਅਹੁਦਾ ਯਾਨੀ ਪਦ ਨਹੀਂ ਮਿਲਿਆ ਸੀ, ਕਈ ਜਨਮਾਂ ਤੱਕ ਨਹੀਂ ਮਿਲਿਆ। ਕਈ ਜਨਮ ਉਸਨੇ ਤਪੱਸਿਆ ਕੀਤੀ ਬ੍ਰਹਮ ਰਿਸ਼ੀ ਬਣਨ ਲਈ, ਤਾਂ ਵੀ ਨਹੀਂ ਮਿਲਿਆ, ਕਿਉਂਕਿ ਉਸ ਦੇ ਅੰਦਰ ਹੰਕਾਰ ਸੀ। ਉਹ ਤ੍ਰਿਸ਼ੰਕੂ ਜਿਸ ਤਰ੍ਹਾਂ ਦੀ ਹਾਲਤ ਕਰ ਦਿੰਦਾ ਸੀ। ਤ੍ਰਿਸ਼ੰਕੂ ਦੀ ਕਥਾ ਦੇ ਹਿਸਾਬ ਨਾਲ ਇੱਕ ਰਾਜਾ ਸੀ, ਉਸ ਦਾ ਵਿਸ਼ਵਾਮਿਤਰ ਗੁਰੂ ਸੀ, ਤੇ ਉਸਨੇ ਰਾਜਾ ਨੂੰ ਕਿਹਾ ਕਿ ਮੈਂ ਤੈਨੂੰ ਸਵਰਗ ਸਰੀਰ ਯਾਨੀ ਦੇਹ ਦੇ ਨਾਲ ਭੇਜਾਂਗਾ, ਪਰ ਕੋਈ ਵੀ ਇਸ ਸਰੀਰ ਦੇ ਨਾਲ ਉੱਪਰ ਦੇ ਲੋਕਾਂ ਤੇ ਭਾਵੇਂ ਸਵਰਗ ਹੋਵੇ ਜਾਂ ਕੋਈ ਵੀ ਲੋਕ ਹੋਵੇ ਨਹੀਂ ਜਾਇਆ ਜਾ ਸਕਦਾ, ਕਿਉਂਕਿ ਇਹ ਇੱਕ ਨੈਚੁਰਲ ਲਾਅ ਯਾਨੀ ਇੱਕ ਕੁਦਰਤੀ ਕਾਨੂੰਨ ਹੈ। ਜੋ ਕੁਦਰਤੀ ਕਾਨੂੰਨ ਯਾਨੀ ਨੈਚੁਰਲ ਲਾਅ ਹੁੰਦਾ ਹੈ ਉਹ ਇੱਕ ਯੂਨੀਵਰਸਲ ਲਾਅ ਯਾਨੀ ਸਰਵ ਵਿਆਪੀ ਕਾਨੂੰਨ ਹੁੰਦਾ ਹੈ। ਜੋ ਕੋਈ ਵੀ ਕੁਦਰਤੀ ਕਾਨੂੰਨ ਦੇ ਖਿਲਾਫ ਕੰਮ ਕਰੇਗਾ ਉਸ ਨੂੰ ਬ੍ਰਹਮ ਰਿਸ਼ੀ ਦਾ ਅਹੁਦਾ ਨਹੀਂ ਮਿਲੇਗਾ। ਜੋ ਬ੍ਰਹਮ ਨੂੰ ਜਾਣਦਾ ਹੈ ਯਾਨੀ ਪਰਮਾਤਮਾ ਨੂੰ ਜਾਣਦਾ ਹੈ ਉਹ ਬ੍ਰਾਹਮਣ ਹੈ। ਬ੍ਰਹਮ ਦਾ ਮਤਲਬ ਅਵਿਨਾਸੀ ਬ੍ਰਹਮ ਨੂੰ ਜਾਣਦਾ ਹੈ।
ਨਿਰਾਕਾਰੀ ਯਾਨੀ ਆਕਾਰ ਤੋਂ ਰਹਿਤ ਬ੍ਰਹਮ ਨੂੰ ਜਾਣਦਾ ਹੈ। ਜੋਤਿਰਲਿੰਗ ਨੂੰ ਜਾਣਦਾ ਹੈ ਯਾਨੀ ਪਰਮ ਪ੍ਰਕਾਸ਼ ਨੂੰ, ਜੋ ਕਿ ਪਰਮ ਪਿਤਾ ਪਰਮਾਤਮਾ ਦਾ ਨਿਰਾਕਾਰੀ ਰੂਪ ਹੈ, ਉਸ ਨੂੰ ਜਾਣਦਾ ਹੈ। ਜੋਤਿਰਲਿੰਗ ਦੀ ਪੂਜਾ ਕਰਦਾ ਹੈ। ਅਵਿਨਾਸੀ ਬ੍ਰਹਮ ਦੀ ਯਾਨੀ ਕਦੀ ਵੀ ਨਾਸ਼ ਨਾ ਹੋਣ ਵਾਲੇ ਬ੍ਰਹਮ ਨੂੰ ਯਾਦ ਕਰਦਾ ਹੈ, ਧਿਆਉਂਦਾ ਹੈ। ਉਸ ਬ੍ਰਹਮ ਨੂੰ ਯਾਦ ਕਰਦਾ ਹੈ ਜੋ ਪਰਮ ਧਾਮ 'ਚ ਰਹਿੰਦਾ ਹੈ, ਅਤੇ ਜੋ ਰਿਸ਼ੀ ਸਿੱਧਾ ਪਰਮ ਧਾਮ 'ਚ ਚਲਾ ਜਾਂਦਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ। ਐਸੀ ਆਤਮਾ ਦੀ ਯਾਨੀ ਬ੍ਰਹਮ ਰਿਸ਼ੀ ਦੀ ਪਰਮ ਧਾਮ ਜਾਣ ਦੀ ਨਿਰਾਕਾਰੀ ਅਵਸਥਾ 'ਤੇ ਬਹੁਤ ਸਪੀਡ ਯਾਨੀ ਗਤੀ ਹੁੰਦੀ ਹੈ। ਜੋ ਬ੍ਰਹਮ ਰਿਸ਼ੀ ਹੁੰਦਾ ਹੈ ਉਸ ਨੂੰ ਬ੍ਰਹਮ ਦਾ ਪਤਾ ਹੁੰਦਾ ਹੈ, ਯਾਨੀ ਉਹ ਬ੍ਰਹਮ ਨੂੰ ਜਾਣਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਬ੍ਰਹਮ ਪਰਮ ਧਾਮ 'ਤੇ ਰਹਿੰਦਾ ਹੈ ਤੇ ਉਹ ਡਾਇਰੈਕਟ ਯਾਨੀ ਸਿੱਧਾ ਪਰਮ ਧਾਮ 'ਤੇ ਨਿਰਾਕਾਰ ਜੋਤਿਰਲਿੰਗ ਯਾਨੀ ਨਿਰਾਕਾਰੀ ਪਰਮ ਪਿਤਾ ਪਰਮਾਤਮਾ ਕੋਲ ਜਾ ਸਕਦਾ ਹੈ। ਸ਼ਿਵਲਿੰਗ ਨਹੀਂ, ਜੋਤਿਰਲਿੰਗ ਕੋਲ ਯਾਨੀ ਨਿਰਾਕਾਰ ਪਰਮ ਪ੍ਰਕਾਸ਼ ਪਰਮਾਤਮਾ ਕੋਲ ਜਾ ਸਕਦਾ ਹੈ। ਜੋਤਿਰਲਿੰਗ ਅਤੇ ਸ਼ਿਵਲਿੰਗ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਆਨੰਦ ਬਾਪੂ ਜੀ ਆਪ ਜੀ ਦਾ ਇਸ ਬਾਰੇ 'ਚ ਇੱਕ ਵੱਖਰਾ ਵੀਡੀਓ ਹੈ, ਪਰ ਬਾਪੂ ਜੀ ਅਸੀਂ ਇਸ ਬਾਰੇ 'ਚ ਗੱਲ ਕਰਾਂਗੇ ਕਿ ਜੋ ਮੈਂ ਆਪ ਜੀ ਨੂੰ ਪੁੱਛਿਆ ਸੀ ਕਿ ਜੋ ਆਤਮਾ ਉੱਤੇ ਜਾਂਦੀ ਹੈ ਤੇ ਉਸ ਦਾ ਕੀ ਹੁੰਦਾ ਹੈ, ਜੋ ਆਪ ਜੀ ਨੇ ਦੱਸਿਆ ਕਿ ਜੋ ਆਤਮਾ ਉੱਤੇ ਜਾਂਦੀ ਹੈ ਉਹ ਆਪਣੇ ਸੂਖਮ ਸਰੀਰ ਦੇ ਹਿਸਾਬ ਨਾਲ ਉਨੇ ਹੀ ਲੈਵਲ ਯਾਨੀ ਸਤਰ ਤੱਕ ਉੱਤੇ ਜਾ ਸਕਦੀ ਹੈ ਜਿੰਨੀ ਉਸਦੀ ਤਿਆਗ ਤਪੱਸਿਆ ਹੈ ਜਾਂ ਕਰਮਾਂ ਦਾ ਹਿਸਾਬ ਕਿਤਾਬ ਹੈ। ਉਸ ਦੇ ਉੱਪਰ ਦੇ ਲੈਵਲ 'ਤੇ ਨਹੀਂ ਜਾ ਸਕਦੀ ਤੇ ਪਹਿਲਾਂ ਉਹਨੂੰ ਰਿਸ਼ੀ ਮਿਲਣਗੇ, ਬਾਅਦ 'ਚ ਯਾਨੀ ਤਿਆਗ ਤਪੱਸਿਆ ਕਰਨ ਤੋਂ ਬਾਅਦ ਅੱਗੇ ਬ੍ਰਹਮ ਰਿਸ਼ੀ ਮਿਲਣਗੇ। ਪਰ ਮੇਨ ਯਾਨੀ ਮੁੱਖ ਕਹਾਣੀ ਇਹ ਸੀ ਕਿ ਉੱਪਰ ਜਾਣ ਤੋਂ ਪਹਿਲਾਂ ਯਾਨੀ ਸੂਖਮ ਲੋਕ 'ਤੇ ਜਾਣ ਤੋਂ ਪਹਿਲਾਂ ਜੇਕਰ ਆਤਮਾ ਇੱਥੇ ਹੀ ਇਸ ਲੈਸਨ ਯਾਨੀ ਸਬਕ ਦੀ ਤਿਆਰੀ ਨਾਲ ਜਾਏ ਕਿ ਉੱਤੇ ਕੀ ਹੋਣ ਵਾਲਾ ਹੈ ਮੇਰੇ ਨਾਲ, ਆਪਣੀ ਆਤਮਾ ਦੇ ਜੀਵਨ ਦਾ ਕਾਰਨ ਅਗਰ ਉਹ ਸਮਝ ਜਾਏ ਯਾਨੀ ਆਪਣਾ ਮਕਸਦ ਸਮਝ ਜਾਏ ਤੇ ਉਹ ਹੁਣੇ ਤੋਂ ਹੀ ਯਾਨੀ ਐਸੀ ਸਥੂਲ ਲੋਕ 'ਤੇ ਹੀ ਆਪਣਾ ਕੰਮ ਕਰਨਾ ਯਾਨੀ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦੇਵੇ ਤੇ ਉੱਪਰ ਜਾ ਕੇ ਉਹਨੂੰ ਬਹੁਤ ਆਸਾਨੀ ਹੋਏਗੀ। ਆਤਮਾ ਤੋਂ ਪਰਮਾਤਮਾ ਬਣਨ 'ਤੇ, ਸ਼ਿਵਤਵ ਪ੍ਰਾਪਤ ਕਰਨ 'ਤੇ ਯਾਨੀ ਖੁਦ ਸ਼ਿਵ ਦੀ ਤਰ੍ਹਾਂ ਪਰਮਾਤਮਾ ਬਣਨ 'ਤੇ। ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਹੈ ਕਿ ਉਹ ਆਤਮਾ ਬ੍ਰਹਮ ਰਿਸ਼ੀ ਤੋਂ ਵੀ ਉੱਪਰ ਜਾ ਸਕਦੀ ਹੈ, ਉਹ ਸਿੱਧਾ ਸ਼ਿਵ ਪਦ ਯਾਨੀ ਸ਼ਿਵ ਪਰਮਾਤਮਾ ਵੀ ਬਣ ਸਕਦੀ ਹੈ। ਉਹ ਪਰਮ 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 ਮਹਾਸ਼ਿਵ ਤੱਕ ਵੀ ਜਾ ਸਕਦੀ ਹੈ। ਇਹ ਬਹੁਤ ਡੂੰਘੀ ਗੱਲ ਤੁਸੀਂ ਦੱਸੀ ਸੀ, ਪਰ ਮੇਰੇ ਕੋਲ ਕੁਝ ਬੇਸਿਕ ਸਵਾਲ ਹਨ। ਦੂਸਰਾ ਸਵਾਲ ਹੈ ਕਿ ਆਕਾਸ਼ਿਕ ਰਿਕਾਰਡ ਯਾਨੀ ਆਕਾਸ਼ ਤੱਤ ਦਾ ਰਿਕਾਰਡ ਜੋ ਕਿ ਕਲੈਕਟਿਵ ਬੈਂਕ ਹੈ ਯਾਨੀ ਜਿੱਥੇ ਸਾਰੀਆਂ ਚੀਜ਼ਾਂ ਗਿਆਨ ਆਦਿ ਦਾ ਬੈਂਕ ਦੀ ਤਰ੍ਹਾਂ ਜਮ੍ਹਾਂ ਖਾਤਾ ਹੁੰਦਾ ਹੈ ਅਤੇ ਜਿਸ ਦੇ ਅੰਦਰ ਪੂਰੀ ਦੁਨੀਆ ਦੀ ਆਤਮਾਵਾਂ ਦੇ ਕਰਮ ਰਿਕਾਰਡ ਹੁੰਦੇ ਹਨ, ਉਸ ਦੇ ਬਾਰੇ 'ਚ ਆਪ ਜੀ ਕੁਝ ਦੱਸੋ। ਬਾਪੂ ਜੀ, ਜਿਸ ਤਰ੍ਹਾਂ ਕਿ ਤੁਸੀਂ ਬੋਲਦੇ ਹੋ ਤੇ ਵਾਯੂ ਤੱਤ 'ਤੇ ਵੀ ਰਿਕਾਰਡ ਹੋ ਜਾਂਦਾ ਹੈ ਨਾ, ਤੁਹਾਡੇ ਲਾਗੇ ਸ਼ਾਗੇ ਦੇ ਵਾਯੂ ਤੱਤ 'ਤੇ ਇੱਕ ਸੈੱਲ ਯਾਨੀ ਕਣ 'ਚ ਹਰ ਚੀਜ਼ ਦਾ ਰਿਕਾਰਡ ਹੈ, ਸਾਰੀ ਦੁਨੀਆ ਦਾ ਰਿਕਾਰਡ ਹੈ। ਐਸੀ ਤਰ੍ਹਾਂ ਉੱਪਰ ਜੋ ਆਕਾਸ਼ਿਕ ਰਿਕਾਰਡ ਹੈ ਤੇ ਉਸ ਆਕਾਸ਼ ਤੱਤ 'ਤੇ ਆਟੋਮੈਟਿਕ ਸੁਪਰ ਕੰਪਿਊਟਰ ਯਾਨੀ ਆਪਣੇ ਆਪ ਹੀ ਚੱਲਣ ਵਾਲਾ ਕੰਪਿਊਟਰ ਤੇ ਸਭ ਕੁਝ ਰਿਕਾਰਡ ਹੁੰਦਾ ਹੈ, ਪਰ ਆਕਾਸ਼ ਤੱਤ ਵੀ ਸੁਪਰ ਕੰਪਿਊਟਰ ਹੀ ਹੈ। ਅਨੰਤ ਬਾਪੂ ਜੀ, ਜਿਸ ਤਰ੍ਹਾਂ ਕਿ ਮੈਂ ਜਾਂ ਕੋਈ ਵੀ ਕੁਝ ਵੀ ਬੋਲਦਾ ਹੈ ਤੇ ਉਹ ਸ਼ਬਦ ਜਾਂ ਕੋਈ ਵੀ ਚੀਜ਼ ਉਸ ਦੇ ਲਾਗੇ ਲਾਗੇ ਦੇ ਵਾਤਾਵਰਣ 'ਤੇ ਰਿਕਾਰਡ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਕਈ ਉਦਾਹਰਣ ਅਸੀਂ ਟੀਵੀ 'ਤੇ ਵੇਖੇ ਅਤੇ ਸੁਣੇ ਹੋਏ ਹਨ। ਕੋਈ ਰਿਸ਼ੀ ਕਿਸੇ ਦਰਖਤ ਜਾਂ ਪੇੜ ਦੇ ਨੀਚੇ ਤਪ ਕਰਦਾ ਹੈ ਤੇ ਉਸ ਦਰਖਤ ਦੇ ਅੰਦਰ ਇੰਨੀ ਸ਼ਕਤੀ ਜਾਂ ਜ਼ਮੀਨ ਦੇ ਅੰਦਰ ਇੰਨੀ ਸ਼ਕਤੀ ਆ ਜਾਂਦੀ ਹੈ ਕਿ ਜ਼ਮੀਨ ਤੋਂ ਪਾਣੀ ਨਿਕਲਣ ਲੱਗ ਪੈਂਦਾ ਹੈ, ਜਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਹਨ। ਇਸ ਦਾ ਮਤਲਬ ਉਸ ਦੀ ਸ਼ਕਤੀ ਵੀ ਰਿਕਾਰਡ ਹੋ ਗਈ ਉਸ ਵਾਤਾਵਰਣ 'ਚ। ਬਾਪੂ ਜੀ ਵੇਖੋ, ਕੋਈ ਵੀ ਰਿਸ਼ੀ ਮੁਨੀ
ਕਿਸੇ ਵੀ ਜਗ੍ਹਾ ਤੇ ਤਪੱਸਿਆ ਕਰਦਾ ਹੈ ਨਾ, ਯਾਨੀ ਜਿੱਥੇ ਵੀ ਤਪੱਸਿਆ ਕਰਦਾ ਹੈ ਤੇ ਉਸ ਜਗ੍ਹਾ ਤੇ ਲਾਗੇ ਤੋਂ ਤੁਹਾਨੂੰ ਪਰਮ ਤੱਤਾਂ ਦਾ ਯਾਨੀ ਉਸ ਰਿਸ਼ੀ ਦੀ ਸ਼ਕਤੀ ਦਾ ਅਹਿਸਾਸ ਹੋਏਗਾ। ਜਿਸ ਤਰ੍ਹਾਂ ਕਿ 50-100 ਮੀਟਰ ਦੀ ਰੇਂਜ ਯਾਨੀ ਸੀਮਾ ਤੱਕ ਪਰਮ ਤੱਤ ਹੁੰਦੇ ਹਨ। ਜਿਸ ਤਰ੍ਹਾਂ ਕਿ ਕੋਈ ਦਰਖਤ ਹੈ ਤੇ ਦਰਖਤ ਦੇ ਅੰਦਰ ਵੀ ਪਰਮ ਤੱਤ ਜਾਂਦੇ ਹਨ। ਜੇ ਜ਼ਮੀਨ ਹੈ ਤਾਂ ਜ਼ਮੀਨ ਦੇ ਅੰਦਰ ਕਣ-ਕਣ ਤੇ ਪਰਮ ਤੱਤ ਜਾਂਦੇ ਹਨ, ਕਿਉਂਕਿ ਜ਼ਮੀਨ ਦੇ ਅੰਦਰ ਵੀ ਆਕਾਸ਼ ਤੱਤ ਹੈ, ਕਿਉਂਕਿ ਜ਼ਮੀਨ ਵੀ ਇੱਕ ਤੱਤ ਹੈ ਨਾ, ਤੇ ਉਸ ਦੇ ਅੰਦਰ ਵੀ ਪਰਮ ਤੱਤ ਦੀ ਕੁਝ ਮਾਤਰਾ ਜਾਂਦੀ ਹੈ। ਤੇ ਜੇਕਰ ਤੁਸੀਂ ਲੱਖਾਂ ਸਾਲਾਂ ਬਾਅਦ ਵੀ ਉੱਥੇ ਜਾ ਕੇ ਥੋੜਾ ਜਿਹਾ ਵੀ ਯੋਗ ਲਗਾਓਗੇ, ਮਤਲਬ ਪਰਮਾਤਮਾ ਦਾ ਧਿਆਨ ਕਰੋਗੇ, ਤੇ ਤੁਹਾਨੂੰ ਉਸ ਰਿਸ਼ੀ ਦੀ ਯਾਨੀ ਜਿਸ ਰਿਸ਼ੀ ਨੇ ਉਸ ਜਗ੍ਹਾ ਤੇ ਤਪੱਸਿਆ ਕੀਤੀ ਸੀ ਦੀ ਸ਼ਕਤੀ ਦਾ ਅਹਿਸਾਸ ਹੋਏਗਾ। ਆਨੰਦ। ਇਸ ਲਈ ਕਈ ਜਗ੍ਹਾ ਬਹੁਤ ਖਾਸ ਹੁੰਦੀ ਹੈ ਬਾਪੂ ਜੀ। ਲੱਖਾਂ ਸਾਲਾਂ ਬਾਅਦ ਵੀ ਉੱਥੇ ਪਰਮ ਤੱਤਾਂ ਦੀ ਮਾਤਰਾ ਰਹਿੰਦੀ ਹੈ। ਜੇ ਹਵਾ ਆਏਗੀ ਤੇ ਹਵਾ ਦਾ ਝੋਂਕਾ ਆਪਣੇ ਨਾਲ ਪਰਮ ਤੱਤ ਲੈ ਜਾਏਗਾ, ਪਰ ਜੋ ਜ਼ਮੀਨ ਦੇ ਅੰਦਰ 50 ਮੀਟਰ ਤੱਕ ਜੋ ਪਰਮ ਤੱਤ ਹਨ ਉਹਨਾਂ ਦਾ ਰਿਕਾਰਡ ਤੇ ਰਹਿੰਦਾ ਹੀ ਹੈ, ਲੱਖਾਂ ਸਾਲਾਂ ਤੱਕ ਰਹਿੰਦਾ ਹੈ। ਆਨੰਦ। ਤੇ ਜੋ ਇਨਸਾਨ ਸੋਚੇ ਕਿ ਮੈਂ ਪਾਪ ਕਰ ਰਿਹਾ ਹਾਂ ਪਰ ਮੈਨੂੰ ਕੋਈ ਨਹੀਂ ਵੇਖ ਰਿਹਾ ਹੈ, ਤੇ ਕੀ ਉਹ ਇਸ ਪਾਪ ਤੋਂ ਨਿਕਲ ਸਕਦਾ ਹੈ? ਮਤਲਬ ਇਹ ਉਸਦੀ ਇਹ ਸੋਚ ਕਿ ਮੈਨੂੰ ਕੋਈ ਨਹੀਂ ਵੇਖ ਰਿਹਾ, ਅਤੇ ਦੂਸਰਾ ਉਹ ਪਾਪ ਜੋ ਉਹ ਕਰ ਰਿਹਾ ਹੈ, ਕਿਉਂਕਿ ਦੋਨੋਂ ਹੀ ਉੱਪਰ ਆਕਾਸ਼ੀय ਰਿਕਾਰਡ ਤੇ ਰਿਕਾਰਡ ਹੋ ਰਹੇ ਹਨ, ਤੇ ਕੀ ਉਹ ਇਸ ਪਾਪ ਤੋਂ ਨਿਕਲ ਸਕੇਗਾ? ਬਾਪੂ ਜੀ, ਉੱਪਰ ਤੇ ਸਭ ਕੁਝ ਰਿਕਾਰਡ ਹੋ ਰਿਹਾ ਹੈ। ਉਸ ਦਾ ਸਾਰਾ ਰਿਕਾਰਡ ਵਾਤਾਵਰਣ ਜਾਂ ਵਾਯੂਮੰਡਲ ਤੇ ਵੀ ਰਿਕਾਰਡ ਹੋ ਰਿਹਾ ਹੈ, ਆਕਾਸ਼ੀय ਰਿਕਾਰਡ ਤੇ ਸੁਪਰ ਕੰਪਿਊਟਰ ਤੇ ਵੀ ਰਿਕਾਰਡ ਹੋ ਰਿਹਾ ਹੈ, ਅਤੇ ਉਸਦੀ ਆਪਣੀ ਆਤਮਾ ਤੇ ਵੀ ਹਰ ਜਗ੍ਹਾ ਰਿਕਾਰਡ ਹੋ ਰਿਹਾ ਹੈ। ਆਨੰਦ। ਜਿਸ ਤਰ੍ਹਾਂ ਬਾਪੂ ਜੀ ਕੀ ਆਪ ਜੀ ਨੇ ਇੱਕ ਸੈਸ਼ਨ ਯਾਨੀ ਗਿਆਨ ਦੀ ਗੱਲਬਾਤ ਦੇ ਦੌਰਾਨ ਦੱਸਿਆ ਸੀ ਕਿ ਜਦੋਂ ਇਨਸਾਨ ਪਾਪ ਕਰਦਾ ਹੈ ਤੇ ਉਹ ਇਹ ਸੋਚਦਾ ਹੈ ਕਿ ਇਸ ਦਾ ਫਲ ਮੈਨੂੰ ਅੱਗੇ ਜਾ ਕੇ ਮਿਲੇਗਾ, ਪਰ ਆਪ ਜੀ ਨੇ ਦੱਸਿਆ ਸੀ ਕਿ ਪਾਪ ਦਾ ਫਲ ਉਸੇ ਵੇਲੇ ਵੀ ਮਿਲ ਜਾਂਦਾ ਹੈ, ਕਿਉਂਕਿ ਪਾਪ ਕਰਨ ਕਰਕੇ ਮਨ ਤੇ ਦੁੱਖ ਆ ਜਾਂਦਾ ਹੈ ਤੇ ਉਸ ਦਾ ਮਨ ਜੋ ਹੈ ਉਹ ਭਾਰੀ ਹੋ ਜਾਂਦਾ ਹੈ, ਤੇ ਦੁੱਖ ਉਸਨੂੰ ਪਾਪ ਕਰਦੇ ਸਾਥ ਹੀ ਮਿਲ ਗਿਆ। ਭਾਰੀ ਮਨ ਦੇ ਦੁੱਖ ਦਾ ਮਤਲਬ, ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਸੀ ਕਿ ਦੁੱਖ ਜਾਂ ਸੁੱਖ ਪਹਿਲਾਂ ਮਨ ਤੇ ਆਉਂਦਾ ਹੈ। ਮਤਲਬ ਬੁਰਾ ਕਰਮ ਕੀਤਾ ਯਾਨੀ ਵਿਕਰਮ ਕੀਤਾ ਅਤੇ ਉਸੇ ਵਕਤ ਸਜ਼ਾ ਮਿਲ ਗਈ। ਬਾਪੂ ਜੀ, ਕੋਈ ਵੀ ਆਤਮਾ ਜਦੋਂ ਪਾਪ ਕਰਦੀ ਹੈ ਤੇ ਉਸਦੀ ਆਤਮਾ ਸਭ ਤੋਂ ਪਹਿਲਾਂ ਮਹਿਸੂਸ ਕਰਦੀ ਹੈ, ਉਸਦਾ ਮਨ ਵੀ ਪਹਿਲਾਂ ਮਹਿਸੂਸ ਕਰਦਾ ਹੈ, ਅਤੇ ਉਸਦਾ ਮਨ ਉਸਨੂੰ ਅੰਦਰੋਂ ਖਾਂਦਾ ਹੈ ਕਿ ਮੈਂ ਚੰਗਾ ਕੰਮ ਨਹੀਂ ਕੀਤਾ, ਕਿਉਂਕਿ ਆਤਮਾ ਨੂੰ ਇੰਨੀ ਪਹਿਚਾਨ ਤਾਂ ਹੁੰਦੀ ਹੈ ਕਿ ਚੰਗਾ ਕੀ ਹੈ ਅਤੇ ਬੁਰਾ ਕੀ ਹੈ। ਉਸਦੇ ਮਨ ਦੇ ਅੰਦਰ ਬੁੱਧ 'ਚ ਇੰਨੀ ਜਜਮੈਂਟ ਪਾਵਰ ਯਾਨੀ ਚੰਗੇ ਮਾੜੇ ਦਾ ਫੈਸਲਾ ਕਰਨ ਦੀ ਸ਼ਕਤੀ ਤਾਂ ਹੈ। ਮਨ ਭਾਵੇਂ ਤਮੋ ਪ੍ਰਧਾਨ ਯਾਨੀ ਬੁਰੇ ਵਿਚਾਰਾਂ ਵਾਲਾ ਹੋ ਜਾਵੇ, ਪਰ ਚੰਗਾ ਕੀ ਹੈ, ਬੁਰਾ ਕੀ ਹੈ, ਕਰਮ ਕੀ ਹੈ, ਉਹ ਜਾਣਦੀ ਹੈ। ਇਸ ਲਈ ਜਦੋਂ ਬੁਰਾ ਕਰਮ ਹੋ ਜਾਂਦਾ ਹੈ ਤੇ ਮਨ ਅੰਦਰੋਂ ਉਸ ਨੂੰ ਖਾਂਦਾ ਹੈ, ਤੇ ਜਦੋਂ ਮਨ ਖਾਂਦਾ ਹੈ ਤੇ ਕਾਰਨ ਸਰੀਰ ਯਾਨੀ 3 ਤੱਤਾਂ ਦੇ ਸਰੀਰ ਤੇ ਡੈਫੀਸਿਟ ਮਤਲਬ ਸ਼ਕਤੀ ਦਾ ਘਾਟਾ ਜਾਂ ਕਾਰਨ ਸਰੀਰ ਨੂੰ ਨੁਕਸਾਨ ਹੁੰਦਾ ਹੈ। ਆਨੰਦ। ਤੇ ਬਾਪੂ ਜੀ, ਮਨ ਦੇ ਵਿਚਾਰਾਂ ਦਾ ਬਦਲਾਵ ਕਦੋਂ ਹੁੰਦਾ ਹੈ? ਜਿਸ ਤਰ੍ਹਾਂ ਸਮਰਾਟ ਅਸ਼ੋਕ ਨੇ ਇੰਨਾ ਵੱਡਾ ਯੁੱਧ ਕੀਤਾ ਤੇ ਬਾਅਦ 'ਚ ਉਸ ਨੂੰ ਸਮਝ ਆਈ ਅਤੇ ਫਿਰ ਉਸ ਦੇ ਵਿਚਾਰਾਂ 'ਚ ਬਦਲਾਵ ਹੋਇਆ। ਬਾਪੂ ਜੀ, ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕੋਈ ਆਤਮਾ ਮਹਾਪਾਪ ਕਰਦੀ ਹੈ, ਮਤਲਬ ਘੋਰ ਪਾਪ ਕਰਦੀ ਹੈ, ਤੇ ਉਸ ਦੇ ਮਨ ਤੇ ਅਸਰ ਹੁੰਦਾ ਹੈ। ਜਦੋਂ ਰਾਜਾ ਅਸ਼ੋਕ ਨੇ ਯੁੱਧ ਤੇ ਹਜ਼ਾਰਾਂ ਲਾਸ਼ਾਂ ਵੇਖੀਆਂ, ਮਤਲਬ ਯੁੱਧ ਦਾ ਮੈਦਾਨ ਕਲਿੰਗ ਮਤਲਬ ਅੱਜ ਦਾ ਉੜੀਸਾ, ਤੇ ਲੱਖਾਂ ਦੀ ਤਾਦਾਦ 'ਚ ਲਾਸ਼ਾਂ ਦੇ ਢੇਰ ਵੇਖੇ, ਤੇ ਉਸ ਨੂੰ ਮਨ ਦੇ ਅੰਦਰ ਇਹ ਲੱਗਿਆ ਕਿ ਮੈਂ ਸਾਰੀ ਜ਼ਿੰਦਗੀ ਰਾਜਾਸ਼ਾਹੀ ਦੀ ਸ਼ਕਤੀ ਲੈਣ ਦੇ ਲਈ ਹੀ ਬਿਤਾ ਦਿੱਤੀ। ਪਰ ਇਸ ਤਰ੍ਹਾਂ ਦੇ ਵਿਚਾਰ ਸਿਰਫ ਆਪਣੇ ਮਨ ਦੀ ਵਜ੍ਹਾ ਨਾਲ ਹੀ ਨਹੀਂ ਆਉਂਦੇ,
ਉਸ ਦੇ ਨਾਲ ਸੂਖਮ ਜਗਤ ਦੀਆਂ ਉਹ ਆਤਮਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਨਾਲ ਉਸ ਦੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ। ਸੂਖਮ ਜਗਤ ਦੀਆਂ ਆਤਮਾਵਾਂ ਉਸ ਨੂੰ ਰੇਜ਼ ਯਾਨੀ ਅਹਿਸਾਸ ਕਰਾ ਕੇ ਵੀ ਆਪਣੀ ਗੱਲ ਦੱਸਦੀਆਂ ਹਨ ਤੇ ਉਹ ਕਹਿੰਦੀਆਂ ਹਨ ਕਿ ਤੂੰ ਕੀ ਕਰ ਰਿਹਾ ਹੈ। ਐਸਾ ਉਹ ਉਸ ਨੂੰ ਅਹਿਸਾਸ ਕਰਾ ਕੇ ਸੋਚਣ ਤੇ ਮਜਬੂਰ ਕਰਦੀਆਂ ਹਨ। ਆਨੰਦ ਤੇ ਬਾਪੂ ਜੀ ਉਹਨਾਂ ਸੂਖਮ ਜਗਤ ਵਾਲੀਆਂ ਆਤਮਾਵਾਂ ਨੂੰ ਅਸ਼ੋਕ ਦੇ ਵਿਚਾਰ ਪਹਿਲਾਂ ਬਦਲਵਾਉਣੇ ਚਾਹੀਦੇ ਸੀ ਨਾ ਬਾਪੂ ਜੀ, ਪਰ ਇਸ ਤਰ੍ਹਾਂ ਦੇ ਕਰਮ ਤਾਂ ਉਸ ਦਾ ਕਰਮ ਬੰਨਣ ਯਾਨੀ ਕਰਮਾਂ ਦਾ ਹਿਸਾਬ ਕਿਤਾਬ ਉਸ ਤੋਂ ਕਰਵਾਏਗਾ ਨਾ। ਉਹਨੂੰ ਇਹ ਸਭ ਕਰਨਾ ਹੀ ਸੀ, ਪਰ ਬਾਅਦ 'ਚ ਉਸ ਦੇ ਚੰਗੇ ਕਰਮ ਆ ਰਹੇ ਨੇ, ਉਸ ਦੇ ਪੁੰਨ ਦਾ ਖਾਤਾ ਖੁੱਲ੍ਹਣ ਵਾਲਾ ਹੈ, ਪੁੰਨ ਦਾ ਖਾਤਾ ਬਣਨ ਵਾਲਾ ਹੈ ਤੇ ਸੂਖਮ ਜਗਤ ਦੀਆਂ ਆਤਮਾਵਾਂ ਉਸ ਨੂੰ ਅਹਿਸਾਸ ਕਰਾ ਕੇ ਗਿਆਨ ਤੋਂ ਜਾਣੂ ਕਰਾਉਣਗੀਆਂ। ਆਨੰਦ ਤੇ ਇਸ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਕੁਝ ਬੁਰਾ ਕਰਮ ਕਰ ਰਹੇ ਹਾਂ ਤੇ ਇਹ ਸਮਝੋ ਕਿ ਸਾਡਾ ਬੁਰਾ ਕਰਮ ਆ ਕੇ ਇਹ ਕਰਵਾ ਰਿਹਾ ਹੈ, ਪਰ ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਸਾਡੇ ਚੰਗੇ ਕਰਮ ਵੀ ਸਾਹਮਣੇ ਆਉਣਗੇ ਤੇ ਸਾਡੀ ਬੁੱਧ ਤੇ ਯਾਨੀ ਸਾਡੇ ਵਿਚਾਰਾਂ ਤੇ ਬਦਲਾਵ ਹੋਏਗਾ। ਬਾਪੂ ਜੀ ਹਰ ਕਿਸੇ ਨੂੰ ਇਸ ਤਰ੍ਹਾਂ ਨਾਲ ਨਹੀਂ ਸੋਚਣਾ ਚਾਹੀਦਾ, ਕਰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ। ਗਿਆਨੀ ਪੁਰਖ ਤੇ ਸੋਚਣ ਤੋਂ ਪਹਿਲਾਂ ਵੀ ਸੋਚਦਾ ਹੈ, ਮਤਲਬ ਗਿਆਨੀ ਪੁਰਖ ਕੁਝ ਵੀ ਸੋਚਣ ਤੋਂ ਪਹਿਲਾਂ ਇਹ ਸੋਚਦਾ ਹੈ ਕਿ ਮੈਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਨਹੀਂ। ਗਿਆਨੀ ਪੁਰਖ ਤੇ ਨਿਸੰਕਲਪ ਯਾਨੀ ਸੋਚ ਵਿਚਾਰ ਤੋਂ ਰਹਿਤ ਹੀ ਰਹਿੰਦਾ ਹੈ। ਉਹ ਜ਼ਿਆਦਾਤਰ ਤੇ ਪਰਮਾਤਮਾ ਦੀ ਯਾਦ ਤੇ ਕਰਮ ਯੋਗੀ ਯਾਨੀ ਕੰਮ ਕਰਦੇ ਹੋਏ ਵੀ ਪਰਮਾਤਮਾ ਦੀ ਯਾਦ ਤੇ ਰਹਿੰਦਾ ਹੈ ਅਤੇ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨੂੰ ਲੱਭਦਾ ਹੈ। ਗਿਆਨੀ ਆਤਮਾ ਨੂੰ ਤੇ ਪਤਾ ਹੁੰਦਾ ਹੈ ਕਿ ਹਰ ਘੜੀ ਹਰ ਵੇਲੇ ਮੈਨੂੰ ਆਲਮਾਈਟੀ ਅਥਾਰਟੀ ਤੋਂ ਪਰਮ ਲਾਈਟ ਯਾਨੀ ਪਰਮ ਪ੍ਰਕਾਸ਼ ਮਿਲ ਰਿਹਾ ਹੈ। ਮੇਰੀ ਆਤਮਾ ਤੇ ਪਰਮ ਪ੍ਰਕਾਸ਼ ਆ ਰਿਹਾ ਹੈ ਅਤੇ ਪਰਮ ਪ੍ਰਕਾਸ਼ ਤੇ ਮੇਰੀ ਆਤਮਾ ਤੇ ਆਉਣ ਕਰਕੇ ਮੇਰਾ ਕਾਰਨ ਸਰੀਰ ਚਾਰਜ ਯਾਨੀ ਪਰਮ ਪ੍ਰਕਾਸ਼ ਨਾਲ ਭਰ ਰਿਹਾ ਹੈ। ਮੈਨੂੰ ਜਨਮਾਂ ਜਨਮ ਦੇ ਵਿਕਰਮ ਯਾਨੀ ਪਾਪ ਸਾਫ਼ ਕਰਨੇ ਹਨ, ਧੋਣੇ ਹਨ। ਜਨਮਾਂ ਜਨਮਾਂ ਦੇ ਪਾਪਾਂ ਦੀ ਧੁਆਈ ਕਰਨੀ ਹੈ। ਆਨੰਦ ਤੇ ਅਸੀਂ ਇਹ ਸਮਝੀਏ ਕਿ ਮਨੁੱਖ ਜਨਮ ਮਿਲਿਆ ਹੈ ਤੇ ਆਪਣੇ ਪਾਪਾਂ ਦੀ ਧੁਆਈ ਅਸੀਂ ਕਰਨੀ ਹੈ। ਬਾਪੂ ਜੀ ਮਨੁੱਖ ਜਨਮ ਇਸ ਲਈ ਤੇ ਮਿਲਦਾ ਹੈ ਕਿ ਪਾਪ ਦੀ ਧੁਆਈ ਕੀਤੀ ਜਾ ਸਕੇ। ਪਾਪਾਂ ਨੂੰ ਜੇਕਰ ਧੋਵਾਂਗੇ ਤੇ ਫਿਰ ਉੱਤੇ ਜਾਨੀ ਪਰਮਾਤਮਾ ਕੋਲ ਜਾ ਸਕਾਂਗੇ। ਆਨੰਦ ਬਾਪੂ ਜੀ ਇਸ ਤੋਂ ਅੱਗੇ ਵਧਦੇ ਹਾਂ। ਇਹ ਪੁਨਰ ਜਨਮ ਯਾਨੀ ਮਰ ਕੇ ਦੁਬਾਰਾ ਜੰਮਣਾ ਕਿਉਂ ਹੁੰਦਾ ਹੈ? ਉਸ ਦਾ ਕੀ ਕਾਰਨ ਹੈ? ਕਿਸ ਦਾ ਜਨਮ ਹੁੰਦਾ ਹੈ ਅਤੇ ਕਿਸ ਦਾ ਨਹੀਂ ਹੁੰਦਾ? ਕੌਣ ਡਿਸਾਈਡ ਯਾਨੀ ਤੈਅ ਕਰਦਾ ਹੈ ਕਿ ਤੂੰ ਅੰਬਾਨੀ ਦੇ ਘਰ ਜੰਮਣਾ ਹੈ ਜਾਂ ਗਰੀਬ ਦੇ ਘਰ ਤੇ ਜੰਮਣਾ ਹੈ? ਕੌਣ ਤੈਅ ਕਰਦਾ ਹੈ ਕਿ ਤੂੰ ਮੇਲ ਯਾਨੀ ਪੁਰਸ਼ ਬਣੇਗਾ ਜਾਂ ਫੀਮੇਲ ਯਾਨੀ ਇਸਤਰੀ ਬਣੇਗਾ? ਕਿਹੜਾ ਸਰੀਰ ਤੈਨੂੰ ਮਿਲੇਗਾ? ਇਹ ਕੌਣ ਡਿਸਾਈਡ ਕਰਦਾ ਹੈ? ਬਾਪੂ ਜੀ ਪਹਿਲੇ ਜ਼ਮਾਨੇ ਤੇ ਉੱਪਰ ਚਿੱਤਰਗੁਪਤ ਬੈਠਦਾ ਸੀ, ਯਾਨੀ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਮਰਨ ਤੋਂ ਬਾਅਦ ਜਦੋਂ ਆਤਮਾ ਉੱਪਰ ਜਾਂਦੀ ਹੈ ਤੇ ਉੱਪਰ ਇੱਕ ਚਿੱਤਰਗੁਪਤ ਨਾਮ ਦਾ ਆਤਮਾਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਰੱਖਣ ਵਾਲਾ ਇੱਕ ਤਰ੍ਹਾਂ ਦਾ ਦੇਵਤਾ ਬੈਠਦਾ ਹੈ ਤੇ ਉਹ ਆਤਮਾਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਵੇਖ ਕੇ ਫੈਸਲਾ ਕਰਦਾ ਹੈ ਕਿ ਉਹ ਸਵਰਗ ਤੇ ਜਾਏਗੀ ਜਾਂ ਨਰਕ ਤੇ। ਪਰ ਇਹ ਗੱਲ ਹੁਣ ਬਹੁਤ ਪੁਰਾਣੀ ਹੋ ਗਈ ਹੈ। ਬਦਲਾਵ ਹਮੇਸ਼ਾ ਹੁੰਦਾ ਰਹਿੰਦਾ ਹੈ, ਪਰ ਹੁਣ ਆਤਮਾ ਦੇ ਅੰਦਰ ਹਰ ਚੀਜ਼ ਰਿਕਾਰਡ ਹੁੰਦੀ ਹੈ। ਜੋ ਆਤਮਾ ਚੰਗੇ ਕਰਮ ਕਰਦੀ ਹੈ ਤੇ ਉਹ ਮਰਨ ਤੋਂ ਬਾਅਦ ਸੂਖਮ ਜਗਤ ਤੇ ਥੋੜਾ ਉੱਪਰ ਜਾਂਦੀ ਹੈ ਤੇ ਉੱਥੇ ਉਸ ਨੂੰ ਸੂਖਮ ਜਗਤ ਤੇ ਰਹਿਣ ਵਾਲੀਆਂ ਕਈ ਚੰਗੀਆਂ ਆਤਮਾਵਾਂ ਵੀ ਮਿਲਦੀਆਂ ਹਨ ਜੋ ਗਰੁੱਪ ਯਾਨੀ ਇਕੱਠ ਤੇ ਰਹਿੰਦੀਆਂ ਹਨ ਤੇ ਉਹ ਵੀ ਉਸ ਆਤਮਾ ਨੂੰ ਚੰਗਾ ਰਾਹ ਦੱਸਦੀਆਂ ਹਨ। ਸਾਧੂ ਸੰਤ ਵੀ ਉਸ ਚੰਗੇ ਕੰਮ ਕਰਕੇ ਉੱਪਰ ਜਾਣ ਵਾਲੀ ਆਤਮਾ ਨੂੰ ਗਾਈਡਲਾਈਨ ਯਾਨੀ ਹੋਰ ਅੱਗੇ ਵਧਣ ਦਾ, ਤਪੱਸਿਆ ਕਰਕੇ ਅੱਗੇ ਜਾਣ ਦਾ ਰਸਤਾ ਦੱਸਦੇ ਹਨ। ਸੁਖਮ ਜਗਤ ਵਾਲੇ ਭਾਵੇਂ ਸਾਧੂ ਸੰਤ ਹੋਣ ਜਾਂ ਚੰਗੀਆਂ ਆਤਮਾਵਾਂ ਹੋਣ, ਉਸ ਆਤਮਾ ਨੂੰ ਦੱਸਦੇ ਹਨ ਕਿ ਤੇਰੇ ਕੋਲ ਇੰਨਾ ਪੁੰਨ ਦਾ ਤੇ ਇੰਨਾ ਪਾਪ ਦਾ ਖਾਤਾ ਹੈ
ਤੇ ਤੂੰ ਇੱਥੇ ਜਨਮ ਲੈ ਲੈ, ਕਿਸੇ ਗਰੀਬ ਦੇ ਘਰ ਜਨਮ ਲੈ ਲੈ ਤੇ ਤੇਰੇ ਵੀ ਕਰਮ ਯਾਨੀ ਪਾਪ ਕਰਮ ਛੇਤੀ ਖਤਮ ਹੋ ਜਾਣਗੇ। ਕਿਉਂਕਿ ਜੇਕਰ ਤੂੰ ਗਰੀਬ ਦੇ ਘਰ ਜਨਮ ਲਏਗਾ ਤੇ ਤੈਨੂੰ ਦੁੱਖ ਦਰਦ ਬਹੁਤ ਆਣਗੇ ਤੇ ਤੂੰ ਪਰਮਾਤਮਾ ਨੂੰ ਬਹੁਤ ਜ਼ਿਆਦਾ ਯਾਦ ਕਰੇਗਾ ਤੇ ਤੇਰੇ ਪਾਪ ਕਰਮ ਛੇਤੀ ਘਟ ਜਾਣਗੇ। ਆਨੰਦ। ਤੇ ਬਾਪੂ ਜੀ, ਜੋ ਲੋਕ ਅੰਨੇ ਪੈਦਾ ਹੁੰਦੇ ਹਨ, ਬੱਚੇ ਜੋ ਹੈਂਡੀਕੈਪਡ ਯਾਨੀ ਅਪੰਗ ਹੁੰਦੇ ਹਨ, ਤੇ ਉਹਨਾਂ ਦਾ ਕੀ ਕਾਰਨ ਹੈ? ਬਾਪੂ ਜੀ, ਸੁਖਮ ਜਗਤ ਵਾਲੇ ਜਾਣ ਬੁੱਝ ਕੇ ਉਸਨੂੰ ਐਸਾ ਕਰਨ ਦਾ ਆਗ੍ਰਹਿ ਯਾਨੀ ਬੇਨਤੀ ਮਤਲਬ ਸਲਾਹ ਦਿੰਦੇ ਹਨ। ਉਸ ਆਤਮਾ ਦਾ ਪਹਿਲਾਂ ਤੋਂ ਹੀ ਯਾਨੀ ਜਨਮ ਲੈਣ ਤੋਂ ਪਹਿਲਾਂ ਹੀ ਐਸਾ ਸੰਕਲਪ ਯਾਨੀ ਵਿਚਾਰ ਹੁੰਦਾ ਹੈ ਕਿ ਮੈਂ ਲੂਲਾ ਲੰਗੜਾ ਬਣਾ ਤਾਂ ਕਿ ਮੇਰੇ ਇੱਕ ਜਨਮ ਦੇ ਅੰਦਰ ਹੀ ਕਈ ਜਨਮਾਂ ਦੇ ਪਾਪ ਕੱਟੇ ਜਾਣ। ਇਸ ਲਈ ਉਸ ਨੂੰ ਉੱਪਰ ਸੁਖਮ ਜਗਤ ਵਾਲੇ ਵੱਡੇ ਵੱਡੇ ਰਿਸ਼ੀ ਮੁਨੀ ਗਾਈਡਲਾਈਨ ਯਾਨੀ ਸਲਾਹ ਦਿੰਦੇ ਹਨ ਕਿ ਤੈਨੂੰ ਪਾਪ ਦੇ ਕਰਮ ਬੰਨਣ ਕੱਟਣੇ ਹਨ। ਕਰਮਾਤੀਤ ਅਵਸਥਾ ਯਾਨੀ ਪਰਮਾਤਮਾ ਦੀ ਯਾਦ ਤੇ ਰਹਿ ਕੇ ਕਰਮ ਕਰਨ ਦੀ ਅਵਸਥਾ ਨੂੰ ਪਾਉਣਾ ਹੈ ਤੇ ਤੂੰ ਲੂਲਾ ਲੰਗੜਾ ਬਣ ਜਾ। ਆਨੰਦ। ਜਿਸ ਤਰ੍ਹਾਂ ਕਿ ਕੋਈ ਜੇਕਰ ਕਿਸੇ ਰੋਗ ਦੇ ਲਈ ਡਾਕਟਰ ਕੋਲ ਜਾਂਦਾ ਹੈ ਤੇ ਡਾਕਟਰ ਉਸਨੂੰ 3 ਆਪਸ਼ਨਸ ਯਾਨੀ 3 ਤਰ੍ਹਾਂ ਦੀਆਂ ਚੋਣਾਂ ਦਿੰਦਾ ਹੈ ਕਿ ਪਹਿਲਾਂ ਦਵਾਈ ਤੋਂ ਠੀਕ ਹੋਣਾ ਹੈ, ਜਾਂ ਇੰਜੈਕਸ਼ਨ ਯਾਨੀ ਸੂਈ ਤੋਂ ਠੀਕ ਹੋਣਾ ਹੈ, ਜਾਂ ਸਿੱਧਾ ਸਰਜਰੀ ਯਾਨੀ ਆਪਰੇਸ਼ਨ ਕਰ ਦਈਏ, ਯਾਨੀ ਜਿਸ ਤਰ੍ਹਾਂ ਦੀ ਵਜ੍ਹਾ ਉਸ ਤਰ੍ਹਾਂ ਦਾ ਇਲਾਜ। ਬਾਪੂ ਜੀ, ਵੇਖੋ, ਜੇਕਰ ਕੋਈ ਸੁਖਮ ਜਗਤ ਤੇ ਰਹਿ ਕੇ ਆਪਣੇ ਪਾਪ ਕਟਾਉਣਾ ਚਾਹੁੰਦਾ ਹੈ ਤੇ ਉਸ ਵਿੱਚ ਬਹੁਤ ਵਕਤ ਲੱਗਦਾ ਹੈ। ਇਸ ਲਈ ਉਸ ਨੂੰ ਉੱਪਰ ਦੇ ਰਿਸ਼ੀ ਮੁਨੀ ਸਲਾਹ ਦਿੰਦੇ ਹਨ ਕਿ ਇੱਕ ਜਨਮ ਨੀਚੇ ਧਰਤੀ ਲੋਕ ਤੇ ਤੂੰ ਲੂਲਾ ਲੰਗੜਾ ਬਣ ਕੇ ਚੱਕਰ ਮਾਰ ਕੇ ਆ ਜਾ। ਕਿਉਂਕਿ ਜਦੋਂ ਤੂੰ ਅੰਨਾ ਜਾਂ ਲੂਲਾ ਲੰਗੜਾ ਬਣੇਗਾ ਤੇ ਸਾਰੇ ਤੇਰੇ ਨਾਲ ਨਫ਼ਰਤ ਕਰਨਗੇ ਤੇ ਤੇਰਾ ਪਾਪ ਛੇਤੀ ਕੱਟਦਾ ਜਾਏਗਾ। ਆਨੰਦ। ਪਰ ਬਾਪੂ ਜੀ, ਉਹ ਤੇ ਧਰਤੀ ਲੋਕ ਤੇ ਆ ਕੇ ਪਰਮਾਤਮਾ ਨੂੰ ਬਹੁਤ ਦੋਸ਼ ਦਿੰਦਾ ਹੈ ਕਿ ਮੈਨੂੰ ਕਿਉਂ ਲੂਲਾ ਲੰਗੜਾ ਬਣਾਇਆ। ਬਾਪੂ ਜੀ, ਕਿਉਂਕਿ ਉਹ ਭੁੱਲ ਜਾਂਦਾ ਹੈ ਕਿ ਮੈਂ ਕੌਣ ਹਾਂ। ਮਨੁੱਖ ਜਦੋਂ ਜਨਮ ਲੈਂਦਾ ਹੈ ਤੇ ਗਰਭ ਤੇ ਆਤਮਾ ਆਉਂਦੀ ਹੈ ਤੇ ਗਰਭ ਤੇ ਆਉਣ ਵਾਲੀ ਆਤਮਾ ਕੌਣ ਹੁੰਦੀ ਹੈ? ਕਹਿੰਦੇ ਹਨ ਕਿ ਇੱਕ ਸੂਖਮ ਸੈੱਲ ਯਾਨੀ ਸੂਖਮ ਕਣ ਹੁੰਦਾ ਹੈ। ਉਸ ਨੂੰ ਅਸੀਂ ਕਹਿੰਦੇ ਹਾਂ ਨਿਰਾਕਾਰੀ ਆਤਮਾ ਦੀ ਨਿਰਾਕਾਰੀ ਅਵਸਥਾ। ਯਾਨੀ ਆਤਮਾ ਦਾ ਆਪਣਾ ਸਵਰੂਪ ਨਿਰਾਕਾਰ ਯਾਨੀ ਆਕਾਰ ਤੋਂ ਰਹਿਤ ਹੈ ਤੇ ਉਸ ਵਕਤ ਉਸ ਦੀ ਅਵਸਥਾ ਵੀ ਨਿਰਾਕਾਰੀ ਹੁੰਦੀ ਹੈ। ਫਿਰ ਨਿਰਾਕਾਰੀ ਅਵਸਥਾ ਇੱਕ ਸੈੱਲ ਯਾਨੀ ਕਣ ਬਣ ਜਾਂਦੀ ਹੈ, ਯਾਨੀ ਇੱਕ ਐਟਮ ਮਤਲਬ ਅਣੂ ਬਣ ਜਾਂਦੀ ਹੈ। ਫਿਰ ਜਦੋਂ 3 ਜਾਂ 4 ਮਹੀਨੇ ਦਾ ਗਰਭ ਹੁੰਦਾ ਹੈ ਤੇ ਹੌਲੀ ਹੌਲੀ ਉਸ ਦਾ ਸਰੀਰ ਬਣਦਾ ਜਾਂਦਾ ਹੈ ਅਤੇ ਜਦੋਂ 5-6 ਮਹੀਨੇ ਦੀ ਆਤਮਾ ਹੁੰਦੀ ਹੈ ਉਦੋਂ ਤੱਕ ਉਸਨੂੰ ਅਹਿਸਾਸ ਜਾਂ ਸਭ ਕੁਝ ਜੋ ਸੂਖਮ ਜਗਤ ਤੇ ਹੋਇਆ ਸੀ ਉਹ ਯਾਦ ਹੁੰਦਾ ਹੈ। ਪਰ ਜਦੋਂ ਉਹ ਜਨਮ ਲੈ ਲੈਂਦੀ ਹੈ ਤੇ ਹੌਲੀ ਹੌਲੀ ਆਪਣੇ ਪਿਛਲੇ ਜਨਮ ਦਾ ਜਾਂ ਸੂਖਮ ਜਗਤ ਦੀ ਯਾਦ ਨੂੰ ਭੁੱਲ ਜਾਂਦੀ ਹੈ। ਆਨੰਦ। ਬਾਪੂ ਜੀ, ਮੇਰਾ ਇੱਕ ਸਵਾਲ ਹੋਰ ਹੈ। ਆਪ ਜੀ ਉਸ ਦੇ ਬਾਰੇ ਤੇ ਦੱਸੋ। ਜਿਸ ਤਰ੍ਹਾਂ ਮੈਂ ਆਪ ਜੀ ਤੋਂ ਪਹਿਲਾਂ ਵੀ ਇਹ ਸੁਣਿਆ ਸੀ ਕਿ ਜਦੋਂ ਆਤਮਾ ਜਾਂ ਸੂਖਮ ਸਰੀਰ ਦੇ ਅੰਦਰ ਇੰਨੀ ਡੈਫੀਸਿਟ ਯਾਨੀ ਨੁਕਸਾਨ ਹੋ ਜਾਂਦਾ ਹੈ, ਉਸ ਦੇ ਜਨਮ ਲੈਣ ਤੋਂ ਪਹਿਲਾਂ ਹੀ ਉਸ ਦਾ ਸੂਖਮ ਸਰੀਰ ਖਰਾਬ ਹੋ ਜਾਂਦਾ ਹੈ। ਜਿਸ ਤਰ੍ਹਾਂ ਉਸ ਦੀ ਅੱਖ ਜਾਂ ਪੈਰ ਅਪੰਗ ਸਥੂਲ ਸਰੀਰ ਤੇ ਜਨਮ ਤੋਂ ਹੀ ਹੋਣ, ਉਸ ਦੇ ਜਨਮ ਲੈਣ ਤੋਂ ਪਹਿਲਾਂ ਉਸ ਦੇ ਸੂਖਮ ਸਰੀਰ ਦੇ ਪੈਰ ਜਾਂ ਅੱਖ ਅਪੰਗ ਹੋ ਜਾਂਦੇ ਹਨ। ਅਸਲੀਅਤ ਤੇ ਜਦੋਂ ਉਸ ਆਤਮਾ ਨੂੰ ਪੁਨਰ ਜਨਮ ਜਾਂ ਦੁਬਾਰਾ ਜਨਮ ਲੈਣ ਲਈ ਭੇਜਿਆ ਜਾਂਦਾ ਹੈ ਧਰਤੀ ਤੇ ਉਸ ਦੇ ਸੂਖਮ ਸਰੀਰ ਦੇ ਹਿਸਾਬ ਨਾਲ ਹੀ ਉਸ ਦਾ ਸਥੂਲ ਸਰੀਰ ਬਣਨਾ ਸ਼ੁਰੂ ਹੁੰਦਾ ਹੈ। ਜਿਸ ਤਰ੍ਹਾਂ ਕਿ ਕੋਈ ਬੱਚਾ ਅੰਨਾ ਹੈ ਤੇ ਉਸ ਦੇ ਸੂਖਮ ਸਰੀਰ ਦੀਆਂ ਅੱਖਾਂ ਪਹਿਲਾਂ ਖਰਾਬ ਹੁੰਦੀਆਂ ਹਨ। ਬਾਪੂ ਜੀ, ਜੇਕਰ ਆਤਮਾ ਮਹਾਪਾਪੀ ਜਾਂ ਮਹਾਘਾਤੀ ਯਾਨੀ ਦੂਸਰਿਆਂ ਤੇ ਹਮਲਾ ਜਾਂ ਨੁਕਸਾਨ ਕਰਨ ਵਾਲੀ ਹੁੰਦੀ ਹੈ ਤੇ ਉਸ ਦਾ ਸੂਖਮ ਸਰੀਰ ਹੀ ਅਪੰਗ ਜਾਂ ਹੋਰ ਇਸ ਤਰ੍ਹਾਂ ਦੇ ਰੋਗਾਂ ਵਾਲਾ ਹੋ ਜਾਂਦਾ ਹੈ। ਉਸ ਵਿੱਚ ਡੈਫੀਸ਼ੀਟ ਯਾਨੀ ਨੁਕਸ ਹੋ ਜਾਂਦਾ ਹੈ ਤੇ ਫਿਰ ਉਸ ਨੂੰ ਉੱਪਰ ਵਾਲੇ ਸਾਧੂ ਸੰਤ ਦੱਸਦੇ ਹਨ ਕਿ ਪਹਿਲਾਂ ਨੁਕਸ ਠੀਕ ਕਰਨਾ ਹੈ ਤੇ ਮਨੁੱਖ ਜਨਮ ਤੇ ਜਾਓ ਅਤੇ ਪਾਪਾਂ ਦੀ ਦਵਾਈ ਕਰੋ, ਬੁਰੇ ਕਰਮਾਂ ਦਾ ਨਾਸ ਕਰੋ। ਆਨੰਦ।
ਤੇ ਬਾਪੂ ਜੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕੋਈ ਬਹੁਤ ਚੰਗਾ ਬੰਦਾ ਹੈ ਲੇਕਿਨ ਬੈਠੇ ਬੈਠੇ ਅੰਨਾ ਹੋ ਜਾਂਦਾ ਹੈ ਜਾਂ ਬੈਠੇ ਬੈਠੇ ਉਸ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤੇ ਉਸ ਵਕਤ ਉਸ ਦੇ ਪਾਪਾਂ ਦਾ ਬੋਝ ਉਸ ਦੇ ਸਾਹਮਣੇ ਆ ਜਾਂਦਾ ਹੋਏਗਾ, ਉਸ ਦਾ ਸੂਖਮ ਸਰੀਰ ਕਾਲਾ ਹੋ ਜਾਂਦਾ ਹੋਏਗਾ। ਬਾਪੂ ਜੀ, ਇਸ ਤਰ੍ਹਾਂ ਹੁੰਦਾ ਹੈ ਕਿ ਜ਼ਿਆਦਾਤਰ ਸਥੂਲ ਜਗਤ ਯਾਨੀ 5 ਤੱਤਾਂ ਦੇ ਲਾਗੇ ਸੂਖਮ ਜਗਤ ਯਾਨੀ 3 ਤੱਤਾਂ ਵਾਲੀਆਂ ਆਤਮਾਵਾਂ ਰਹਿੰਦੀਆਂ ਹਨ। ਕਹਿੰਦੇ ਹਨ ਨਾ ਕਿ ਬੈਠੇ ਬੈਠੇ ਅੰਨਾ ਹੋ ਗਿਆ। ਉਸ ਦੇ ਸੂਖਮ ਸਰੀਰ ਤੇ ਤਾਂ ਪਹਿਲਾਂ ਤੋਂ ਹੀ ਡੈਫੀਸੈਟ ਯਾਨੀ ਨੁਕਸ ਸੀ, ਪਰ ਜਦੋਂ ਕਰਮ ਬੰਨਣ ਯਾਨੀ ਕਰਮਾਂ ਦਾ ਹਿਸਾਬ ਕਿਤਾਬ ਸਾਹਮਣੇ ਆਉਂਦਾ ਹੈ ਤੇ ਬੈਠੇ ਬੈਠੇ ਅੰਨਾ ਜਾਂ ਹੋਰ ਕੋਈ ਵੀ ਰੋਗ ਹੋ ਜਾਂਦਾ ਹੈ। ਭਾਵੇਂ ਉਸ ਦੇ ਅੰਦਰ ਸ਼ੂਗਰ ਹੋਵੇ, BP ਹੋਵੇ, ਕੋਈ ਨਾ ਕੋਈ ਨੁਕਸ ਉਸ ਦੇ ਸੂਖਮ ਸਰੀਰ ਤੇ ਹੁੰਦਾ ਹੈ ਤੇ ਉਸ ਦਾ ਔਰਾ ਵੀ ਹੌਲੀ ਹੌਲੀ ਸ਼ਕਤੀ ਤੋਂ ਰਹਿਤ ਵਾਲਾ ਹੁੰਦਾ ਜਾਂਦਾ ਹੈ। ਅਤੇ ਜੇਕਰ ਸੂਖਮ ਜਗਤ ਵਾਲੀਆਂ ਆਤਮਾਵਾਂ ਉਸ ਨੂੰ ਅੰਨਾ ਬਣਾਉਣਾ ਚਾਹੁੰਦੀਆਂ ਹਨ ਤੇ ਬਣਾ ਸਕਦੀਆਂ ਹਨ। ਜ਼ਿਆਦਾਤਰ ਹਰ ਕਿਸੇ ਇੱਕ ਮਨੁੱਖ ਆਤਮਾ ਦੇ ਨਾਲ ਘੱਟ ਤੋਂ ਘੱਟ ਇੱਕ ਸੂਖਮ ਜਗਤ ਵਾਲੀ ਆਤਮਾ ਹੁੰਦੀ ਹੈ। ਬਾਪੂ ਜੀ ਕਹਿੰਦੇ ਹਨ ਕਿ ਮੈਂ ਤੇ ਇਹੀ ਮਹਿਸੂਸ ਕਰਦਾ ਹਾਂ। ਆਨੰਦ, ਬਾਪੂ ਜੀ ਆਪ ਜੀ ਦੇ ਇਹ ਗੱਲ ਠੀਕ ਹੈ। ਮੈਂ ਇੱਕ ਸੁਪਰੀਮੋ ਮਾਸਟਰ ਕਰਕੇ ਕਿਸੇ ਨੂੰ ਸਰਚ ਯਾਨੀ ਲੱਭਿਆ ਸੀ। ਉਸਨੇ ਵੀ ਇਹ ਦੱਸਿਆ ਸੀ ਕਿ ਹਰ ਇਨਸਾਨ ਕੋਲ 4 ਐਂਜਲ ਯਾਨੀ ਫਰਿਸ਼ਤੇ ਹਨ। ਬਾਪੂ ਜੀ, 4 ਨਹੀਂ, ਘੱਟ ਤੋਂ ਘੱਟ ਇੱਕ ਹੁੰਦਾ ਹੈ। ਅਨੰਤ, ਬ੍ਰਹਮਾ ਕੁਮਾਰੀ ਮਤਲਬ ਇੱਕ ਅਧਿਆਤਮਿਕ ਸੰਸਥਾ ਦਾ ਨਾਂ ਹੈ। ਦੀ ਬਾਣੀ ਯਾਨੀ ਮਹਾਵਾਕ ਤੇ ਵੀ ਦੱਸਿਆ ਹੈ ਕਿ ਅੰਤ ਸਮੇਂ ਤੇ ਇੱਕ ਬੰਦੇ ਦੇ ਨਾਲ 14 ਆਤਮਾਵਾਂ ਹੋਣਗੀਆਂ। ਬਾਪੂ ਜੀ, ਆਤਮਾਵਾਂ ਨਹੀਂ ਹੋਣਗੀਆਂ, ਪ੍ਰਵੇਸ਼ ਕਰਨਗੀਆਂ ਭਗਵਾਨ ਨੂੰ ਵੇਖਣ ਦੇ ਲਈ। ਅੰਤ ਸਮੇਂ ਤੇ ਜਦੋਂ ਭਗਵਾਨ ਪ੍ਰਤੱਖ ਹੋਏਗਾ ਤੇ ਉਦੋਂ ਉਹਨੂੰ ਵੇਖਣ ਦੇ ਲਈ ਇੱਕ ਸਰੀਰ ਤੇ 14 ਭੂਤ ਜਾਂ ਆਤਮਾਵਾਂ ਪ੍ਰਵੇਸ਼ ਕਰਨਗੀਆਂ। ਅਨੰਤ, ਓਕੇ ਬਾਪੂ ਜੀ, ਹੁਣ ਇਸ ਵੀਡੀਓ ਨੂੰ ਇੱਥੇ ਹੀ ਰੋਕਣਾ ਚਾਹਾਂਗਾ। ਅਸੀਂ ਇਸ ਦਾ ਦੂਸਰਾ ਪਾਰਟ ਯਾਨੀ ਭਾਗ 2 ਤਿਆਰ ਕਰਾਂਗੇ, ਜਿਸ ਦੇ ਅੰਦਰ ਬਾਕੀ ਦੇ ਸਵਾਲ ਲਵਾਂਗੇ। ਬਾਪੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਰਮ ਸ਼ਾਂਤੀ।